ਰੂਪ ਢਿੱਲੋਂ ਦਾ ਨਾਵਲ ਹੈ ਗੁੰਡਾ। ਪਹਿਲਾ ਅੰਗ ਦੇਵ। ਸੰਗਲ ਜਿਸਮ ਦੇ ਆਲੇ ਦੁਆਲੇ ਸਨ। ਬੇਦਮ ਬਦਨ, ਸਾਹਾਂ ਤੋਂ ਸਖਣਾ, ਮੈਨੂੰ ਕਸ ਕੇ ਛੱਤ ਨਾਲ ਲਟਕਦੀਆਂ ਕੁੰਡੀਆਂ ਨਾਲ ਬੰਨ ਕੇ ਲਟਕਾਇਆ ਸੀ। ਜੰਜੀਰ ਨੇ ਸਰੀਰ ਇੰਜ ਘੁੱਟਿਆ ਹੋਇਆ ਸੀ ਜਿਵੇਂ ਸੱਪ ਨੇ ਸਰੀਰ ਨੂੰ ਗੁੰਝਲੀ ਮਾਰੀ ਹੋਵੇ। ਮੇਰੇ ਮੁਖੜੇ ਤੋਂ ਮੁੜਕਾ ਚੋਂਦਾ ਸੀ, ਨਾਲੋਂ ਨਾਲ ਸੀਰ ਫੁੱਟ ਪਈ ਸੀ। ਉਹਨਾਂ ਦੇ ਹੱਥੋਂ ਮੇਰਾ ਸਾਰਾ ਪਿੰਡਾ ਹੂਰਿਆਂ ਤੇ ਹਥਿਆਰਾਂ ਦੀ ਮਾਰ ਨਾਲ ਜ਼ਖਮੀ ਹੋਇਆ ਸੀ। ਉਹਨਾਂ ਨੇ ਮੈਨੂੰ ਹਾਲੋਂ ਬੇਹਾਲ ਕੀਤਾ ਸੀ। ਅੱਖਾਂ ਖੁੱਲਦੀਆਂ ਨਹੀਂ ਸਨ, ਬੁੱਲ ਪਾਟੇ ਤੇ ਮਾਸ ਝੰਡ ਕੀਤੇ ਕਬਾਬ ਵਾਂਗ ਪੋਲਾ ਹੋ ਗਿਆ। ਇਹ ਹਾਲ ਸੀ ਮੇਰਾ ਉਸ ਵੇਲੇ। ਮੈਂ ਗੋਦਾਮ 'ਚ ਟੰਗਿਆ ਹੋਇਆ ਸੀ। ਮੇਰੇ ਆਲੇ ਦੁਆਲੇ 4 ਗੁੰਡੇ ਖਲੋਤੇ ਸਨ। 4 ਗਿੱਦੜ ਖੜੇ ਸਨ, ਝਈਆਂ ਲੈਂਦੇ। ਇੱਕ ਦੇ ਹੱਥਾਂ 'ਚ ਬੇਸਬਾਲ ਬੈਟ ਸੀ, ਇੱਕ ਦੇ ਕੋਲ ਸੱਬਲ ਸੀ, ਦੂਜਿਆਂ ਦੇ ਕੋਲ ਠੁੰਗਾ ਮਾਰਨ ਵਾਲੇ ਲੋਹੇ ਦੇ ਹੜਬੋਚ ਦਸਤਾਨੇ ਹਨ। ਛੱਤ ਤੋਂ ਇੱਕ ਲਾਟੂ ਲਮਕਦਾ ਸੀ, ਜਿਸ ਤੋਂ ਕੋਨੇਦਾਰ ਸਿਰਫ ਮੇਰੇ ਉੱਪਰ ਚਮਕਦੀ ਸੀ। ਉਹਨਾਂ ਦੇ ਪਰਛਾਵੇਂ ਦਿਸਦੇ ਸਨ ਚਾਨਣ 'ਚ, ਹਨੇਰੇ 'ਚ ਹਜ਼ਮ ਹੋਏ ਪਏ ਸਨ, ਜਿਵੇਂ ਡਰਦੇ ਹੋਣ ਆਪਣੇ ਆਪ ਨੂੰ ਦਿਖਾਉਣ ਤੋਂ। ਤੁਸੀਂ ਜਾਣਨਾ ਚਾਹੁੰਦੇ ਹੋ ਮੈਂ ਇਸ ਹਾਲ 'ਚ ਕਿੰਜ ਪੁੱਜਿਆ? ਚਲੋ ਮੈਂ ਦੱਸਦਾ। ਮੈਨੂੰ ਦੇਵ ਸੱਦੋ। ਜਦ ਮੇਰਾ ਜਨਮ ਹੋਇਆ ਸੀ, ਪਤਾ ਨਹੀਂ ਕਿਹੜੀ ਹਨੇਰੀ ਦਾ ਸੇਕ ਮੇਰੇ ਸੁਭਾਅ ਨੂੰ ਛੋਹ ਗਿਆ। ਮੇਰੇ ਸੁਭਾਅ 'ਚ ਕੁਝ ਕੁੜੱਤਣ ਜਿਹੀ ਆ ਗਈ। ਰੋ ਰੋ ਕੇ ਦੁਨੀਆ 'ਚ ਆਇਆ। ਜਨਮ ਦਿਨ ਦੀ ਮਾਂ ਖਤਮ ਹੋ ਗਈ। ਗਰਾਂ ਦੀਆਂ ਸੜਕਾਂ ਤੇ ਮੇਰੇ ਵਰਗੇ ਕਈ ਹੋਂਦ 'ਚ ਆਏ ਨੇ। ਵੈਸੇ ਮੇਰੇ ਵਰਗਾ ਤਾਂ ਸ਼ਹਿਰਾਂ ਦੇ ਵੱਡੇ ਵੱਡੇ ਘਰਾਂ 'ਚ ਵੀ ਬੈਠੇ ਨੇ। ਮੈਂ ਭਾਵੇਂ ਗਲੀ ਦਾ ਕੀੜਾ ਹੋਵਾਂਗਾ, ਪਰ ਕੌਣ ਮੈਨੂੰ ਸੱਚਮੁੱਚ ਦਿਲ ਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਵੱਡੇ ਵੱਡੇ ਲੋਕਾਂ 'ਚ ਪਾਪੀ ਨਹੀਂ ਹੁੰਦੇ? ਮੈਂ ਤਾਂ ਕਹਿੰਦਾ ਘੁੱਗ ਵਸਦੇ ਆ ਉਹਨਾਂ 'ਚ। ਮੇਰੇ ਵਰਗੇ ਗਲੀਆਂ ਦੇ ਕੀੜਿਆਂ ਵੱਲ ਉਂਗਲ ਕਰ ਦਿੰਦੇ ਨੇ, ਪਰ ਕੋਈ ਫਰਕ ਨਹੀਂ ਪੈਂਦਾ। ਮੈਂ ਸੱਚਾ ਚੋਰ ਹਾਂ। ਤੁਸੀਂ? ਹਾਂ, ਤੇਰੇ ਨਾਲ ਗੱਲ ਕਰਨਾ। ਵੱਡੇ ਘਰ, ਵੱਡੀ ਗੱਡੀ, ਵੱਡੇ ਪਾਪ, ਬਸ ਇੱਕੋ ਹੀ ਫਰਕ ਹੈ ਤੇਰੇ ਤੇ ਮੇਰੇ 'ਚ। ਮੈਨੂੰ ਸਮਾਜ ਨੇ ਨਿਮਾਣਾ ਸਮਝਿਆ ਤੇ ਤੂੰ ਮਿੱਤਰਾ ਆਦਰਯੋਗ ਏ, ਕਿਉਂਕਿ ਤੈਨੂੰ ਅਣਜਲ ਨੇ ਚੰਗੇ ਘਰ ਤੇ ਚੰਗੀ ਜਾਤ ਦੀ ਗੋਦ 'ਚ ਸੰਭਾਲ ਦਿੱਤਾ ਹੈ। ਕੰਗਾਲੀ ਤਾਂ ਆਮ ਸੱਚਾਈ ਹੁੰਦੀ ਹੈ, ਅਰਥ ਆਮ ਨਹੀਂ ਹੁਣ। ਹਾਂ, ਤੂੰ ਗੁਰਦੁਆਰੇ ਜਾਂਦਾ ਏ, ਸਾਖ ਦੀ ਮਦਦ ਨਾਲ ਭੋਗਦਾ ਏ, ਰਸਮ ਰੱਖਦਾ ਏ, ਪਰ ਮਿੱਤਰਾ ਇਹ ਵੀ ਇੱਕ ਸੱਚ ਏ ਕਿ ਦੁਨੀਆ ਦੀਆਂ ਅੱਖਾਂ ਉਹਲੇ ਮੇਰੇ ਵਰਗੇ ਦੀ ਮਦਦ ਨਾਲ ਆਪਦੇ ਹੱਥ ਸਾਫ਼ ਕਰਦਾ ਏ। ਕੋਈ ਗੱਲ ਨਹੀਂ, ਮੈਂ ਕਿਸੇ ਨੂੰ ਨਹੀਂ ਦੱਸਦਾ। ਬਸ ਮੁੱਠ ਗਰਮ ਕਰੀ ਜਾ ਤੇ ਇਹ ਸਾਡਾ ਰਾਜ਼ ਹੀ ਰਹੇਗਾ। ਜੱਗ ਦੇ ਸਾਹਮਣੇ ਤੂੰ ਮਹਾਂਪੁਰਸ਼ ਰਵੇਂਗਾ ਤੇ ਮੈਂ ਇੱਕ ਬਦਮਾਸ਼। ਵੈਸੇ ਗਰੀਬ ਜ਼ਿਆਦਾਤਰ ਚੰਗੇ ਲੋਕ ਹੀ ਨੇ, ਪਰ ਹਾਲਾਤ ਕਿਸੇ ਕਿਸੇ ਨੂੰ ਮੇਰੇ ਵਰਗਾ ਬਣਾ ਦਿੰਦੇ ਨੇ। ਹਾਂ, ਮੈਂ ਇੱਕ ਪਿੰਡ ਦੀ ਗਲੀ 'ਚ ਜੰਮਿਆ ਸੀ, ਪਰ ਇਹਦਾ ਇਹ ਮਤਲਬ ਨਹੀਂ ਤੂੰ ਮੇਰੇ ਨਾਲ ਬੇਨਿਆਈ ਕਰੇ। ਤੈਨੂੰ ਵੀ ਚੁੱਭਦਾ ਜਦ ਮੈਂ ਤੇਰੇ ਬਾਰੇ ਇਹ ਗੱਲਾਂ ਕਰਦਾ। ਸੋ ਮਾਂ ਬਿਨਾਂ ਜ਼ਿੰਦਗੀ ਸ਼ੁਰੂ ਹੋਈ। ਮੈਂ ਬਹੁਤ ਸਿੱਖ ਲਿਆ ਕਿ ਜਿਉਣਾ ਔਖਾ ਹੈ, ਖਾਸ ਕਰਕੇ ਉਸ ਲਈ ਜਿਹਨੇ ਇਖਲਾਕ ਨਾਲ ਜਿਉਣਾ ਹੈ। ਪੰਜਾਬ ਤਾਂ ਵੈਸੇ ਵੀ ਪਾਪ ਦਾ ਘੁਰਨ ਹੈ। ਅੱਛਾ, ਅਸੀਂ ਕਿੱਥੇ ਸਾਂ? ਹਾਂ, ਮਾਂ ਤਾਂ ਪੂਰੀ ਹੋ ਗਈ ਸੀ, ਪਰ ਬਾਪੂ ਬਾਰੇ ਕੀ ਦੱਸਾਂ? ਮੈਂ ਤਾਂ ਪਿਓ ਨੂੰ ਜਾਣਦਾ ਵੀ ਨਹੀਂ ਸੀ। ਕਿਸੇ ਨੇ ਇੱਕ ਵਾਰ ਕਿਹਾ ਸੀ ਕਿ ਜ਼ਿਮੀਂਦਾਰ ਦੇ ਇਕਲੌਤੇ ਮੁੰਡੇ ਨੇ ਮੇਰੀ ਮਾਂ ਨਾਲ ਜ਼ਬਰਦਸਤੀ ਕੀਤੀ ਸੀ। ਭਾਵੇਂ ਸੱਚ ਜਾਂ ਝੂਠ, ਮੈਂ ਪਹਿਲਾਂ ਕਹਿਣ ਵਾਲੇ ਦੀਆਂ ਨਾਸਾਂ ਭੰਨੀਆਂ, ਫਿਰ ਕਈ ਵਰ੍ਹਿਆਂ ਬਾਅਦ ਉਸ ਇਕਲੌਤੇ ਭੂੰਡ ਦੀ ਹਜਾਮਤ ਕੀਤੀ। ਜਦ ਮੌਕਾ ਮਿਲਿਆ, ਮੈਂ ਉਹਦਾ ਖਾਸ ਆਦਮੀ ਬਣ ਗਿਆ ਸੀ। ਫਿਰ ਮੈਂ ਇਹ ਨਹੀਂ ਦੇਖਿਆ ਜੇ ਸੱਚਮੁੱਚ ਉਹਨੇ ਮੇਰੀ ਮਾਂ ਦੀ ਪੱਤ ਲੁੱਟੀ ਸੀ। ਮੈਂ ਆਨੰਦ ਨਾਲ ਮਾਰ ਦਿੱਤਾ। ਇਹ ਮੇਰਾ ਪਹਿਲਾ ਕਤਲ ਨਹੀਂ ਸੀ। ਉਹਦੇ ਬਾਰੇ ਤੈਨੂੰ ਗਾਹਾਂ ਦੱਸੂਗਾ। ਸੋ ਮਾਂ ਨਹੀਂ, ਪਿਓ ਵੀ ਨਹੀਂ ਸੀ, ਪਰ ਨਾਨੀ ਨੇ ਥੋੜ੍ਹੇ ਚਿਰ ਲਈ ਮੈਨੂੰ ਪਾਲਿਆ। ਨਾਨੀ ਸੁਭਾਅ 'ਚ ਨਿਡਰ ਸੀ, ਪਰ ਨਾਨਾ ਗਰਮ ਤਬੀਅਤ ਵਾਲਾ ਸੀ। ਉਹਨੇ ਮੈਨੂੰ ਕੌੜਾ ਪਿਆਰ ਹੀ ਦਿੱਤਾ। ਲੋਕਾਂ ਦੀ ਟਪਾਰਾਂ ਲਾਉਣ ਦੀ ਆਦਤ ਕਰਕੇ ਮੇਰਾ ਗਲ ਘੋਟਣ ਦੀ ਵੀ ਕੋਸ਼ਿਸ਼ ਕੀਤੀ, ਪਰ ਨਾਨੀ ਨੇ ਮੈਨੂੰ ਬਚਾ ਲਿਆ। ਮੇਰੇ ਲਈ ਮੱਥਾ ਮਾਰ ਮਾਰ ਕੇ ਅੱਕ ਗਈ। ਉਹਨੂੰ ਸ਼ੱਕ ਸੀ ਕਿ ਨਾਨੇ ਨੇ ਮੈਨੂੰ ਵੱਢ ਦੇਣਾ ਹੈ। 5 ਸਾਲ ਲਈ ਪਿੰਡ ਦੇ ਚੁਟਕਲੇ ਸਹੇ। ਜਿੱਦਾਂ ਮੈਨੂੰ ਦੱਸਿਆ ਹੈ, ਮੇਰੇ ਕੰਨਾਂ 'ਚ ਵੀ ਉੜਦੀ ਉੜਦੀ ਖਬਰ ਆਈ ਗਈ ਤੇ ਮੈਨੂੰ ਲੋਕਾਂ ਨਾਲ ਕੌੜ ਚੜ੍ਹ ਗਈ। ਇਸ ਲਈ ਨਾਨਾ ਤਾਂ ਮਾਰਨ ਤੇ ਆ ਗਿਆ। ਨਾਨੀ ਨੇ ਮੈਨੂੰ ਇੱਕ ਵਣਜਾਰੇ ਦੀ ਮਦਦ ਨਾਲ ਗਰਾਂ 'ਚੋਂ ਕੱਢਿਆ। ਉਹਦੇ ਗੱਡੇ 'ਚ ਲੁੱਕ ਕੇ ਬਾਹਰ ਆ ਗਿਆ। ਪਿੰਡ 'ਚ ਕਦੀ ਵਾਪਸ ਨਹੀਂ ਗਿਆ। ਰਣਜੀਤਪੁਰ ਪੁੱਜ ਗਿਆ। ਤਾਈ ਤੇ ਜ਼ਿਮੀਂਦਾਰ ਦੇ ਇਕਲੌਤੇ ਮੁੰਡੇ ਨੇ ਮੈਨੂੰ ਪਛਾਣਿਆ ਨਹੀਂ।
ਮੈਨੂੰ ਤਾਂ ਇੱਕ ਮਿੱਤਰ ਨੇ ਉਹਦੀ ਖਬਰ ਦਿੱਤੀ ਸੀ, ਗ੍ਰਾਮ ਭਾਵੇਂ ਵਾਪਸ ਨਾ ਗਿਆ ਹੋਵਾਂ, ਪਰ ਖਬਰਾਂ ਤਾਂ ਜਦ ਤੱਕ ਨਾਨਾ ਨਾਨੀ ਕਬਰਾਂ 'ਚ ਨਹੀਂ ਗਏ ਮਿਲਦੀਆਂ ਰਹਿੰਦੀਆਂ ਸੀ। ਹੁਣ ਵੱਡੇ ਸ਼ਹਿਰ ਰਣਜੀਤਪੁਰ 'ਚ ਹਾਂ, ਇੱਥੇ ਬਹੁਤ ਕੁਝ ਸਿੱਖਿਆ। ਪੰਜਾਬ ਦੀ ਇਹੀ ਜਾਨ ਸੀ, ਰੌਣਕ ਇੱਥੇ ਹੀ ਸੀ। ਪੰਜਾਬ ਦਾ ਚੰਗਾ ਮਾੜਾ ਰਣਜੀਤਪੁਰ। ਰਣਜੀਤਪੁਰ ਪੰਜਾਬ ਦਾ ਮਾਣਮੱਤਾ ਸ਼ਹਿਰ ਸੀ। ਵੱਡੇ ਕੱਚ ਕਿਲੇ, ਵੱਡੀਆਂ ਸੋਹਣੀਆਂ ਸੈਰਗਾਹਾਂ ਤੇ ਲਾਜਵੰਤੀ ਝੀਲ। ਹਰ ਛਤੌਲ ਨੂੰ ਅਣਰੀਤੀ ਨਾਂ ਦਿੱਤਾ ਹੋਇਆ ਸੀ, ਫਲਾਣਾ ਧਮਕਾ ਸੈਕਟਰ ਜਾਂ ਮਾਡਲ ਟਾਊਨ ਆਦਿ। ਸ਼ਹਿਰ ਦਾ ਮੜੰਗਾ ਇੱਕ ਵਿਦੇਸ਼ੀ ਇਕੋਸੀ ਸ਼ਿਲਪਕਾਰ ਨੇ ਵਿਉਂਤਿਆ ਸੀ। ਸਕੋਸ਼ੀਆ ਦਾ ਆਦਮੀ ਸੀ, ਜਿਹਨੂੰ ਪੰਜਾਬ ਦੇ ਇਤਿਹਾਸ ਦਾ ਖਾਕ ਨਹੀਂ ਸੀ ਪਤਾ। ਉਸ ਸ਼ਿਲਪਕਾਰ ਨੇ ਆਪਦੇ ਸਕੋਸ਼ੀਆ ਦੇ ਕਠੋਰ ਘਸਮੈਲੇ ਘਰਾਂ ਵਾਂਗਰ ਸ਼ਹਿਰ ਦੀ ਸਾਰੀ ਰੂਪ ਰੇਖਾ ਸਜਾ ਦਿੱਤੀ ਸੀ। ਸੜਕਾਂ ਉੱਤਰ ਤੋਂ ਦੱਖਣ ਵੱਲ ਜਾਂਦੀਆਂ ਸਨ, ਮਾਰਗ ਲਹਿੰਦੇ ਤੋਂ ਚੜ੍ਹਦੇ ਵੱਲ ਜਾਂਦੇ ਸਨ। ਸਭ ਦੇ ਨੰਬਰ ਸਨ, ਨਾ ਕਿ ਨਾ। ਹਰ ਹਿੱਸੇ ਦਾ ਸੈਕਟਰ ਬਣਾਇਆ ਸੀ। ਇੱਕ ਥਾਂ ਬਾਜ਼ਾਰ ਸਨ, ਇੱਕ ਥਾਂ ਕਾਰਖਾਨੇ। ਇੰਜ ਸੀ ਸਾਰੇ ਸ਼ਹਿਰ ਦਾ ਰੂਪ। ਪੰਜਾਬ ਦਾ ਰੰਗ ਤਾਂ ਖਾਰ ਦਿੱਤਾ ਸੀ। ਜਦ ਇਕੋਸੀ ਸਕੋਸ਼ੀਆ ਵਾਪਸ ਪਰਤਿਆ, ਰਣਜੀਤਪੁਰ ਨੂੰ ਕੇਂਦਰ ਦੇ ਹੱਥਾਂ 'ਚ ਸੰਭਾਲ ਦਿੱਤਾ ਗਿਆ। ਨਵੇਂ ਸ਼ਿਲਪਕਾਰ ਨੇ ਰੰਗੀਲਾ ਕਰ ਦਿੱਤਾ, ਸ਼ਹਿਰ ਦੀਆਂ ਖਾਸ ਇਮਾਰਤਾਂ ਨੂੰ ਸੁੰਦਰ ਰੂਪ ਦੇ ਦਿੱਤਾ, ਜਿਸ 'ਚ ਪੰਜਾਬੀ ਮਹਿਕ ਸੀ। ਤੇ ਮੰਜ਼ਲਾ ਇਮਾਰਤ ਦੇ ਥਾਂ ਵੱਡੇ ਵੱਡੇ 20 ਮੰਜ਼ਲੇ ਬੁਰਜ ਸ਼ਹਿਰ ਦੇ ਵਿਚਕਾਰ ਖਲੋਤੇ, ਜਿਵੇਂ ਲੰਬੇ ਕੱਚ ਦੇ ਬਣਾਏ ਦਿਓ ਹੋਣ, ਆਪਦੇ ਸ਼ਹਿਰ ਦੀ ਰਾਖੀ ਕਰਦੇ। ਉੱਪਰੋਂ ਸ਼ਹਿਰ ਤਾਂ ਸੁਨੱਖਾ ਸੀ, ਛਾਂਦਾਰ ਸੜਕਾਂ, ਜਿਨ੍ਹਾਂ ਦੇ ਦੋਨਾਂ ਪਾਸੇ ਪਿੱਪਲਾਂ ਦੀ ਪਾਲਾਂ ਸੀ, ਆਵਾਜਾਈ ਦੀ ਸੇਧ ਲਈ ਵਰਿਤ ਪ੍ਰਵਾਹ, ਜਿਹਨੂੰ ਆਮ ਬੋਲੀ 'ਚ ਰਾਉਂਡਾ ਬਾਊਟ ਸੱਦਦੇ ਹੈ। ਸਾਰੇ ਹਿੰਦੁਸਤਾਨ ਤੋਂ ਅਲੱਗ ਸ਼ਹਿਰ ਸੀ, ਪਰ ਸਮਾਂ ਸ਼ਹਿਰ ਲਈ ਮਿਹਰਬਾਨ ਨਹੀਂ ਸੀ। ਹੌਲੀ ਹੌਲੀ ਸ਼ਹਿਰ ਤੇ ਉਹਦੇ ਵਾਸੀ ਨਾਸੂਰ ਭੋਖੜਾ ਨਾਲ ਦੂਸ਼ਿਤ ਹੋ ਗਏ। ਲਾਲਚੀ ਮਨ ਦੀ ਮੈਲ ਤੇ ਵੱਡੀ ਖੋਰੀ ਆਮ ਗੱਲ ਸੀ, ਉੱਪਰ ਤੋਂ ਲੈ ਕੇ ਹੇਠ ਤੱਕ। ਬਾਹਰੋਂ ਬਾਹਰ ਸ਼ਹਿਰ ਵੇਖਣ ਵਾਲੇ ਨੂੰ ਬਹੁਤ ਹੀ ਚੰਗਾ ਲੱਗਦਾ ਸੀ, ਪਰ ਅੰਦਰ ਗੱਲ ਹੋਰ ਸੀ। ਵੈਸੇ ਸ਼ੁਰੂ ਤੋਂ ਹੀ ਇਹ ਗੱਲ ਸੀ, ਦੋ ਰਣਜੀਤਪੁਰ ਸਨ, ਇੱਕ ਮੁਮਤਾਜ, ਇੱਕ ਮੇਰਾ ਸ਼ਹਿਰ ਬਦਕਾਰ। ਮੇਰੇ ਰਣਜੀਤਪੁਰ 'ਚ ਹੇਰਾ ਫੇਰੀ ਆਮ ਸੀ। ਟਾਂਗੇ ਵਾਲਾ ਵੱਡੀ ਮੰਗਦਾ ਸੀ, ਵੰਡਾਵਾ ਵੀ ਹੱਥ ਗਰਮ ਕਰਵਾਉਂਦਾ ਸੀ, ਪੁਲਸੀਆ ਤਾਂ ਗੁੱਸੇ ਹੋ ਜਾਂਦਾ ਸੀ ਜੇ ਚਾਹ ਦੇ ਪੈਸੇ ਨਹੀਂ ਮਿਲਦੇ ਸੀ। ਮੰਤਰੀ ਦੀ ਵੀ ਸੇਵਾ ਕਰਨੀ ਪੈਂਦੀ। ਸਾਰਾ ਸਮਾਂ ਗਰੀਬ ਗੁਰਬੇ ਨੂੰ ਭੁੱਖਾ ਰੱਖਦਾ ਸੀ। ਜਦ ਚੋਣਾਂ ਆਉਂਦੀਆਂ ਤਾਂ ਭੁੱਖੜ ਉਹਨਾਂ ਹੀ ਲੋਕਾਂ ਨੂੰ ਖੂਬ ਰੋਟੀ ਦੇ ਨਸ਼ੇ ਦਵਾ ਕੇ ਵੋਟਾਂ ਲੈ ਜਾਂਦਾ ਸੀ। ਜਨਤਾ ਸੱਚਮੁੱਚ ਖਰਮਗਜ਼ ਹੈ। ਹਰ ਭਾਰਤੀ ਪੈਸੇ ਦੀ ਦੌੜ 'ਚ ਹੈ, ਚੱਜ ਨਾਲ ਕਮਾਉਣ ਲਈ ਨਹੀਂ, ਪਰ ਹਾਸਲ ਕਰਨ ਜਿਵੇਂ ਕਿਵੇਂ ਵੀ। ਮੈਂ ਸ਼ਹਿਰ ਦੇ ਚੰਗੇ ਬੰਦੇ ਵੇਖੇ ਨੇ, ਆਪ ਹੀ ਧੀਆਂ ਲਈ ਬਾਬਲ, ਪਰ ਹੋਰ ਕਿਸੇ ਦੀ ਕੁੜੀ ਦਾ ਮਾਸ ਵੇਚਦੇ। ਇਹ ਤਾਂ ਰੋਜ਼ ਦਾ ਕੰਮ ਹੈ। ਸਾਡੇ ਵਧੀਆ ਰਣਜੀਤਪੁਰ ਵਿੱਚ ਚੰਗੀ ਤਰ੍ਹਾਂ ਮਾਂਜਾ ਫੇਰਦੇ ਆ, ਸੋ ਮੈਂ ਵੀ ਉਹਨਾਂ ਵਾਂਗ ਲੋਕਾਂ ਨੂੰ ਵੰਚਿਤ ਕਰਨਾ ਸਿੱਖ ਗਿਆ। ਸ਼ਹਿਰ 'ਚ ਮੈਨੂੰ ਨਾਨੀ ਨੇ ਆਪਣੇ ਇੱਕ ਭਾਣਜੇ ਕੋਲ ਭੇਜਿਆ ਸੀ। ਸ਼ਹਿਰ ਦੇ 18 ਸੈਕਟਰ ਸਨ। ਉਹਨਾਂ ਦੇ ਆਲੇ ਦੁਆਲੇ 13 ਝੌਪੜ ਪੱਟੀਆਂ ਸੀ, ਪਹਿਲੇ ਅੰਦਰੋਂ ਮੈਲੇ, ਦੂਜੀਆਂ ਬਾਹਰੋਂ। ਨਾਨੇ ਦੇ ਭਾਣਜੇ ਦਾ ਨਾਂ ਬਿੰਦਾ ਸੀ। ਬਿੰਦਾ ਉਹਨਾਂ ਦੋਨਾਂ ਥਾਵਾਂ ਦੇ ਗੱਬੇ 'ਚ ਰਹਿੰਦਾ ਸੀ। ਸੈਕਟਰ 14 ਦੇ ਕੰਢੇ ਮੈਨੂੰ ਮਿਲ ਕੇ ਬਹੁਤ ਖੁਸ਼ ਨਹੀਂ ਸੀ। ਉਹਦੇ ਘਰ ਇੱਕ ਧੀ, ਇੱਕ ਪੁੱਤ ਤੇ ਇੱਕ ਵਿਗਾੜੀ ਵਹੁਟੀ ਸੀ। ਬਿੰਦਾ ਸ਼ਹਿਰ 'ਚ ਅਹੁਦੇਦਾਰ ਸੀ। ਧੀ ਦਾ ਨਾਂ ਸੀ ਸੁਖੀ, ਪੁੱਤਰ ਦਾ ਨਾਂ ਸੀ ਕਰਨ ਤੇ ਰੰਨ ਦਾ ਨਾਂ ਸੀ ਰੂਪ। ਰੂਪ ਕਿੰਨਾ ਆਲੀਸ਼ਾਨ ਸੀ। ਸੀਸ ਖੰਜ਼ੀਰ ਵਰਗਾ ਗੋਲ, ਕੰਨ ਮੱਛੀ ਦੇ ਖੰਭ ਵਾਂਗ ਲੰਬੇ ਤੇ ਚੌੜੇ, ਨੱਕ ਪਿੰਨਾ, ਨਾਸਾਂ ਬੰਦੂਕ ਦੀ ਨਾਲੀਆਂ ਵਾਂਗ ਖੁੱਲੀਆਂ। ਬਿੰਦੇ ਤੋਂ ਵੱਡੀ ਸੀ, ਜਿੰਨੀ ਲੰਬੀ ਓਨੀ ਚੌੜੀ, ਹਾਥੀ ਵਾਂਗ ਤੁਰਦੀ ਸੀ। ਕਰਨ ਵੀ ਬਹੁਤ ਸਜੀਲਾ ਸੀ, ਜ਼ਿੰਦਗੀ 'ਚ ਕਦੀ ਕੰਮ ਕੀਤਾ ਹੀ ਨਹੀਂ ਸੀ। ਸ਼ਕਰਕੰਦੀ ਵਰਗਾ ਰੂਪ, ਰੰਗ ਬੈਂਗਣ ਵਾਂਗ ਪੱਕਾ। ਸੁੱਖੀ ਮਾਂ ਭਰਾ ਤੋਂ ਅਲੱਗ ਲੱਗਦੀ ਸੀ, ਲੰਬੀ ਪਤਲੀ ਅਭਿਮਾਨੀ। ਹਰ ਵੇਲੇ ਪਾਪਾ ਮੁਝੇ ਇਹ ਚਾਹੀਏ ਜਾਂ ਉਹ ਚਾਹੀਏ ਹਮੇਸ਼ਾ ਮਿਲ ਵੀ ਜਾਂਦਾ ਸੀ। ਘਰ 'ਚ ਕਿਸੇ ਨੂੰ ਪੰਜਾਬੀ ਆਉਂਦੀ ਨਹੀਂ ਸੀ, ਹਿੰਦੀ ਤੋਂ ਜ਼ਿਆਦਾ ਅੰਗਰੇਜ਼ੀ ਵੜਦੇ ਸੀ, ਫਿਰ ਵੀ ਆਪਣੇ ਆਪ ਨੂੰ ਪੰਜਾਬੀ ਆਖਦੇ। ਮੈਂ ਤੈਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਤਾਂ ਨੰਬਰ 1 ਘੰਡ ਹਾਂ। ਮੈਂ ਕਾਰੇ ਹਾਰ ਦੀ ਨਜ਼ਰ ਨਾਲ ਸਭ ਕੁਝ ਵੇਖਦਾ। ਸੁੱਖੀ ਨੂੰ ਵੀ ਸਾਰੇ ਟੱਬਰ ਵਾਂਗ ਬਹੁਤ ਸੋਹਣੀ ਤਾਂ ਸੀ ਨਹੀਂ, ਫਿਰ ਵੀ ਇੱਕ ਪਟਾਕਾ ਤਾਂ ਹੈ ਹੀ ਸੀ। ਬੁਰੀ ਨਜ਼ਰ ਨਾਲ ਉਹਦੇ ਸੂਖਮ ਸਰੀਰ ਵੱਲ ਝਾਕਦਾ ਸਾਂ। ਕਿਉਂ ਨਹੀਂ? ਸਾਡੀ ਪੰਜਾਬੀਅਤ ਵਿੱਚ ਤਾਂ ਨਾਰੀ ਹੈ ਹੀ ਕੀ, ਕਿੱਸਿਆਂ 'ਚ ਹੀਰ, ਪਰ ਸੱਚਾਈ 'ਚ ਹੀਂਗਣੀ ਦੀ ਬਾਮ, ਕਲਜੋਗਣ ਜਿਹਨੂੰ ਆਦਮੀ ਦੀ ਅੱਗ ਝੱਲਣੀ ਪੈਂਦੀ ਹੈ।
ਪੋਥੀ 'ਚ ਜੋ ਮਰਜ਼ੀ ਲਿਖਿਆ ਹੋਵੇ, ਸੱਚ 'ਚ ਤਾਂ ਅਸੀਂ ਮਾਂ ਭੈਣ ਨਹੀਂ ਸਮਝਦੇ, ਨਾ ਹੀ ਸਮਝੇ ਜਾਂਦੇ ਹਾਂ। ਔਰਤ ਸਾਡਾ ਖਿਡੌਣਾ ਹੈ, ਕਨੀਜ਼ ਹੈ। ਸੋ ਮਾਂ ਭੈਣ ਦੇ ਸਾਹਮਣੇ ਆਪਣੇ ਆਪ ਨੂੰ ਤੂੰ ਜਿੰਨਾ ਵੀ ਚੰਗਾ ਦਿਖਾਏ, ਸੱਚ ਤਾਂ ਇਹੀ ਹੈ, ਬੰਦਿਆ ਤੂੰ ਮੇਰੇ ਵਰਗਾ ਹੀ ਹੈ। ਮੈਂ ਸੁੱਖੀ ਨੂੰ ਚਾਹੁੰਦਾ ਸੀ, ਭਾਵੇਂ ਨਾਨੀ ਦੇ ਭਾਣਜੇ ਦੀ ਕੁੜੀ ਸੀ। ਫਿਰ ਵੀ ਉਹਨਾਂ ਦਿਨਾਂ 'ਚ ਮੈਂ ਬਿੰਦੇ ਤੋਂ ਡਰਦਾ ਸੀ। ਕਿਉਂ ਨਹੀਂ? ਬਿੰਦਾ ਭਾਵੇਂ ਲਿੱਸਾ ਜਿਹਾ ਸੀ, ਮੂੰਹ ਸੁੰਨ ਮੁੰਨ, ਘਰ ਵਾਲੀ ਮੂੰਹ ਫੱਟ ਸੀ, ਤੇ ਦੇਖਣ 'ਚ ਹਮੇਸ਼ਾ ਤੁਰਦਾ ਜਿਵੇਂ ਦੁਨੀਆ ਦਾ ਸਾਰਾ ਬੋਝ ਉਹਦੇ ਮੋਢਿਆਂ ਤੇ ਸੀ। ਪਰ ਆਵਾਜ਼ ਹੰਟਰ ਵਾਂਗ ਸ਼ੂਕਦੀ ਸੀ, ਸਭ ਨੂੰ ਡਰਾ ਦਿੰਦਾ ਸੀ। ਗਰਮ ਨਰਮ ਸੁਭਾਅ ਸੀ ਉਹਦਾ। ਉਹਦੇ ਘਰ ਦੀ ਬੈਠਕ 'ਚ ਇੱਕ ਜਲ ਪਿੰਜਰ ਸੀ, ਜਿਸ 'ਚ ਮੱਛੀਆਂ ਦਾ ਰੰਗ ਬਿਰੰਗਾ ਝੁੰਡ ਤਰਦਾ ਸੀ। ਕੱਚ ਦੇ ਜਦ ਪਿੱਛੇ ਖਲੋਂਦਾ, ਉਹਦਾ ਸਿਰ ਅਪਰਿਵਰਤਨ ਨਾਲ ਵੱਡਾ ਹੋ ਜਾਂਦਾ ਸੀ, ਜਿਵੇਂ ਸੱਪ ਦੀ ਛੱਜਲੀ ਖੁੱਲ ਜਾਂਦੀ ਆ। ਮੈਂ ਪਹਿਲੀ ਵਾਰ ਇਸ ਤਰ੍ਹਾਂ ਉਹਨੂੰ ਬੈਠਕ ਵਿੱਚ ਮਿਲਿਆ ਸੀ। ਜਲ ਪਿੰਜਰ ਦੇ ਕੱਚ ਪਿੱਛੇ ਅੱਖਾਂ ਚੌੜੀਆਂ ਸਨ, ਕਰਕੇ ਲੱਗਾ ਜਿੰਜ ਮੇਰੇ ਵਿੱਚ ਵੜ ਗਈਆਂ ਹੋਣ। ਪਰ ਇਹ ਡਰ ਬਹੁਤੀ ਦੇਰ ਲਈ ਰਿਹਾ ਨਹੀਂ। ਮੈਨੂੰ ਪਤਾ ਲੱਗ ਗਿਆ ਕਿ ਉਸ ਕੋਲ ਗਸ਼ਤੀ ਰੱਖੀ ਸੀ, ਜਿਹਨੂੰ ਮਰਜ਼ੀ ਨਾਲ ਘਰ ਵਿੱਚ ਲੈ ਕੇ ਆਉਂਦਾ ਸੀ, ਜਦ ਸਾਰੇ ਸੁੱਤੇ ਹੋਏ ਹੁੰਦੇ ਸੀ। ਪਰ ਮੈਂ ਉਹਨੂੰ ਵੇਖ ਲਿਆ ਚੋਰ ਅੱਖ ਨਾਲ। ਇਸ ਤਰ੍ਹਾਂ ਘਰ ਦੇ ਸਾਰੇ ਭੇਤ ਪਾ ਲਏ। ਬਾਅਦ 'ਚ ਬਹੁਤ ਫਾਇਦਾ ਉਠਾਇਆ ਜਦ ਮੈਂ ਬਲੈਕਮੇਲ ਕੀਤਾ। ਇਹਦਾ ਨਤੀਜਾ ਇਹ ਹੋਇਆ ਸੀ, ਮੈਨੂੰ ਸੁੱਖੀ ਮਿਲ ਗਈ, ਇੱਕ ਰਾਤ ਲਈ। ਉਹਦੀ ਕੁੜਮਾਈ ਦੀ ਰਾਤ ਲਈ ਉਹ ਮੇਰੀ ਸੀ। ਬਿੰਦੇ ਨੂੰ ਵੀ ਚੁੱਪ ਰਹਿਣਾ ਪਿਆ, ਕਿਉਂਕਿ ਉਸ ਵੇਲੇ ਮੈਨੂੰ ਪੂਰਾ ਪਤਾ ਸੀ ਕਿ ਉਹਦੇ ਪੈਸੇ ਕਿੱਥੋਂ ਆਉਂਦੇ ਸੀ। ਪਰ ਇਸ ਸਭ ਤੋਂ ਪਹਿਲਾਂ ਜਦ ਉਹਨੇ ਜਲ ਪਿੰਜਰ ਪਿੱਛੇ ਖੜ ਕੇ ਮੇਰੇ ਵੱਲ ਸੇਲ ਆਈ, ਉਹਨੇ ਸੋਚਿਆ ਮੈਂ ਉਸ ਮੁੰਡੇ ਨੂੰ ਘਰ 'ਚ ਨਹੀਂ ਰੱਖਣਾ। ਮੈਨੂੰ ਪੱਖੀ ਵਾਸ ਵਾਂਗ ਬਿਹਾਰੀ ਨੌਕਰਾਂ ਨਾਲ ਇੱਕ ਝੌਂਪੜ 'ਚ ਪਾ ਦਿੱਤਾ। ਕੋਈ ਬਾਰੀ ਨਹੀਂ ਸੀ, ਦਰ 'ਚ ਡੋਰ ਨਹੀਂ ਸੀ। ਇੱਕ ਮੰਜਾ ਸੀ ਜਿੱਤੇ ਲਾਲੂ ਪੈਂਦਾ ਸੀ, ਉਹਦੀ ਬੀਵੀ, 7 ਨੰਗੇ ਬੱਚੇ ਤੇ ਮੈਂ ਫਰਸ਼ ਤੇ ਪੈਂਦੇ ਸੀ। ਕਿਰਲੀਆਂ ਦੀ ਫੌਜ ਆਸ-ਪਾਸ ਇੱਧਰ-ਉੱਧਰ ਨੱਠੀ ਫਿਰਦੀ ਸੀ। ਬਿੰਦੇ ਦੇ ਬੱਚੇ ਸਕੂਲ ਗਏ, ਮੈਂ ਘਰ ਰਹਿ ਕੇ ਨੌਕਰੀ ਕੀਤੀ। ਮੈਂ ਤਾਂ ਲਾਲੂ ਦਾ ਨਫ਼ਰ ਬਣ ਗਿਆ। ਇਹ ਸੀ ਮੇਰੇ ਨਾਨੇ ਤੋਂ ਆਜ਼ਾਦੀ। ਜਦ ਵੀ ਮੈਨੂੰ ਬੁਲਾਉਣਾ, ਬਿੰਦਾ ਮੁੰਡੂ ਕਹਿੰਦਾ ਸੀ, ਮੇਰਾ ਨਾਂ ਨਹੀਂ ਲੈਂਦਾ ਸੀ। ਮੁੰਡੂ ਆਹ ਕਰ, ਮੁੰਡੂ ਇਹ ਲਿਆ, ਮੁੰਡੂ ਮਾਂ ਦਾ ਟਕਾ। ਮੇਰੇ ਲਈ ਤਾਂ ਬੇਅੰਤ ਪਿਆਰ ਸੀ। ਮੈਂ ਕਰਨ ਦੀਆਂ ਕਿਤਾਬਾਂ ਚੋਰੀ ਕਰਕੇ ਪੜ੍ਹਦਾ ਸੀ। ਜਦ ਮੈਂ ਥੋੜ੍ਹਾ ਜਿਹਾ ਵੱਡਾ ਹੋ ਗਿਆ, ਮੈਂ ਕੰਧ ਕੁੱਦ ਕੇ ਝੌਂਪੜ 'ਚ ਜਾ ਪੁੱਜਿਆ। ਇੱਥੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਇੱਥੇ ਇੱਕ ਚੰਗੇ ਬੁੜੇ ਨੇ ਮੈਨੂੰ 35 ਪੜ੍ਹਨੀ ਸਿਖਾਈ। ਇੱਥੇ ਤਾਸ਼ ਖੇਡਣ ਵਾਲੇ ਟੋਲੇ ਨੇ ਜੂਏਬਾਜ਼ੀ ਸਿਖਾਈ। ਇੱਥੇ ਬੇਸੁਆਵਾਂ ਨੇ ਆਦਮੀ ਦੀ ਚੰਗੀ ਹਜਾਮਤ ਕਰਨੀ ਸਿਖਾਈ। ਜੋ ਇੱਥੇ ਨਹੀਂ ਸਿੱਖਿਆ, ਲਾਲੂ ਤੋਂ ਸਿੱਖ ਲਿਆ ਤੇ ਬਿੰਦੇ ਨੂੰ ਤਾੜ ਕੇ ਸਮਝ ਲਿਆ। ਬਿੰਦਾ ਨੰਬਰ 1 ਸ਼ੈਤਾਨ ਸੀ, ਸਾਡੀ ਸਰਕਾਰ ਦਾ ਨੌਕਰ ਤਥਾ ਦਾਦੇ ਦਾ ਦਾਦਾ। ਆਹੋ ਝੌਂਪੜੀ ਦਾ ਕਰਤਾ ਧਰਤਾ ਸੀ, ਝੌਂਪੜ ਨੂੰ ਦਬਾਉਣ ਵਾਲਾ ਸੀ, ਬਿੰਦੇ ਦਾ ਅਸਲੀ ਸਾਹਿਬ। ਕੁਝ ਰਾਤਾਂ ਬਿੰਦਾ ਅੱਧੀ ਰਾਤ ਹਨੇਰੇ 'ਚ ਉਹਨੂੰ ਮਿਲਣ ਜਾਂਦਾ ਸੀ। ਮੈਂ ਮਗਰ ਚੁਪਕੇ ਜਾ ਕੇ ਕਿਸੇ ਘਚੋਰ 'ਚ ਲੁੱਕ ਕੇ ਤਾੜਦਾ ਸੀ। ਦਾਦਾ ਕਹਿੰਦਾ ਸੀ ਝੌਂਪੜ 'ਚ, ਪਰ ਹਵੇਲੀ 'ਚ ਰਹਿਣ ਵਾਲੇ ਉਹਦੀਆਂ ਉਂਗਲੀਆਂ ਤੇ ਨੱਚਦੇ ਸੀ। ਹਾਂ, ਮੇਰੀ ਤਰਬੀਅਤ ਐਸੀ ਸੀ, ਕਰਨ ਤੋਂ ਜ਼ਿਆਦਾ ਇਲਮ ਸੀ ਦੁਨੀਆ ਬਾਰੇ। ਕਰਨ ਤੇ ਸੁੱਖੀ ਸ਼ਹਿਰ ਦੀ ਅੱਛੀ ਪਾਠਸ਼ਾਲਾ 'ਚ ਪੜ੍ਹਦੇ ਸਨ, ਪਰ ਮੈਂ ਝੌਂਪੜ ਦੀ ਗੰਦੀ ਗਲੀ 'ਚ ਬਹਿ ਕੇ ਆਸ-ਪਾਸ ਵੇਖ ਕੇ ਸਭ ਕੁਝ ਸਿੱਖ ਗਿਆ। ਪੜ੍ਹਾਈ ਦੀਆਂ ਕਿਤਾਬਾਂ ਵੀ ਚੋਰੀ ਕਰਕੇ ਮਿਲ ਜਾਂਦੀਆਂ ਸੀ। ਇੱਕ ਵਾਰ ਕਰਨ ਨੂੰ ਬਿੰਦੇ ਨੇ ਸਵਾਲ ਪੁੱਛਿਆ, ਉਹਨੂੰ ਜਵਾਬ ਨਹੀਂ ਆਇਆ। ਮੈਂ ਸਹੀ ਜਵਾਬ ਫਰਮਾਇਆ। ਵਾਹ, ਖਿੱਚ ਪਿਓ ਨੇ ਆਪਦੇ ਮੁੰਡੇ ਦੇ ਰੱਜ ਕੇ ਹੱਡ ਸੇਕੇ। ਵੈਸੇ ਮੈਂ ਕਰਨ ਵੱਲ ਬਹੁਤ ਅਨਾਚਾਰ ਸੀ। ਇੱਕ ਵਾਰ ਸੜਕ ਦੇ ਲੌਂਡਿਆਂ ਨੇ ਉਹਨੂੰ ਇੱਕ ਬੰਦ ਗਲੀ 'ਚ ਘੇਰ ਲਿਆ। ਮੈਂ ਸੌਖੀ ਤਰ੍ਹਾਂ ਮਦਦ ਕਰ ਸਕਦਾ ਸੀ, ਪਰ ਚੁੱਪ-ਚਾਪ ਦੂਰੋਂ ਤਮਾਸ਼ਾ ਵੇਖੀ ਗਿਆ। ਹੋਰ ਸਭ ਦੇ ਵੱਡੇ ਮੁੰਡੇ ਨੇ ਬਦਕਾਰੀ ਕੀਤੀ ਉਹਦੇ ਨਾਲ, ਮੈਂ ਫੇਰ ਵੀ ਖੜਾ ਰਿਹਾ। ਐਨ ਅਖੀਰ ਤੇ ਮਦਦ ਕੀਤੀ, ਮੁੰਡਿਆਂ ਨੂੰ ਕੁੱਟ ਕੇ ਬਦਮਾਸ਼ੀ ਤੇ ਠੱਲ ਪਾਤੀ। ਪਰ ਅੰਦਰੋਂ ਕਰਨ ਨੂੰ ਸਮਝ ਸੀ ਕਿ ਮੈਂ ਨੇੜੇ-ਤੇੜੇ ਸੀ ਤੇ ਹੁਣ ਤੱਕ ਗੂੰਗਾ ਬਣਿਆ ਸੀ। ਮੇਰੇ ਨਾਲ ਉਸ ਤੋਂ ਬਾਅਦ ਬਹੁਤ ਦੇਰ ਲਈ ਬੋਲਿਆ ਨਹੀਂ। ਆਪਦੀ ਸ਼ਰਮ ਨਾਲ ਚੁੱਪ-ਚਾਪ ਚੁੱਕ ਕੇ ਆਪਦੀ ਛਾਤੀ ਤੇ ਪੱਥਰ ਰੱਖਿਆ। ਜਦ ਸੁੱਖੀ ਨਾਲ ਮੈਂ ਮੰਜਾ ਸਾਂਝਾ ਕੀਤਾ, ਉਹਦਾ ਚਿੱਤ ਕੀਤਾ ਮੈਨੂੰ ਮਾਰਨ ਲਈ, ਪਰ ਉਸਨੇ ਨੂੰ ਵਾਂਗ ਜੀਭ ਦੰਦਾਂ ਹੇਠ ਲਈ ਰੱਖੀ। ਮੈਂ ਤੇ ਬਿੰਦੇ ਦਾ ਟੱਬਰ ਵਾਂਢੇ ਹੋ ਗਏ, ਪਰ ਇਹ ਤਾਂ ਹਾਲੇ ਅੱਗੇ ਦੀ ਗੱਲ ਹੈ। ਦਾਦਾ ਦੀ ਅੱਖ ਮੈਂ ਫੜ ਲਈ ਸੀ। ਸ਼ੁਰੂ ਤੋਂ ਮੈਂ ਨਿੱਕੇ-ਨਿੱਕੇ ਕੰਮ ਕੀਤੇ, ਪੁਲਿਸ ਨੂੰ ਗਲਤ ਬਿਆਨ ਦਿੱਤੇ, ਕਿਸੇ ਗਰੀਬ ਇਮਾਨਦਾਰ ਦੁਕਾਨਦਾਰ ਦੀਆਂ ਬਾਰੀਆਂ ਭੰਨੀਆਂ ਤੇ ਫੀਮ ਵੇਚੀ। ਪਰ ਜਦ ਬਿੰਦੇ ਦੇ ਬੌਸ ਨੇ ਝੌਂਪੜ ਸਵਾਰਨ ਦੀ ਕੋਸ਼ਿਸ਼ ਕੀਤੀ, ਝਗੜਾ ਸ਼ੁਰੂ ਹੋ ਗਿਆ। ਬਿੰਦੇ ਤੋਂ ਬੌਸ ਸੰਭਾਲ ਨਹੀਂ ਹੋਇਆ। ਪੁਲਿਸ ਦਾਦੇ ਦੀ ਜੇਬ 'ਚ ਤਾਂ ਸੀ, ਪਰ ਬੌਸ ਦਾ ਖਾਸ ਮਿੱਤਰ ਇੱਕ ਮੰਤਰੀ ਸੀ, ਧਰਮ ਸ਼ਰਮਾ।
ਸ਼ਰਮਾ ਚੀੜਾ ਜਿਹਾ ਸੀ, ਦਾਦੇ ਦੇ ਮਗਰ ਪੈ ਗਿਆ। ਪਰ ਜਦ ਆਦਮੀ ਦਾਦੇ ਦੇ ਮਗਰ ਜਾਂਦਾ, ਫਿਰ ਸਾਰੇ ਉਹਦੇ ਖਿਲਾਫ ਹੋ ਜਾਂਦੇ, ਕਿਉਂਕਿ ਹਰ ਬੰਦਾ ਦਾਦੇ ਦਾ ਨਮਕ ਖਾਰ ਸੀ। ਫਿਰ ਵੀ ਸ਼ਰਮੇ ਕਰਕੇ ਕੁਝ ਧੰਦੇ ਬੰਦ ਹੋ ਗਏ। ਪਰ ਸ਼ਰਮੇ ਦੀ ਕਮਜ਼ੋਰੀ ਸੀ। ਹਰ ਵੱਡੇ ਬੰਦੇ ਕੋਲ ਘੱਟ ਤੋਂ ਘੱਟ ਇੱਕ ਖੀਣਤਾ ਹੁੰਦੀ ਹੈ। ਸ਼ਰਮਾ ਹੁਸਨ ਪ੍ਰਸਤੀ ਸੀ। ਵਿਆਹਿਆ ਭਾਵੇਂ ਹੋਏਗਾ, ਪਰ ਇੱਕ ਧੰਦਾ ਕਦੀ ਨਹੀਂ ਬੰਦ ਕਰਦਾ ਸੀ, ਕੰਜਰਖਾਨਾ। ਸਾਰੇ ਸ਼ਹਿਰ ਦੀਆਂ ਛੱਲਾਂ ਕੋਠੀਆਂ ਦਾਦੇ ਦੀਆਂ ਸਨ। ਮੇਰਾ ਪਹਿਲਾ ਕਤਲ ਸ਼ਰਮੇ ਨੂੰ ਫਸਾਉਣ ਲਈ ਸੀ। ਉਹਨੂੰ ਨਹੀਂ ਮਾਰਨਾ ਸੀ, ਪਰ ਉਹਨੂੰ ਦਾਦੇ ਦਾ ਆਭਾਰੀ ਬਣਾਉਣਾ ਸੀ। ਮੰਤਰੀ ਦਾ ਮੁੱਲ ਬਹੁਤ ਸੀ। ਦਾਦੇ ਦੇ ਹੱਥ ਆਵੇ ਤਾਂ ਦਾਦਾ ਕਾਫੀ ਜ਼ੋਰਾਵਰ ਹੋ ਸਕਦਾ ਸੀ। ਤਾਕਤ ਵਾਲਾ ਬੰਦਾ ਰਿਣੀ ਹੋਏਗਾ। ਕਿਉਂ? ਕਿਉਂਕਿ ਮੇਰਾ ਕੰਮ ਸੀ, ਜਦ ਸ਼ਰਮੇ ਨੂੰ ਨੀਂਦ ਆ ਗਈ, ਉਹਦੇ ਨਾਲ ਪਈ ਨਵ ਯੁਵਤੀ ਦਾ ਗਲਾ ਚੀਰਨਾ। ਜਦ ਸਵੇਰੇ ਸ਼ਰਮਾ ਉੱਠੂਗਾ, ਉਹਨੂੰ, ਕਿਉਂਕਿ ਉਸੇ ਕੁੜੀ ਨੇ ਦੱਸਿਆ ਸੀ ਕਿ ਉਹਨੂੰ ਸ਼ਰਾਬੀ ਕਰਨਾ ਸੀ, ਪਤਾ ਨਹੀਂ ਲੱਗਣਾ ਕੀ ਹੋਇਆ। ਆਸ-ਪਾਸ ਸਭ ਕੁਝ ਖੂਨ 'ਚ ਲੱਥਪੱਥ ਹੋਏਗਾ। ਉਹਨੂੰ ਲੱਗਣਾ ਉਹਨੇ ਕੀਤਾ। ਦਾਦੇ ਦੇ ਆਦਮੀ ਆ ਕੇ ਦੱਸੂਗੇ ਕਿ ਇਹ ਸਾਡੀ ਕੋਠੀ ਹੈ ਤੇ ਅਸੀਂ ਸਭ ਕੁਝ ਸੰਭਾਲਾਂਗੇ। ਇਹ ਸੀ ਜੁਗਤ। ਇਹ ਜਨਾਨੀ ਮੇਰਾ ਪਹਿਲਾ ਸ਼ਿਕਾਰ ਸੀ। ਗੁੰਡੇ ਲੋਕ ਕਹਿੰਦੇ ਨੇ ਕਿ ਪਹਿਲੀ ਵਾਰ ਕਿਸੇ ਦੀ ਜਾਨ ਲੈਣੀ ਔਖੀ ਹੁੰਦੀ ਹੈ। ਉਸ ਦਿਨ ਮੇਰਾ ਹਾਲ ਹੋਰ ਹੀ ਸੀ। ਜੀ ਕਾਹਲਾ ਪੈਂਦਾ ਸੀ। ਉਹਦਾ ਮੂੰਹ ਵੇਖ ਕੇ ਬਿਲਕਦਾ ਸੀ, ਨਾਲੇ ਨਾਲ ਬੁਖਾਰ ਦੀ ਲਹਿਰ ਨਾੜਾਂ 'ਚ ਦੌੜਦੀ ਸੀ। ਪੇਟ 'ਚ ਮਰੋੜ ਵੱਟ ਪੈਂਦੇ ਸੀ। ਡਰਦਾ ਵੀ ਸੀ, ਨਿਹਾਲ ਵੀ ਸੀ। ਕੁੜੀ ਵੱਲ ਦੇਖ ਕੇ ਹੜਾਹਟ ਨਿਕਲਦਾ ਸੀ। ਮਨ ਅਜਿਹਾ ਪਿਆ ਸੀ ਕਿਸੇ ਦੀ ਜਾਨ ਲੈਣ ਲੱਗਾ ਸੀ। ਪਰ ਫਿਰ ਵੀ ਉਸ ਵੇਲੇ ਮੈਂ ਹਾਲੇ ਨੱਢਾ ਸੀ ਤੇ ਪੂਰੀ ਸਮਝ ਨਹੀਂ ਸੀ ਨੈਤਿਕਤਾ ਬਾਰੇ। ਸ਼ਰਮਾ ਪਲੰਗ 'ਚ ਪਿਆ ਸੀ, ਸੁੱਤਾ ਹੋਇਆ, ਅਚੇਤ, ਖਰਾਟੇ ਮਾਰਦਾ। ਮੈਂ ਨੇੜਲੇ ਪਾਸੇ ਖੜਾ ਸੀ, ਜਿਸ ਪਾਸੇ ਮੇਰੇ ਸਾਹਮਣੇ ਕੁੜੀ ਪਈ ਸੀ, ਬੇਖਬਰ। ਕੰਬਲ ਅੱਧਾ ਪਿੰਡੇ ਦੇ ਉੱਪਰ ਸੀ, ਅੱਧਾ ਸ਼ਰਮੇ ਉੱਤੇ ਸੀ। ਕੰਬਲ ਜਾਂ ਖੱਫਣ। ਯਾਦ ਆ ਗਿਆ, ਮੈਂ ਇੱਥੇ ਕਿਉਂ ਖੜਾ ਸੀ। ਮੇਰੇ ਹੱਥ 'ਚ ਉਸਤਰਾ ਸੀ, ਜਿਹਦੀ ਧਾਰ ਮੇਰੀਆਂ ਅੱਖਾਂ ਤੇ ਉਹਦੇ ਚਿਹਰੇ ਵਿਚਾਲੇ ਸੀ, ਘੁੰਡ ਵਾਂਗ। ਇਹਦੇ ਪਿੱਛੇ ਉਹਦੀਆਂ ਬੰਦ ਅੱਖਾਂ ਦਿਸਦੀਆਂ। ਜੇ ਖੁੱਲੀਆਂ, ਮੈਂ ਸੋਚਦਾ ਸੀ, ਮੂਨ ਦੀਆਂ ਆਹੂ ਚਸ਼ਮ ਵਰਗੀਆਂ ਹੋਣਗੀਆਂ। ਹੱਥ ਹੇਠ ਕਰ ਲਿਆ ਸੀ, ਪੂਰੀ ਸ਼ਕਲ ਦਿਸਦੀ ਸੀ। ਸੋਝਮਈ ਸੂਰਤ, ਰੰਗ ਚਿੱਟਾ ਦੁੱਧ, ਨੱਕ ਤਿੱਖਾ, ਹੋਠ ਗੁਲਾਬ ਵਰਗੇ। ਸਿਰਹਾਣੇ ਉੱਤੇ ਵਾਲ ਖਿਲਰੇ ਸਨ, ਜਿਵੇਂ ਖਿੱਲਰਵੀਂ ਮੋਰਨੀ ਹੋਵੇ। ਜਿਸਮ ਬੇਨਕਾਬ ਸੀ, ਉਹਦੇ ਲੱਕ ਤੱਕ। ਫਿਰ ਗਿਲਾਫ ਹੇਠੋਂ ਲੱਤਾਂ ਬਾਹਰ ਨਿਕਲਦੀਆਂ ਸਨ। ਜਿੰਜ ਦੋ ਰਮਣੀਕ ਟਿੱਲੇ ਸਨ। ਗੋਡੇ ਸ਼ੀਰਸ਼ ਵਾਂਗ, ਪਿੰਨੀਆਂ ਮੇਰੇ ਵੱਲ ਉਤਰਦੀਆਂ। ਟਿਕਟਿਕੀ ਲਾ ਕੇ ਹਿੱਕ ਵੱਲ ਕੈਰੀ ਅੱਖ ਲਾਈ। ਫਿਰ ਉਹਦੇ ਮੂੰਹ ਵੱਲ ਦੀਦੇ ਪਾੜ ਕੇ ਵੇਖਿਆ। ਇਹਨੂੰ ਕਿੰਜ ਮਾਰ ਸਕਦਾ? ਪਰ ਇਹ ਸੋਚ ਤਾਂ ਕੇਵਲ ਪਲ ਲਈ ਦਿਮਾਗ 'ਚ ਆਈ। ਮੈਨੂੰ ਮਾਰਨੀ ਪੈਣੀ ਹੈ। ਜੇ ਕਤਲ ਨਹੀਂ ਕੀਤਾ, ਦਾਦੇ ਨੇ ਮੈਨੂੰ ਮਰਵਾ ਦੇਣਾ। ਮੈਨੂੰ ਮੇਰੀ ਜਾਨ ਇਹਦੀ ਜਾਨ ਤੋਂ ਪਿਆਰੀ ਹੈ। ਵਿਚਾਰੀ ਕੁੜੀ ਜਦ ਨਿੱਕੀ ਸੀ, ਕਿਸੇ ਦੇ ਘਰੋਂ ਚੁੱਕੀ ਹੋਏਗੀ। ਹੁਣ ਦਾਦੇ ਲਈ ਇਹ ਮੰਤਰੀ ਨਾਲ ਸੁੱਤੀ, ਤੇ ਮੈਂ ਇਹਨੂੰ ਮਾਰਨ ਲੱਗਾ ਦਾਦੇ ਲਈ। ਹੁਣ ਤਾਂ ਇੱਕ ਕਸਬੀ ਹੈ, ਜਿਹਦਾ ਕਿਸੇ ਨੇ ਪੁੱਛਣਾ ਨਹੀਂ ਸੀ, ਕਿਸੇ ਨੇ ਚਿੰਤਾ ਨਹੀਂ ਸੀ ਕਰਨੀ, ਜਾਂ ਸੋਚਣਾ ਨਹੀਂ ਸੀ ਇਸ ਬਾਰੇ। ਕੀ ਪਤਾ ਕਿਤੇ ਮਾਂ ਹੋਏਗੀ ਜਿਹੜੀ ਪਿੱਟਦੀ ਹੈ ਇਸ ਲਈ। ਕੀ ਪਤਾ ਮੈਂ ਚੁੱਪਚਾਪ ਪਲੰਗ ਕੋਲ ਚਲਾ ਗਿਆ, ਇੱਕ ਝਟਕੇ ਨਾਲ ਉਸਤਰੇ ਨਾਲ ਲੰਬੇ ਗਲੇ ਨੂੰ ਵੱਢਤਾ। ਸੁੱਤੀ ਪਈ ਨੂੰ ਪਤਾ ਵੀ ਨਹੀਂ ਲੱਗਿਆ। ਮੇਰੇ ਮੂੰਹ ਤੇ ਕੱਟੇ ਕੰਠ ਤੋਂ ਲਾਲ ਲਾਲ ਛਿੱਟੇ ਡੋਲ ਦਿੱਤੇ। ਗੁੰਡੇ ਲੋਕ ਕਹਿੰਦੇ ਨੇ ਕਿ ਦੂਜੀ ਬਾਰੇ ਸੌਖਾ ਹੁੰਦਾ ਤੇ ਉਸ ਤੋਂ ਬਾਅਦ ਉਹ ਤੋਂ ਵੀ ਆਸਾਨ। ਗੱਲ ਸਹੀ ਹੈ। ਹਾਲੇ ਤੱਕ ਇਹਦਾ ਹੀ ਖੂਨ ਹੀ ਯਾਦ ਹੈ, ਹੋਰ ਨਹੀਂ। ਜਦ ਸ਼ਰਮਾ ਉੱਠਿਆ, ਉਹਨੂੰ ਸਮਝ ਨਹੀਂ ਸੀ ਕੀ ਹੋਇਆ। ਰੋਣ ਲੱਗ ਪਿਆ। ਉਹਨੂੰ ਸੱਚਮੁੱਚ ਲੱਗਿਆ ਉਹਨੇ ਭਾਗਹੀਣ ਕੁੜੀ ਮਾਰੀ ਸੀ, ਮਦਹੋਸ਼ ਵਿੱਚ, ਰਾਤ ਕਾਮ ਕ੍ਰੀੜਾ ਵਿੱਚ। ਜਦ ਕਤਲ ਦਾ ਪਾਪ ਕੀਤਾ, ਫੇਰ ਤਾਂ ਹੋਰ ਸਭ ਪਾਪ ਕੀ ਹੁੰਦੇ ਆ। ਹੁਣ ਦੋਹਾਂ ਲਈ ਕੰਮ ਕਰਦਾ ਸੀ, ਬਿੰਦੇ ਲਈ ਤੇ ਦਾਦੇ ਲਈ। ਹੌਲੀ ਹੌਲੀ ਬਿੰਦੇ ਨੇ ਘਰੋਂ ਕੱਢ ਦਿੱਤਾ ਤੇ ਮੈਂ ਝੌਂਪੜ 'ਚ ਪੱਕਾ ਰਹਿਣ ਲੱਗ ਪਿਆ। ਹਾਰ ਕੇ ਖੁਦ ਦਾਦੇ ਲਈ ਕੰਮ ਕਰਨ ਲੱਗ ਪਿਆ ਸੀ। ਚੋਰੀ, ਭੜੂਆ ਤੇ ਹੇਰਾ ਫੇਰੀ। ਸਮਾਜ ਤਾਂ ਤਿਆਰ ਸੀ ਰਿਸ਼ਵਤ ਦੇ ਕੇ ਆਪਦੇ ਕੰਮ ਕਰਾਉਣ ਵਾਸਤੇ। ਮੈਨੂੰ ਲੱਗਦਾ ਸੱਚੇ ਦਿਲ ਵਾਲੇ ਤਾਂ ਪੰਜਾਬ ਤੋਂ ਬਹੁਤ ਸਮੇਂ ਪਹਿਲਾਂ ਹੀ ਤਿੱਤਰ ਹੋ ਗਏ। ਹੁਣ ਤਾਂ ਸਾਡੇ ਵਰਗਿਆਂ ਦਾ ਰਾਜ ਸੀ। ਵੈਸੇ ਮੁਗਲਾਂ ਹੇਠ ਇੰਜ ਕੀਤਾ, ਗੋਰਿਆਂ ਹੇਠ ਤਾਂ ਹਾਲੇ ਵੀ ਕਰਦੇ ਨੇ। ਮਨਸੂਬੇਦਾਰੀ ਸੈੱਟ ਹੀ ਇਸ ਤਰੀਕੇ ਨਾਲ ਕੀਤੀ ਗਈ ਸੀ ਇੰਡੀਆ 'ਚ। ਸਰਕਾਰ ਜੋ ਮਰਜ਼ੀ ਹੋਵੇ, ਉਸ ਉੱਤੇ ਇਲਜ਼ਾਮ ਲਾਉਣਾ ਹੀ ਲਾਉਣਾ ਹੈ। ਪਰ ਅਸਲੀ ਰਾਜ ਸਾਡੇ ਵਰਗੇ ਕਰਦੇ ਨੇ। ਆਜ਼ਾਦੀ ਬਾਅਦ ਵੀ ਲੋਕ ਨਹੀਂ ਆਜ਼ਾਦ ਹੋਏ, ਸਿਰਫ ਅਸੀਂ ਤੇ ਸਾਡੇ ਚਮਚੇ, ਮੰਤਰੀ, ਪੁਜਾਰੀ ਆਦਿ। ਦਾਦਾ ਕਿਸ ਤਰ੍ਹਾਂ ਦਾ ਬੰਦਾ ਸੀ, ਮੈਂ ਜ਼ਾਹਰ ਕਰਦਾ। ਦਾਦੇ ਦਾ ਅੱਡਾ ਝੌਂਪੜ ਦੇ ਵਿਚਾਲੇ ਜਿਹੀ ਸੀ। ਬਾਹਰੋਂ ਖਸਤਾ ਹਾਲ ਕਾਰਖਾਨਾ ਸੀ, ਉੱਪਰੋਂ ਦਾਦਾ ਲੱਕੜ ਦਾ ਵਪਾਰੀ ਸੀ। ਜਦ ਮੈਂ ਉਹਨੂੰ ਮਿਲਣ ਜਾਂਦਾ,
ਮੁੱਖ ਬੂਹੇ ਚੋਂ ਲੰਘਦਾ ਸੀ। ਆਲੇ ਦੁਆਲੇ ਫਰਨਾਈਆਂ ਲੱਕੜਾਂ ਤੇ ਮੁੱਛਾਂ ਪਾਉਂਦੀਆਂ ਸਨ। ਆਰੀਆਂ ਦੰਦਾਂ ਨਾਲ ਕਾਠ ਕੱਟਦੀਆਂ। ਸੁਣਨ ਚ ਆਇਆ ਸੀ ਕਿ ਕਈ ਵਾਰ ਆਦਮੀ ਵੀ ਲੱਕੜਾਂ ਤੇ ਬੰਨ੍ਹ ਕੇ ਇੰਝ ਮਾਰੇ ਜਾਂਦੇ। ਪਰ ਮੈਂ ਇਸ ਬਿਜ਼ੀ ਥਾਈਂ ਲੰਘ ਕੇ ਪਿੱਛੇ ਚਲਿਆ ਜਾਂਦਾ ਜਿੱਥੇ ਦਾਦੇ ਦਾ ਦਫ਼ਤਰ ਸੀ। ਇਹਦੇ ਦਰ ਪਹੁੰਚਣ ਤੋਂ ਪਹਿਲਾਂ ਉਹਦੇ ਚੌਕੀਦਾਰ ਮੇਰੀ ਤਲਾਸ਼ੀ ਲੈਂਦੇ ਸੀ, ਨਾਲੇ ਨਾਲ ਮੇਰੇ ਤੇ ਹੱਸਦੇ ਸੀ। ਮੈਂ ਹਰ ਬੰਦੇ ਦਾ ਨਾਂ ਜਾਣਦਾ ਸੀ, ਆਰੀ ਵਾਲਿਆਂ ਤੇ ਚੌਕੀਦਾਰਾਂ ਦੇ ਵੀ। ਇਸ ਤੋਂ ਬਾਅਦ ਮੈਨੂੰ ਦਾਦੇ ਦੇ ਕਮਰੇ 'ਚ ਦਾਖਲ ਹੋਣ ਦਿੰਦੇ ਸੀ। ਇੱਥੇ ਮੋਹਰਲੇ ਕਾਰਖਾਨੇ ਦਾ ਹੜਾਹਟ ਨਹੀਂ ਸੁਣਦਾ ਸੀ, ਕਿਉਂਕਿ CD ਪਲੇਅਰ ਬਹੁਤ ਉੱਚੀ ਲਾਇਆ ਹੁੰਦਾ ਸੀ। ਫਿਲਮੀ ਗੀਤ ਆਰੀਆਂ ਦੀ ਖੱਪ ਨੂੰ ਪੀ ਜਾਂਦੇ ਸੀ। 4 ਕੁਰਸੀਆਂ ਸਨ। ਹਮੇਸ਼ਾ ਕੋਈ ਨਾ ਕੋਈ ਦਾਦੇ ਨੂੰ ਮਿਲਣ ਆਇਆ ਹੋਣ ਕਰਕੇ 4 ਹੀ ਡਈਆਂ ਸਨ। ਇੱਕ ਕੰਧ ਤੇ ਲਕਸ਼ਮੀ ਦੀ ਤਸਵੀਰ ਸੀ, ਦੂਜੇ ਪਾਸੇ ਸ਼ਰਮੇ ਦੀ, ਹੁਣ ਤਾਂ ਉਹ ਦਾਦੇ ਦੇ ਕੰਟਰੋਲ 'ਚ ਸੀ, ਤਸਵੀਰ ਸੀ। ਇਹਦੇ ਹੇਠ ਇੱਕ ਮੇਜ਼ ਸੀ ਜਿਸ ਉੱਪਰ ਅਸ਼ਲੀਲ ਸਾਹਿਤ ਦੇ ਪਰਚੇ ਸਨ। ਪਿਛਲੀ ਕੰਧ ਕੋਲ ਦਾਦੇ ਦਾ ਟੇਬਲ ਸੀ। ਇਹਦੇ ਓਹਲੇ ਇੱਕ ਭਾਰਾ ਜਿਹਾ ਬੰਦਾ ਬਹਿ ਕੇ ਧਿਆਨ ਨਾਲ ਸਭ ਤੇ ਅੱਖ ਰੱਖਦਾ ਸੀ। ਸਭ ਉਹਨੂੰ ਦਾਦਾ ਜੀ ਆਖਦੇ ਸੀ। ਮੈਂ ਉਹਨੂੰ ਪ੍ਰਣਾਮ ਕਰਦਾ ਸੀ। ਜਦ ਪਹਿਲਾਂ ਮੈਂ ਜਵਾਕ ਸੀ, ਮੈਨੂੰ ਖੜਨਾ ਪਿਆ। ਜਦ ਮੈਂ 5 ਖੂਨ ਕਰ ਦਿੱਤੇ, ਜੂਆਖਾਨਾ ਚਲਾਇਆ ਤੇ ਤਸਕਰੀ ਕੀਤੀ, ਮੈਨੂੰ ਕੁਰਸੀ ਮਿਲਣ ਲੱਗ ਪਈ। ਇਸ਼ਾਰਾ ਮੇਰੇ ਵੱਲ ਕਰਕੇ ਬੈਠਣ ਵਾਲਿਆਂ ਨੂੰ ਇਸ਼ਾਰਾ ਕੀਤਾ ਮੇਰੇ ਲਈ ਉੱਠਣ। ਮੈਂ ਬਹਿ ਗਿਆ। ਦਾਦੇ ਦਾ ਸਿਰ ਖਰਬੂਜੇ ਵਰਗਾ ਗੋਲ ਮੋਲ, ਤਕਰੀਬਨ ਘੋਣ-ਮੋਹਣ ਸੀ। ਮੱਥਾ ਚੌੜਾ, ਨੱਕ ਤਿੱਖਾ, ਠੋਡੀ ਛੈਣੀ ਵਰਗੀ, ਕੰਨ ਸੀਸ ਨਾਲ ਜੁੜੇ ਹੋਏ ਸੀ। ਡੇਲੇ ਮੇਰੇ ਮਨ 'ਚ ਗੱਡ-ਗੱਡ ਕੇ ਝਾਕਦੇ ਸਨ। ਹਰ ਬੰਦੇ ਵੱਲ ਘੋਖਵੀਂ ਨਜ਼ਰ ਨਾਲ ਝਾਕਦਾ ਸੀ। ਹਮੇਸ਼ਾ ਚਿੱਟਾ ਕੁੜਤਾ ਪਜਾਮਾ ਪਾਇਆ ਹੁੰਦਾ ਸੀ। ਮੱਥੇ ਤੋਂ ਗਰਮੀ 'ਚ ਪਸੀਨਾ ਮੁੱਖ ਤੇ ਟਪਕਦਾ ਸੀ, ਇਸ ਕਰਕੇ ਹੱਥ 'ਚ ਰੁਮਾਲ ਰੱਖਿਆ ਹੁੰਦਾ ਸੀ। ਮੇਜ਼ ਤੇ 2 ਬੰਦੇ ਪੱਖੇ ਝੱਲਦੇ ਸਨ। ਛੱਤ ਤੋਂ ਵੀ ਲਮਕਦਾ ਪੱਖਾ ਘੁੰਮਦਾ ਸੀ, ਜਿਵੇਂ ਹੈਲੀਕਾਪਟਰ ਦੇ ਬਲੇਡ ਗੇੜੇ ਦਿੰਦੇ ਆ। ਸੱਚ ਵਿੱਚ ਦਾਦਾ ਗੋਲ ਗੱਪਾ ਸੀ, ਪਰ ਅਸੀਂ ਸਭ ਡਰਦੇ ਸੀ, ਇਹ ਗੱਲ ਉਹਦੀ ਪਿੱਠ ਪਿੱਛੇ ਵੀ ਕਹਿਣ ਤੋਂ। ਦਾਦੇ ਦੇ ਦੁਸ਼ਮਣ ਉਹਨੂੰ ਠੁੱਲਾ ਠੱਗੀ ਸੱਦਦੇ ਸੀ। ਆਖਰੀ ਆਦਮੀ ਇਹ ਨਾਂ ਲੈ ਕੇ ਬੁਲਾਉਣ ਕਾਰਨ ਖੁਦ ਦਾਦੇ ਨੇ ਕੁੰਡੀ ਤੇ ਟੰਗਿਆ, ਜਿਵੇਂ ਕਸਾਬ ਮਾਸ ਟੰਗਦਾ। ਫਿਰ ਕਮਰ ਤੋਂ ਹਿੱਕ ਤੱਕ ਚੀਰ ਦਿੱਤਾ, ਢਿੱਡੋਂ ਸਭ ਕੁਝ ਬਾਹਰ ਖਿੱਚ ਕੇ ਮਾਰ ਦਿੱਤਾ। ਇਸੇ ਲਈ ਤਾਂ ਸਾਰੀ ਦੁਨੀਆ ਦਾਦੇ ਵਰਗੇ ਬੰਦਿਆਂ ਤੋਂ ਡਰਦੀ ਸੀ। ਮੈਂ ਵੀ ਡਰਦਾ ਸੀ। ਭਾਵੇਂ ਇਸ ਵੇਲੇ ਦਾਦੇ ਦੀ ਕੰਪਨੀ ਦਾ ਰੁਕਨ ਸੀ, ਜਦ ਮਰਜ਼ੀ ਮੈਨੂੰ ਵੀ ਮਰਵਾ ਸਕਦਾ ਸੀ। ਗੁੰਡਿਆਂ 'ਚ ਕਿੱਥੇ ਵਫਾਦਾਰੀ ਹੁੰਦੀ ਹੈ। ਠੀਕ ਠਾਕ ਹੈ ਮੇਰਾ ਬੱਚਾ, ਖਰਵੀ ਆਵਾਜ਼ 'ਚ ਮੈਨੂੰ ਆਖਿਆ। ਜਿੰਨੇ ਉਸ ਤੋਂ ਘੱਟ ਉਮਰ ਦੇ ਸੀ, ਉਹਨਾਂ ਨੂੰ ਮੇਰਾ ਬੱਚਾ ਜਾਂ ਮੇਰੀ ਬੱਚੀ ਸੱਦਦਾ ਸੀ। ਜੀ ਹਜ਼ੂਰ, ਤੇਰੇ ਲਈ ਕੀ ਕਰ ਸਕਦਾ? ਮੇਰਾ ਇੱਕ ਵਿਚਾਰ ਸੁਣੋਗੇ? ਬੋਲ। ਤੁਹਾਨੂੰ ਤਾਂ ਪਤਾ ਹੀ ਹੈ, ਪੰਜਾਬ ਦਾ ਇੱਕ ਵੱਡਾ ਅਦਾਕਾਰ ਸੰਜੇ ਸੰਘੇੜਾ ਹੈ। ਉਂਝ ਮੁੰਬਈ ਰਹਿੰਦਾ ਹੈ, ਪਰ ਸਿਆਲ 'ਚ ਉਹਦਾ ਟੱਬਰ ਰਣਜੀਤਪੁਰ ਠਹਿਰਦਾ ਹੈ। ਪੈਸੇ ਖੂਬ ਨੇ, 4 ਨਿਆਣੇ ਹੈ। ਸਭ ਤੋਂ ਨਿੱਕਾ 20 ਮਹੀਨਿਆਂ ਦਾ ਹੀ ਹੈ। ਸੋਚੋ ਜੇ ਹਵੇਲੀ 'ਚੋਂ ਕੱਢ ਕੇ ਲੈ ਜਾਈਏ। ਮਾਫ਼ ਕਰਨਾ ਦੇਵ, ਪਰ ਸੰਘੇੜੇ ਵਰਗੇ ਤਾਰੇ ਦੇ ਘਰ ਕੈਮਰੇ ਰੱਖੇ ਹੋਣਗੇ, ਰੱਖਿਅਕ ਰੱਖੇ ਹੋਣਗੇ। ਜਿਹੜਾ ਮਰਜ਼ੀ ਬੰਦਾ ਉਹੀ ਨਹੀਂ ਅੰਦਰ ਵੜ ਕੇ ਬੱਚੇ ਨੂੰ ਚੁੱਕ ਕੇ ਬਾਹਰ ਆ ਸਕਦਾ। ਦਾਦਾ ਜੀ, ਮੈਂ ਸਭ ਕਾਸੇ ਬਾਰੇ ਸੋਚ ਲਿਆ। ਘਰ ਦੀ ਆਇਆ ਮੈਂ ਖਰੀਦੀ ਹੋਈ ਹੈ। ਕਿੰਜ? ਉਹਦਾ ਮੁੰਡਾ ਬੰਦੀਖਾਨੇ 'ਚ ਹੈ। ਮੈਂ ਵਚਨ ਦੇ ਦਿੱਤਾ ਕਿ ਅਸੀਂ ਉਹਨੂੰ ਜੇਲ੍ਹ 'ਚੋਂ ਕਢਵਾ ਦਿਆਂਗੇ। ਅੱਛਾ, ਫਿਰ ਆਇਆ ਬੱਚੇ ਨੂੰ ਚੁੱਕੂਗੀ? ਨਹੀਂ ਦਾਦਾ ਜੀ, ਤੁਸੀਂ ਮੈਨੂੰ 2 ਆਦਮੀ ਦਿਓ। ਬਸ ਉਹਨਾਂ ਦਾ ਕੰਮ ਹੈ ਹਵੇਲੀ ਤੱਕ ਚੁੱਪ ਚੁਪੀਤੇ ਪੁੱਜਣ, ਤੇ ਬਾਰੀ 'ਚੋਂ ਉਹਨੇ ਉਹਨਾਂ ਨੂੰ ਫੜਾ ਦੇਣਾ। ਫਿਰ ਅਸੀਂ ਫਿਰੌਤੀ ਮੰਗ ਲਵਾਂਗੇ। ਤੂੰ ਕਿਉਂ ਨਹੀਂ ਕਰਦਾ ਮੇਰੇ ਬੱਚਿਆ? ਦਾਦਾ ਜੀ, ਤੁਹਾਡੀ ਆਸ਼ੀਰਵਾਦ ਬਿਨਾਂ ਕਿੰਜ ਕੰਮ ਕਰਾਂ? ਤੁਹਾਨੂੰ ਵੀ ਇਸ 'ਚੋਂ ਕੁਝ ਮਿਲਣਾ ਚਾਹੀਦਾ। ਠੀਕ ਹੈ, ਇਹ ਕੰਮ ਤੇਰੇ ਲਈ ਹੋ ਜਾਏਗਾ। ਬਸ ਮੇਰੀ ਢੇਰੀ ਪੂਰੀ ਕਰਨੀ ਹੈ। ਮੈਂ ਤੇਰਾ ਕੰਮ ਕਰਵਾ ਦੇਣਾ। ਤੂੰ ਵੀ ਮੇਰੇ ਲਈ ਇੱਕ ਚੀਜ਼ ਕਰ। ਦੱਸੋ। ਇੱਕ ਕੀੜਾ ਮੇਰਾ ਸਿਰ ਖਾਂਦਾ ਹੈ, ਪਰ ਉਹਨੂੰ ਸਿੱਧੀ ਤਰ੍ਹਾਂ ਨਹੀਂ ਹੱਥ ਲਾ ਸਕਦਾ। ਕੌਣ? ਉਹ ਹਰਾਮਜ਼ਾਦਾ ਨਦੀਮ ਕੁਰੈਸ਼ੀ। ਕਿਸੇ ਦੇ ਹੱਥਾਂ ਵੱਲ ਝਾਕਦਾ ਨਹੀਂ। ਤੇਰਾ ਕੰਮ ਹੈ ਬਸ ਚੁਣਨੀ, UP 'ਚੋਂ, ਜਿਸ 'ਚ ਹਿੰਦੂ ਆ ਕੇ ਕੁਰੈਸ਼ੀ ਦੇ ਮੁਸਲਮਾਨ ਇਲਾਕੇ 'ਚ ਭਾਂਬੜ ਬਾਲਣਗੇ। ਇਸ 'ਚ ਕੁਰੈਸ਼ੀ ਮਾਰ ਦੇਣਾ। ਸ਼ਰਮੇ ਨੂੰ ਤੂੰ ਇਸ ਕੰਮ ਲਈ ਵਰਤ ਸਕਦਾ। ਸ਼ਰਮੇ ਦੇ 2 ਕੰਮ ਹੈ। ਪਹਿਲਾ ਕੰਮ ਹੈ ਲੋਕਾਂ ਦੇ ਕਾਲਿਆਂ ਮਨਾਂ ਦਾ ਫਾਇਦਾ ਉਠਾਉਣਾ, ਜਾਤ ਪਾਤ ਦੀਨ ਧਰਮ ਦੀ ਲੜਾਈ ਕਰਾਉਣੀ, ਤੇ ਦੂਜਾ ਉਹਦੇ ਸੜਕ ਤੇ ਆਦਮੀ ਚਾਹੀਦੇ ਨੇ ਸਾਡੇ ਗੁੰਡਿਆਂ ਰਹਿਣ ਤੇ ਹਰ ਮੁਸਲਮਾਨ ਘਰ ਵੱਲ ਉਂਗਲੀ ਵਧਾਉਣ। ਅਸੀਂ ਇੱਕ ਵਾਰ ਪਹਿਲਾਂ ਵੀ ਐਸਾ ਕੀਤਾ ਸੀ ਸਿੱਖਾਂ ਨਾਲ। ਸਾਡੇ ਦੇਸ਼ ਦੇ ਲੋਕ ਭੋਲੇ ਹੀ ਨੇ। ਧਰਮ ਦੀਆਂ ਗੱਲਾਂ ਹਮੇਸ਼ਾ ਸ਼ੁੱਧ ਸਮਝ ਨਾਲ ਕਾਮਯਾਬ ਹੁੰਦੀਆਂ ਨੇ। ਬਹੁਤ ਲੋਕ ਮਰਨਗੇ, ਪਰ ਉਹਨਾਂ ਦੀ ਗਿਣਤੀ ਵਿੱਚ ਨਦੀਮ ਕੁਰੈਸ਼ੀ ਵੀ ਹੋਊਗਾ।
ਦਾਦਾ ਜੀ, ਇਹ ਕੰਮ ਤਾਂ ਮੈਂ ਤੁਹਾਡੇ ਲਈ ਬਚਪਨ ਤੋਂ ਕਰਦਾ ਆਇਆ। ਨੋ ਪ੍ਰੋਬਲਮ। ਆਹੋ, ਇੰਡੀਆ ਦੇ ਲੋਕਾਂ 'ਚ ਜਾਤ ਪਾਤ ਜਾਂ ਧਰਮ ਦੇ ਉੱਤੇ ਲੜਾਉਣਾ ਸੌਖਾ ਸੀ, ਪਰ ਬੱਚੇ ਚੁੱਕਣ ਦਾ ਕੰਮ ਜ਼ਰਾ ਮੁਸ਼ਕਲ ਸੀ। ਮੈਂ ਹੀ ਕਰਨਾ ਸੀ। ਜਿਹਨੂੰ ਦਾਦੇ ਨੇ ਭੇਜਿਆ ਸੀ, ਉਹਨੇ ਘਰ ਦੀ ਬਾਰੀ ਨਾਲ ਸੀੜੀ ਲਾਈ, ਉਹਨੂੰ ਬੱਚਾ ਫੜਾ ਦਿੱਤਾ, ਪਰ ਹੇਠ ਆਉਂਦੇ ਤੋਂ ਬੱਚਾ ਥੱਲੇ ਗਿਰ ਕੇ ਮਰ ਗਿਆ। ਉਹਨੇ ਹਵੇਲੀ ਦੇ ਨੇੜੇ ਤੇੜੀ ਬਾਲ ਦੀ ਲਾਸ਼ ਛੱਡ ਦਿੱਤੀ ਸੀ। ਸੰਘੇੜੇ ਦੇ ਬਾਲ ਦੀ ਤਫਤੀਸ਼ ਸ਼ੁਰੂ ਹੋ ਗਈ। ਕਈ ਸਾਲ ਲਈ ਚੱਲੀ। ਪਹਿਲਾਂ ਆਇਆ ਤੇ ਸ਼ੱਕ ਸੀ, ਪਰ ਸਬੂਤ ਨਹੀਂ ਸੀ। ਕਾਹਲੀ 'ਚ ਦਾਦੇ ਦੇ ਆਦਮੀਆਂ ਨੇ ਜੀਣਾ ਉੱਥੇ ਹੀ ਛੱਡ ਦਿੱਤਾ ਸੀ। ਆਇਆ ਡਰਦੀ ਨੇ ਖੁਦਕੁਸ਼ੀ ਕਰ ਲਈ। ਦਾਦਾ ਮੇਰੇ ਨਾਲ ਗੁੱਸੇ ਸੀਗਾ। ਇਹਨੂੰ ਇਸ 'ਚੋਂ ਪੈਸੇ ਚਾਹੀਦੇ ਸੀ। ਸੰਚਾਰ ਮਾਧਿਅਮ ਤੋਂ ਸਾਫ਼ ਪਤਾ ਲੱਗਦਾ ਸੀ ਕਿ ਹਾਲੇ ਸਭ ਨੂੰ ਲੱਗਦਾ ਕਿ ਸੰਘੇੜੇ ਦਾ ਬਾਲ ਜਿਉਂਦਾ ਸੀ। ਇਹਦਾ ਫਾਇਦਾ ਦਾਦੇ ਨੇ ਉਠਾਇਆ। ਸੰਘੇੜੇ ਨੂੰ ਖੱਤ ਲਿਖਿਆ ਗਿਆ, ਜਿਹਦੀ ਸੂਹ ਕੱਢਣੀ ਪੁਲਿਸ ਲਈ ਔਖੀ ਸੀ। ਇਸ 'ਚ ਗੋਗੀ ਨਾਂ ਦਾ ਦਲਾਲ ਥਾਪਿਆ ਗਿਆ ਸੀ। ਸਾਰੀ ਫਿਰੌਤੀ ਇਸ ਰਾਹ ਹੀ ਜਾ ਸਕਦੀ ਸੀ। ਪੁਲਿਸ ਦਾ ਕੋਈ ਸਬੰਧ ਨਹੀਂ ਹੋ ਸਕਦਾ ਸੀ। ਇਹ ਚਾਲਾਂ ਨੂੰ ਵਰਤੀ ਗਏ। ਗੋਗੀ ਨੇ ਪੁਲਿਸ ਤੇ ਸੰਘੇੜੇ ਨੂੰ ਇੰਨਾ ਦੱਸਿਆ ਕਿ ਜਿਹੜੇ ਬੰਦੇ ਨਾਲ ਉਹ ਗੱਲਬਾਤ ਕਰਦਾ ਸੀ, ਮਦਰਾਸੀ ਸੀ। ਇੱਕ ਦਿਨ ਕਬਰਿਸਤਾਨ 'ਚ ਜਾ ਕੇ ਪੈਸਿਆਂ ਦਾ ਝੋਲਾ ਗੋਗੀ ਨੇ ਫੜਾ ਦਿੱਤਾ। ਇਸ 'ਚ ਪੁਲਿਸ ਨੇ ਬਿੰਦੀਦਾਰ ਰੁਪਏ ਪਾਏ ਹੋਏ ਸੀ। ਬਾਲ ਚੋਰਾਂ ਨੂੰ 20 ਲੱਖ ਮਿਲ ਗਿਆ, ਪਰ ਜਦ ਗੋਗੀ ਤੇ ਸੰਘੇੜੇ ਨੇ ਨਵਾਂ ਖੱਤ ਪੜ੍ਹਿਆ, ਬੱਚੇ ਦਾ ਥਹੁ ਟਿਕਾਣਾ ਗਲਤ ਦਿੱਤਾ ਸੀ। ਬਾਲ ਕਦੀ ਨਹੀਂ ਮਿਲਿਆ। ਇੱਕ ਦਿਨ ਦਾਦੇ ਨੇ ਮੈਨੂੰ ਲਿਫਾਫਾ ਦਿੱਤਾ, ਜਿਸ 'ਚ 2 ਲੱਖ ਸੀ। ਮੈਂ ਸਮਝ ਗਿਆ ਕਿ ਬੱਚਾ ਚੋਰੀ ਕਰਨ ਲਈ ਭੁਗਤਾਨ ਸੀ, ਪਰ ਇਸ ਕਹਾਣੀ ਦਾ ਨਤੀਜਾ ਹਾਲੇ ਦੱਸਣ ਵਾਲਾ ਹੈ। ਟੀਚਰ ਨਦੀਮ ਕੁਰੈਸ਼ੀ ਨੂੰ ਮਰਵਾ ਦਿੱਤਾ ਸੀ। ਇਸ ਸੰਕੀਰਨ ਦੁਫੇੜ ਤਰੀਕੇ ਨਾਲ ਕਈ ਲੋਕ ਮਰਵਾਏ। ਸਾਡੇ ਮੁਲਕ ਦੇ ਵਾਸੀ ਉਦੋਂ ਹੀ ਖੁਸ਼ ਹੈ ਜਦ ਆਪਦੇ ਗੁਆਂਢੀ ਨੂੰ ਵੱਢਦੇ ਨੇ। ਸਾਡਾ ਦੇਸ਼ ਅਨਮਤੀਆਂ ਨੂੰ ਜਰਦਾ ਨਹੀਂ। ਜੇ ਇਨਸਾਨੀਅਤ ਭਾਲਣੀ ਹੈ, ਇਸ ਦੇਸ਼ 'ਚ ਨਹੀਂ ਮਿਲਣੀ। ਸਭ ਕਮਲੇ ਹੈ, ਤਾਂ ਹੀ ਤਾਂ ਬਾਹਰਲੇ ਸਾਡੇ ਤੇ ਰਾਜ ਕਰ ਗਏ। ਯੂਰਪ ਜਾਂ ਅਮਰੀਕਾ 'ਚ ਇਨਸਾਨੀਅਤ ਹੈ, ਪਰ ਸਾਡੇ ਦੇਸ਼ 'ਚ ਧਰਮ, ਗੁਰੂ, ਪੀਰ ਤੇ ਰਿਸ਼ੀ ਨੇ। ਧਰਮ ਸ਼ਰਮਾ ਵੀ ਜਾਣਦਾ ਸੀ। ਉਹਨੇ ਸਾਡੇ ਲਈ ਕੰਮ ਕੀਤੇ ਤੇ ਅਸੀਂ ਉਸ ਲਈ ਕੁਰਸੀ ਲੈਣ ਸੌਖਾ ਕਰ ਦਿੱਤਾ। ਜਨਤਾ 'ਚ ਅੱਗ ਲਾ ਕੇ। ਮੁਲਕ ਦੇ ਅਲਪ ਸੰਖਿਆ ਲੋਕ, ਜਿਨ੍ਹਾਂ 'ਚ ਸਿੱਖ, ਮੁਸਲਿਮ ਜਾਂ ਈਸਾਈ ਗਿਣੇ ਜਾਂਦੇ ਨੇ, ਨੂੰ ਉਜਾੜਨਾ ਸੌਖਾ ਹੈ। ਬਸ ਇਹਨਾਂ ਕੰਮਾਂ 'ਚ ਮੈਂ ਰੁੱਝਿਆ ਸੀ, ਜਾਂ ਨੌਜਵਾਨਾਂ ਨੂੰ ਵੀਜ਼ਾ ਤੇ ਪਾਸਪੋਰਟ ਦਿਵਾਉਣ 'ਚ। ਇਹਦੇ ਬਾਰੇ ਵੀ ਮੈਂ ਤੈਨੂੰ ਕੁਝ ਦੱਸਦਾ, ਫਿਰ ਸੰਘੇੜੇ ਦੀ ਕਹਾਣੀ ਤੇ ਵਾਪਸ ਆਵਾਂਗੇ। ਸਾਡੇ ਪੰਜਾਬੀਆਂ 'ਚ ਇੱਕ ਰੋਗ ਹੈ, ਕੋਈ ਖੁਸ਼ ਨਹੀਂ ਹੈ ਘਰ ਟਿਕ ਕੇ ਬੈਠ ਕੇ। ਸਭ ਨੂੰ ਕਾਹਲ ਪਈ ਹੈ ਬਾਹਰ ਵਿਦੇਸ਼ 'ਚ ਜਾਣ ਦੀ, ਪਰ ਜਹਾਜ਼ ਚੜ੍ਹਨ ਲਈ ਬਹੁਤ ਪੈਸੇ ਚਾਹੀਦੇ ਨੇ, ਜਿਹੜੇ ਆਮ ਆਦਮੀ ਕੋਲ ਨਹੀਂ ਹੁੰਦੇ। ਰਾਹਦਾਰੀ ਪੂਰੀ ਕਰਨ ਲਈ ਟਿਕਟ ਵੀ ਚਾਹੀਦਾ, ਵੀਜ਼ਾ ਵੀ। ਹਰ ਬੰਦੇ ਦੀ ਪੱਛਮ ਵੱਲ ਨੱਠ ਭੱਜ ਕਰਕੇ 1000 ਸਵਾਲ ਪੁੱਛਦੇ ਨੇ। ਇੱਕ ਚੀਜ਼ ਵੀ ਗਲਤ ਹੋ ਜਾਏ ਤਾਂ ਰਾਹਦਾਰੀ ਮਿਲਦੀ ਨਹੀਂ। ਪਰ ਇਹ ਰੋਗ ਸਾਡੇ ਲੋਕਾਂ 'ਚ ਹੈ। ਕਿਉਂ? ਜਿੰਨਾ ਕੁ ਮੇਰੇ ਪੱਲੇ ਪੈਂਦਾ, ਸਾਡੇ ਲੋਕਾਂ 'ਚ ਕਸਰ ਪੈ ਗਈ ਜਦ ਬਾਹਰਲਿਆਂ ਨੇ ਯਾਵਾ ਕੀਤਾ। ਉਸ ਤੋਂ ਬਾਅਦ ਲੋਕਾਂ ਦੇ ਦਿਮਾਗਾਂ 'ਚ ਕੀੜੀ ਫਸਾਤੀ ਕਿ ਬਾਹਰਲੇ ਰਸਮ ਭਾਸ਼ਾਵਾਂ ਆਦਿ ਸਾਡੀਆਂ ਆਪਣੀਆਂ ਤੋਂ ਬਿਹਤਰ ਹਨ। ਇੱਥੋਂ ਬਿਮਾਰੀ ਸ਼ੁਰੂ ਹੋ ਗਈ। ਹੁਣ ਜਿਹੜੇ ਬਾਹਰ ਗਏ ਸੀ, ਵਾਊਚਰ ਤੇ ਜਾਂ 84 ਦੇ ਘੱਲੋ ਘਾਰੇ ਬਾਅਦ ਕਾਮਯਾਬ ਹੋ ਗਏ, ਤੇ ਇਹਨਾਂ 'ਚੋਂ ਕੁਝ ਆਵਾਸੀ ਪੰਜਾਬ ਵਾਪਸ ਆ ਕੇ ਵੱਡੇ ਵੱਡੇ ਧੌਲਰ ਬਣਾਉਣ ਲੱਗ ਪਏ। ਇਹ ਧੌਲਰ ਹਵੇਲੀਆਂ ਸਿਰਫ ਛੁੱਟੀਆਂ ਕਰਨ ਲਈ ਸਨ। ਸਾਰਾ ਸਾਲ ਵਿਦੇਸ਼ ਹੀ ਰਹਿੰਦੇ ਸੀ। ਆਮ ਪਿੰਡ ਦੇ ਲੋਕ ਅੱਖਾਂ ਅੱਡ ਕੇ ਇਮਾਰਤਾਂ ਵੱਲ ਝਾਕ ਕੇ ਸੋਚਦੇ, ਜਿਹੜਾ ਆਦਮੀ ਇੰਨੀ ਮਹਿੰਗੀ ਚੀਜ਼ ਬਣਾ ਸਕਦਾ, ਜ਼ਰੂਰ ਅਮੀਰ ਹੋਏਗਾ। ਪਰ ਬਾਅਦ ਉਸ ਮੁਲਕਾਂ 'ਚ ਜਾ ਕੇ ਮੈਨੂੰ ਸਮਝ ਆ ਗਈ ਕਿ ਇੰਗਲੈਂਡ ਦਾ ਗਰੀਬ ਬੰਦਾ ਵੀ ਪੰਜਾਬ 'ਚ ਹਵੇਲੀ ਉਸਾਰ ਸਕਦਾ ਹੈ। ਇਹ ਤਾਂ ਕੇਵਲ ਪੈਸਿਆਂ ਦੇ ਭਾਅ ਕਰਕੇ ਹੀ ਸੀ। ਹਾਂ, ਪੈਸਿਆਂ ਦੇ ਭਾਅ ਨੇ ਤੇ ਪੰਜਾਬੀਆਂ ਦੀ ਜਮਾਂਦਰੂ ਲਾਲਚੀ ਸੋਚ ਨੇ ਕਈ ਘਰ ਖਰਾਬ ਕੀਤੇ। ਮੈਂ ਵੀ ਇਸ ਕੰਮ 'ਚ ਮਦਦ ਕੀਤੀ। ਕਿੰਜ? ਜਦ ਵੀ ਕੋਈ ਗਰੀਬ, ਜਿਹਨੂੰ ਸਾਡੇ ਦੇਸ਼ 'ਚ ਨੌਕਰੀ ਨਾ ਮਿਲਦੀ ਜਾਂ ਪੱਛਮ ਇੱਕ ਸ਼ਰਨ ਦਿਸਦੀ, ਮੇਰੇ ਕੋਲ ਆਉਂਦਾ, ਉਹ ਤੋਂ ਪਾਸਪੋਰਟ ਜਾਂ ਵੀਜ਼ੇ ਜਾਂ ਰਾਹਦਾਰੀ ਲਈ ਖੂਬ ਪੈਸੇ ਬਣਾ ਕੇ ਦਵਾ ਦਿੰਦਾ ਸੀ। ਭਾਵੇਂ ਹੱਥ ਤੰਗ ਹੋਣ ਵਿਚਾਰੇ, ਫਿਰ ਵੀ ਸਾਨੂੰ ਪੈਸੇ ਦੇ ਦਿੰਦੇ ਸੀ। ਕਾਲੇ ਧਨ 'ਚੋਂ ਦਾਦੇ ਨੂੰ ਵੱਡਾ ਹਿੱਸਾ ਮਿਲ ਜਾਂਦਾ ਸੀ। ਚੱਕਰ ਐਸਾ ਸੀ ਕਿ ਕਈ ਵਾਰ ਦਾਦਾ ਹੀ ਸ਼ਾਹੂਕਾਰ ਹੁੰਦਾ ਸੀ, ਜਿਹਨੇ ਵਿਆਜ ਲਾ ਦੇਣਾ ਸੀ। ਉਸ ਕਰਜ਼ 'ਚੋਂ ਪੈਸੇ ਮੈਨੂੰ ਦੇਣੇ ਹੁੰਦੇ ਸੀ, ਸੋ ਲੁੱਟਦੇ ਵੀ ਅਸੀਂ ਸੀ, ਦੋਨਾਂ ਪਾਸਿਆਂ ਤੋਂ, ਪੈਸੇ ਦੇ ਕੇ ਤੇ ਫਿਰ ਲੈ ਕੇ। ਜੇ ਸੂਦ ਨਹੀਂ ਵੀ ਮਿਲਦਾ, ਲੋਕਾਂ ਨੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਲੈਣਾ ਹੁੰਦਾ ਸੀ, ਜਾਂ ਘਰ ਦੇ ਗਹਿਣ ਗੱਟੇ ਵੇਚ ਕੇ। ਦਾਦੇ ਦੀ ਇੱਕ ਕੰਪਨੀ ਸੈੱਟ ਕੀਤੀ ਸੀ, ਜਿਸ ਰਾਹ ਅਸੀਂ 3 ਤਰੀਕਿਆਂ ਨਾਲ ਲੋਕਾਂ ਨੂੰ ਬਾਹਰ ਭੇਜਦੇ ਸੀ। ਇੱਕ ਸੀ ਨਕਲੀ ਪਾਠਕ ਵੀਜ਼ਾ, ਦੂਜਾ
ਕਾਲੇ ਸਮੁੰਦਰ ਦੇ ਰਾਹ, ਰੂਸ ਦੀ ਮਾਫੀਆ ਦੀ ਮਦਦ ਨਾਲ। ਤੀਜਾ ਸੀ ਝੂਠਾ ਵਿਆਹ ਕਰਵਾ ਕੇ। ਘਰ ਵਾਲਿਆਂ ਨੂੰ ਵਾਪਸ ਚਿੱਠੀਆਂ ਆਉਂਦੀਆਂ ਸੀ ਜਿਸ 'ਚ ਲਿਖਿਆ ਹੁੰਦਾ ਸੀ ਕਿ ਸਭ ਕੁਝ ਠੀਕ ਹੈ, ਸਾਰੇ ਕਾਮਯਾਬ ਨੇ। ਪੈਸੇ ਵੀ ਵਾਪਸ ਭੇਜਦੇ ਸੀ, ਗਹਿਣੇ ਛੁਡਾਉਣ ਲਈ ਤੇ ਘਰ ਨੂੰ ਤੋਰਨ ਲਈ। ਪਰ ਸੱਚ ਹੋਰ ਹੀ ਸੀ। ਇਸ ਬਾਰੇ ਬਾਅਦ 'ਚ ਦੱਸਦਾ ਤੁਹਾਨੂੰ। ਜੇ ਪੰਜਾਬੀਆਂ ਨੂੰ ਸੱਚ ਵੀ ਦਸੀਏ, ਮੰਨਣਾ ਕਿ ਨਹੀਂ? ਪੰਜਾਬ ਆ ਕੇ ਆਪ ਨੂੰ ਵੱਡਾ ਕਾਰੋਬਾਰ ਵਾਲਾ ਦਿਖਾਉਣਾ, ਸੱਚ ਵਿੱਚ ਵਲਾਇਤ 'ਚ ਹੀਣੇ ਕੰਮ ਕਰਦੇ ਨੇ, ਕਿਉਂਕਿ ਮਸਾਂ ਕਿਤੇ ਸੜਕਾਂ ਤੇ ਰਹਿਣ ਤੋਂ ਬਚਦੇ ਨੇ। ਸੱਚ ਹੈ ਤਾਂ ਇਹ ਕਿ ਵਲਾਇਤਾਂ 'ਚ ਤਾਂ ਗੋਰਿਆਂ ਨੂੰ ਵੀ ਰੋਟੀ ਨਹੀਂ ਮਿਲ ਰਹੀ। ਪ੍ਰਵਾਸੀਆਂ ਨੂੰ ਕੌਣ ਪੁੱਛਦਾ? ਜਦ ਮੈਂ ਵਲਾਇਤ ਦੇ ਸੁਪਨੇ ਲੈਣ ਵਾਲਿਆਂ ਨੂੰ ਮਾਂਜਦਾ ਨਹੀਂ ਕਰਦਾ ਸੀ, ਲੋਕਾਂ ਦੀਆਂ ਧੀਆਂ ਵੇਚਦਾ ਸੀ, ਰਣਜੀਤਪੁਰੇ ਦੇ ਵੱਡੇ ਵੱਡੇ ਲੋਕਾਂ ਨੂੰ। ਆਏ ਲਵ ਮਾਈ ਇੰਡੀਆ ਦਾਦੇ ਦੇ 4 ਖਾਸ ਦਲਾਲ ਰੱਖੇ ਸੀ। ਇੱਕ ਜਿਸ ਨਾਲ ਮੈਂ ਰੋਜ਼ ਕੰਮ ਕਰਦਾ ਸੀ, ਸਰਦਾਰ ਸੀ, ਘਰ ਧੀਆਂ ਸਨ, ਨਿੱਤ ਗੁਰਦੁਆਰੇ ਜਾਂਦਾ ਸੀ, ਸਕੂਲਾਂ ਨੂੰ ਖੈਰਾਤ ਦਿੰਦਾ ਸੀ। ਸ਼ਰਮੇ ਦੀ ਮਦਦ ਨਾਲ ਨਗਰ 'ਚ ਵੱਡਾ ਪਤਵੰਤਾ ਬਣਿਆ ਹੋਇਆ ਸੀ। ਪਰ ਜਦ ਦਿਨ ਸੌਂਦਾ ਸੀ ਤੇ ਰਾਤ ਜਾਗਦੀ, ਉਹ ਦਲਾਲ ਹੁੰਦਾ ਸੀ। ਜਦ ਵੀ ਮੇਰੇ ਗਾਹਕਾਂ ਨੂੰ ਕੋਈ ਮੁਟਿਆਰ ਚਾਹੀਦੀ ਹੁੰਦੀ ਸੀ ਹਵਸ ਕੱਢਣ ਲਈ, ਮੈਂ ਉਹਨਾਂ ਨੂੰ ਸੈਕਟਰ 11 ਦੇ ਕੈਫੇ ਮਹੱਲੇ 'ਚ ਲਿਆ ਬਿਠਾ ਦਿੰਦਾ ਸੀ। ਸੜਕ ਦੇ ਦੂਜੇ ਪਾਸੇ ਸਰਦਾਰ ਆਪਦੇ ਵੈਸਪਰ ਸਕੂਟਰ ਤੇ ਆ ਜਾਂਦਾ ਸੀ। ਉਹਦੇ ਪਿੱਛੇ ਕੁੜੀ ਬੈਠੀ ਹੁੰਦੀ। ਜੇ ਗਾਹਕਾਂ ਨੂੰ ਮਾਲ ਪਸੰਦ ਆਉਂਦਾ, ਮੈਂ ਉਹਨੂੰ ਇਸ਼ਾਰਾ ਕਰ ਦਿੰਦਾ ਸੀ। ਜੇ ਗੱਲ ਨਾ ਬਣਦੀ, ਸਕੂਟਰ ਚਲਾ ਕੇ ਹੋਰ ਕੁੜੀ ਸਾਹਮਣੇ ਲਿਆਉਂਦਾ ਸੀ। ਜੇ ਮਾਲ ਪਸੰਦ ਆ ਜਾਂਦਾ ਤਾਂ ਇੱਕ ਇੰਤਜ਼ਾਮ ਕੀਤੇ ਹੋਏ ਥਾਂ ਛੱਡ ਦਿੰਦਾ ਸੀ। ਜਿਹੜੇ ਗਾਹਕ ਸਮਾਜ ਤੋਂ ਡਰਦੇ ਨਹੀਂ ਸੀ, ਉਹਨਾਂ ਨੂੰ ਮੈਂ ਅੱਡੇ ਲੈ ਜਾਂਦਾ ਸੀ। ਸੋ ਇਸ ਤਰ੍ਹਾਂ ਦੇ ਕੰਮ ਮੈਂ ਕਰੀ ਗਿਆ ਤੇ ਸੰਘੇੜੇ ਦੇ ਬਾਲ ਦੀ ਤਲਾਸ਼ੀ ਹੋਈ ਗਈ। ਧਰਮ ਸ਼ਰਮਾ ਹੁਣ ਦਿੱਲੀ 'ਚ ਵੱਡਾ ਬੰਦਾ ਸੀ। ਦਾਦੇ ਨੇ ਇਹਦਾ ਬਹੁਤ ਫਾਇਦਾ ਲਿਆ। ਬਿੰਦੇ ਨੂੰ ਵੀ ਉਹਦੀ ਪਾਰਟੀ 'ਚ ਸ਼ਾਮਲ ਕਰਵਾ ਦਿੱਤਾ। ਇਸ ਵੇਲੇ ਸੁੱਖੀ ਦਾ ਵਿਆਹ ਹੋਣਾ ਸੀ, ਪਰ ਮੈਂ ਨਹੀਂ ਹਟ ਸਕਿਆ। ਇਹਦਾ ਤਾਂ ਤੁਹਾਨੂੰ ਪਤਾ ਹੀ ਹੈ। ਪਹਿਲਾਂ ਤਾਂ ਬਿੰਦਾ ਡਰੇ ਕਿਉਂਕਿ ਮੈਨੂੰ ਉਹਦੇ 10 ਨੰਬਰੀ ਬਾਰੇ ਪਤਾ ਸੀ। ਫਿਰ ਉਹਨੇ ਸੋਚਿਆ ਕਿ ਸ਼ਰਮੇ ਤੇ ਦਾਦੇ ਦਾ ਜ਼ੋਰ ਉਹਦੇ ਪਿੱਛੇ ਹੈ, ਪਰ ਛੇਤੀ ਸਮਝ ਗਿਆ ਅੱਜ ਕੱਲ੍ਹ ਮੈਂ ਵੀ ਤਾਕਤ ਵਾਲਾ ਸੀ। ਬਿੰਦੇ ਨੇ ਦਾਦੇ ਦੇ ਤਰਲੇ ਕੀਤੇ। ਦਾਦੇ ਨੇ ਗੁੱਸੇ 'ਚ ਮੈਨੂੰ ਮਰਵਾਇਆ ਨਹੀਂ, ਪਰ ਕੁੱਟਿਆ। ਫਿਰ ਬਿੰਦੇ ਨੂੰ ਹੁਕਮ ਕੀਤਾ ਮੇਰਾ ਵਿਆਹ ਸੁੱਖੀ ਨਾਲ ਕਰਵਾਏ। ਇਸ 'ਚ ਬਿੰਦਾ ਖੁਸ਼ ਨਹੀਂ ਸੀ। ਅੱਜ ਕੱਲ੍ਹ ਮੈਂ ਦਾਦੇ ਦਾ ਖਾਸ ਬੰਦਾ ਸੀ, ਨਾ ਕਿ ਬਿੰਦਾ। ਫਿਰ ਸ਼ਰਮੇ ਦੇ ਰਾਹੀਂ ਕਲਮ ਚਲਾਈ, ਫਿਰ ਵੀ ਬਿੰਦਾ ਖੁਸ਼ ਨਹੀਂ ਸੀ। ਰੂਪ ਬਦਲਾ ਚਾਹੁੰਦੀ ਸੀ। ਕਰਨ ਵੀ ਸਹਿਮਤ ਸੀ। ਇਸ ਲਈ ਖਰੀਦੇ ਪੁਲਸੀਏ ਨੇ ਮੈਨੂੰ ਗ੍ਰਿਫਤਾਰ ਕਰ ਲਿਆ। ਦਾਦਾ ਖੁਸ਼ ਨਹੀਂ ਸੀ। ਸ਼ਰਮੇ ਨੇ ਬਿੰਦੇ ਨੂੰ ਦਿੱਲੀ ਸੱਦ ਲਿਆ। ਕਰਨ ਵੀ ਨਾਲ ਚਲਾ ਗਿਆ। ਉਸ ਰਾਤ ਮੈਂ ਤਾਂ ਕੈਦ ਸੀ, ਪਰ ਕਿਸੇ ਨੇ ਬਿੰਦੇ ਦੇ ਘਰ ਜਾ ਕੇ ਰੂਪ ਤੇ ਸੁੱਖੀ ਨੂੰ ਮਾਰ ਦਿੱਤਾ। ਵੈਸੇ ਬਿੰਦੇ ਨੂੰ ਪਤਾ ਸੀ ਕਿ ਦਾਦੇ ਦਾ ਕੰਮ ਹੀ ਹੋ ਸਕਦਾ ਸੀ। ਉਹਨੇ ਪੁਲਿਸ ਨੂੰ ਬਿਆਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਤਾਂ ਦਿੱਲੀ ਸੀ, ਜਿੱਥੇ ਸ਼ਰਮੇ ਦੀਆਂ ਉਂਗਲੀਆਂ ਚੱਲਦੀਆਂ ਸੀ। ਕਿਸੇ ਨੇ ਉਹਨੂੰ ਤੇ ਕਰਨ ਨੂੰ ਖਤਮ ਕਰ ਦਿੱਤਾ, ਸੜਕ ਹਾਦਸੇ 'ਚ। ਫਿਰ ਮੈਨੂੰ ਛੱਡ ਦਿੱਤਾ ਗਿਆ। ਦਾਦੇ ਨੇ ਮੈਨੂੰ ਤਾੜਿਆ। ਹੁਣ ਮੈਂ ਪੱਕਾ ਗੁੰਡਾ ਸੀ, ਦਾਦੇ ਦਾ ਲਫਟੈਣ। ਹੁਣ ਮੈਨੂੰ ਕੋਈ ਹੱਥ ਲਾ ਨਹੀਂ ਸਕਦਾ ਸੀ। ਰਣਜੀਤਪੁਰ ਦਾ ਇੱਕ ਖੇਤਰ ਮੇਰਾ ਸੀ। ਇਸ ਇਲਾਕੇ 'ਚ ਮੇਰਾ ਰਾਜ ਸੀ। ਪਿਤਾ ਸੀ ਡੌਨ। ਫਿਰ ਅਫੀਮ ਦੇ ਚੱਕਰਾਂ 'ਚ ਪੈ ਗਿਆ। ਸ਼ਰਮਾ ਚਾਹੁੰਦਾ ਸੀ ਸਾਰੇ ਪੰਜਾਬ ਵਿੱਚ ਨਸ਼ੇਬਾਜ਼ ਹੋ ਕੇ ਨੌਜਵਾਨ ਸੋਚਣ ਦੀ ਥਾਂ ਮਸਤ ਹੋ ਜਾਣਗੇ। ਪਹਿਲੀਆਂ ਪੀੜ੍ਹੀਆਂ ਵਾਂਗ ਖੜਨਗੇ ਨਹੀਂ। ਕੱਪੜੇ ਪੈਸੇ ਪੀਣਤ 'ਚ ਡੁੱਬ ਜਾਣਗੇ। ਫਜ਼ੂਲ ਫੈਸ਼ਨਾਂ 'ਚ ਗੋਰਿਆਂ ਦੀਆਂ ਰੀਸਾਂ ਕਰਦੇ ਕੇਵਲ ਉਪਭੋਗਤਾਵਾਦ 'ਚ ਗੁੰਮ ਜਾਣਗੇ। ਹੜ੍ਹ ਵਾਂਗ ਤਲਵੰਡੀ, ਸਮੁੰਦਰੀ ਝੱਗ, ਮਾਵਾਂ ਆਦਿ ਪੰਜਾਬ 'ਚ ਆ ਗਏ। ਡੌਨ ਦੀ ਕੁਰਸੀ ਲੈਣ ਤੋਂ ਪਹਿਲਾਂ ਮੈਨੂੰ ਇਸ ਮਾਮਲੇ 'ਚ ਇੱਕ ਹੋਰ ਖੂਨ ਕਰਨਾ ਪਿਆ ਸੀ। ਉਸ ਖੂਨ ਤੋਂ ਬਾਅਦ ਮੇਰਾ ਪਾਪੀ ਕੰਮ ਹੋਰ ਗੁੰਡੇ ਮੇਰੇ ਬਿਨਾਂ ਲਾਗੂ ਕਰ ਸਕਦੇ ਸੀ। ਦਾਦੇ ਦੇ ਇਲਾਕਿਆਂ 'ਚ ਨਵੇਂ ਗੁੰਡੇ ਦੀ ਚੜ੍ਹਤ ਹੋ ਗਈ, ਜਿਹੜਾ ਨਸ਼ੀਲੀਆਂ ਵਸਤੂਆਂ ਵੇਚਦਾ ਸੀ। ਉਹਨੂੰ ਮੈਂ ਖਤਮ ਕਰਨਾ ਸੀ। ਇਸ ਲਈ ਗੋਂਦ ਗੁੰਦਣੀ ਸੀ। ਬੰਦੇ ਦਾ ਨਾਂ ਰਵੀ ਸਰੋਈ ਸੀ। ਮੈਂ ਗੱਟੀਆਂ ਗਿਣਨੀਆਂ ਔਖਾ ਕੰਮ ਸੀ, ਕਿਉਂਕਿ ਉਹ ਵੀ ਪੁਲਿਸ ਦੇ ਹੱਥ ਗਰਮ ਕਰਦਾ ਸੀ। ਉਹਦਾ ਘਰ ਹਮੇਸ਼ਾ ਪੁਲਿਸ ਦੀ ਅੱਖ ਹੇਠ ਸੀ। ਉਹਦਾ ਅੱਡਾ ਵੀ ਪੁਲਿਸ ਦੀ ਰਾਖੀ 'ਚ ਸੀ। ਸੋਚ ਸਮਝ ਕੇ ਮਾਰਨਾ ਪਏਗਾ। ਰਵੀ ਸਰੋਈ ਦੀ ਤਫਸੀਲ ਦੇਣ ਦੀ ਵੀ ਥੋੜ੍ਹੀ ਬਹੁਤ ਲੋੜ ਹੈ। ਦਾਦੇ ਵਰਗਾ ਨਹੀਂ ਸੀ ਉਹ। ਮੇਰੇ ਵਾਂਗ ਗਲੀ ਦਾ ਕੀੜਾ ਸੀ। ਲੰਬਾ ਪਤਲਾ ਜਿਹਾ, ਕੇਸ ਬ੍ਰਿਲ ਕਰੀਮ ਨਾਲ ਚੋਪੜੇ ਹੁੰਦੇ ਸੀ। ਮੁੱਖ ਸਾਫ਼ ਸੁਥਰਾ ਸੀ। ਗੋਰਿਆਂ ਵਾਂਗ ਹਮੇਸ਼ਾ ਸੂਟ ਪਾਇਆ ਹੁੰਦਾ ਸੀ। ਟਾਈ ਵੀ ਲਾਈ ਹੁੰਦੀ ਸੀ। ਨਰੰਜਨ ਜਲਾਲ ਸੀ, ਪਰ ਸੱਜੀ ਗਿੱਦੜ ਅੱਖ 'ਚ ਕਬਰਾ ਸੀ। ਚੀਂਗ ਚਾਉਂਦੀ ਸੀ।
ਉਹਦੇ ਨਾਲ ਹਮੇਸ਼ਾ ਇੱਕ ਜਾਪਾਨੀ ਰਾਖਾ ਹੁੰਦਾ ਸੀ, ਪਰ ਇਹਨੂੰ ਮਾਰਨ ਦਾ ਇੱਕ ਮੌਕਾ ਸੀ। ਰਵੀ ਦੀ ਆਦਤ ਸੀ ਸੈਕਟਰ 17 ਦੇ ਭੋਜਨਸ਼ਾਲਿਆਂ 'ਚ ਖਾਣ ਦੀ, ਖਾਸ ਕਰਕੇ ਇੱਕ KFC 'ਚ ਕੇਂਟਕੀ ਫਰਾਈਡ ਚਿਕਨ। ਇੱਥੇ ਮੌਕਾ ਮਿਲਣਾ ਸੀ, ਪਰ ਇਹ KFC ਵੱਡੀ ਮਾਲ 'ਚ ਸੀ, ਜਿਸ 'ਚ ਪਿਸਤੌਲ ਆਸਾਨੀ ਨਾਲ ਨਹੀਂ ਵੜ ਸਕਦੇ। ਸਭ ਕੁਝ ਸੋਚ ਸਮਝ ਕੇ ਮੈਂ ਸਕੀਮ ਬਣਾ ਲਈ। ਰਵੀ ਤੇ 2 ਬੰਦੇ, ਇੱਕ ਜਾਪਾਨੀ ਸੀ। 8:30 KFC 'ਚ ਵੜੇ। ਭੋਜਨਸ਼ਾਲਾ ਜਨਤਾ ਨਾਲ ਭਰਿਆ ਸੀ। ਹਥਿਆਰ ਗੱਡੀ 'ਚ ਬਾਹਰ ਛੱਡ ਦਿੱਤੇ ਸੀ। ਮਾਲ ਦਾ ਸੁਰੱਖਿਆਪਣ ਕਾਇਮ ਸੀ। ਫਿਰ ਵੀ ਕੁਝ ਰਾਖੇ ਜ਼ਰੂਰ ਰਵੀ ਦੇ ਤਨਖਾਹਦਾਰ ਸਨ, ਇਸ ਲਈ ਕਿਸੇ ਦੇ ਕੋਲ ਤਾਂ ਹਥਿਆਰ ਹੋਏਗਾ ਹੀ। ਸਾਡੇ ਕੋਲ ਵੀ ਹਥਿਆਰ ਸਨ, ਪਰ ਸਾਡਾ ਇੰਤਜ਼ਾਮ ਹੋਰ ਤਰ੍ਹਾਂ ਦਾ ਸੀ। ਮਗਰ ਰਵੀ ਤੇ ਉਹਦੇ ਰਾਖੇ ਇੱਕ ਮੇਜ਼ ਕੋਲ ਬਹਿ ਗਏ। ਰਵੀ ਦੇ ਆਦਮੀ ਨੇ ਫਿਰ ਕਾਊਂਟਰ ਤੋਂ ਆਰਡਰ ਲਿਆ, ਫਿਰ ਰਵੀ ਨੂੰ ਦਿੱਤਾ ਤੇ ਜਾਪਾਨੀ ਨੂੰ ਵੀ। ਤਿੰਨੇ ਖਾਣ ਲੱਗ ਪਏ, ਸ਼ਾਇਦ ਇਹ ਸੋਚ ਕੇ ਕਿ ਜਨਤਾ ਦੇ ਵਿਚਕਾਰ ਸਹੀ ਸਲਾਮਤ ਰਹਿਣਗੇ। ਪਰ ਇੱਕ ਨੇੜਲੇ ਟੇਬਲ ਤੇ ਮੈਂ ਬੈਠਾ ਸੀ ਤੇ ਦਰ ਕੋਲ ਮੇਰਾ ਖਾਸ ਸਿਪਾਹੀ। ਇਸ ਵੇਲੇ ਟੱਬਰ ਆਏ ਸੀ ਤੇ ਉਹਨਾਂ ਦੀਆਂ ਆਵਾਜ਼ਾਂ ਦੀ ਲਹਿਰ ਕੰਨ ਖਾਂਦਾ ਸੀ। ਜਾਪਾਨੀ ਦਾ ਢਿੱਡ ਦੁਖਣ ਲੱਗ ਪਿਆ, ਉਹਨੂੰ ਕਿਰਿਆ ਕਰਨ ਵਾਸ਼ਰੂਮ ਜਾਣਾ ਪਿਆ। ਉਸੇ ਵੇਲੇ ਦੂਜਾ ਰਾਖਾ ਵੀ ਨਹਾਉਣ ਤੁਰ ਪਿਆ। ਰਵੀ ਹੈਰਾਨ ਸੀ, ਉਹਦਾ ਪੇਟ ਵੀ ਦਰਦ ਕਰਨ ਲੱਗ ਪਿਆ। ਉਹ ਵੀ ਉੱਠਣ ਲੱਗਾ, ਜਦ ਮੈਂ ਤੇ ਮੇਰੇ ਸਿਪਾਹੀਆਂ ਨੇ ਉਹਦੇ ਮੋਢੇ ਤੇ ਹੱਥ ਧਰ ਕੇ ਰੋਕ ਦਿੱਤਾ। ਕਿੱਥੇ ਚੱਲੇ ਹੋ ਹਜ਼ੂਰ? ਮੈਂ ਆਖਿਆ। ਜੇ ਪੇਟ ਦੁਖਦਾ ਸਾਡੇ ਨਾਲ ਆ, ਨਹੀਂ ਚੁੱਪਚਾਪ ਜੀ। ਮੇਰੇ ਪਿਸਤੌਲ ਦਾ ਰੰਧਰ ਉਹਦੀ ਪਸਲੀ 'ਚ ਖੁੱਭਿਆ, ਅਖਬਾਰ 'ਚ ਲੁਕੋਇਆ ਸੀ। ਡਰਦਾ ਉੱਠ ਗਿਆ। ਅਸੀਂ ਕਾਊਂਟਰ ਦੇ ਪਿੱਛੇ ਲੈ ਗਏ, ਫਿਰ ਰਸੋਈ 'ਚੋਂ ਬਾਹਰ। ਪੇਟ ਦਾ ਦਰਦ ਜ਼ਿਆਦਾ ਹੋ ਗਿਆ ਸੀ, ਖੂੰਜੇ ਖੜਾ ਦਿੱਤਾ। ਵਿਚਾਰਾ ਉੱਥੇ ਗੂੰ ਨਾਲ ਲਿਬੜ ਗਿਆ। ਉਸ ਤੋਂ ਬਹੁਤ ਹਮਕ ਆਈ, ਦਾਦਾ ਜੀ ਤੋਂ ਸੁਨੇਹਾ, ਸਿਰਫ ਅਸੀਂ ਰਣਜੀਤਪੁਰ 'ਚ ਅਫੀਮ ਵੇਚ ਸਕਦੇ ਹਾਂ। ਇਹ ਗੱਲ ਕਹਿ ਕੇ ਮੈਂ ਇੱਕ ਗੋਲੀ ਉਹਦੇ ਕਬਰਾ ਅੱਖ 'ਚ ਪਾਤੀ, ਇੱਕ ਉਹਦੀ ਗੱਲ 'ਚ। ਫਿਲਮਾਂ ਵਾਂਗ ਨਹੀਂ ਸੀ, ਜਿਨ੍ਹਾਂ 'ਚ ਖੂਨ 'ਚ ਲੱਥਪੱਥ ਹੁੰਦਾ, ਗੋਲੀ ਗਰਮ ਸੀ ਕਰਕੇ ਜ਼ਖਮ ਮੌਲ ਜਾਂਦਾ। ਇਸ ਲਈ ਗੱਲ 'ਚੋਂ ਅਥਰੂ ਵਾਂਗ ਲਹੂ ਫੂਈ ਫੂਈ ਵਗ ਰਿਹਾ ਸੀ। ਅੱਖ ਵਿੱਚ ਹੀ ਇਸੇ ਤਰ੍ਹਾਂ ਚੋਇਆ, ਪਰ ਸੀਸ ਪਿੱਛੇ ਕੰਧ ਤੇ ਛਿੱਟੇ ਪੈ ਗਏ। ਉੱਥੇ ਹੀ ਰਵੀ ਡਿੱਗ ਗਿਆ। ਇਹ ਸਾਰਾ ਕੁਝ ਮੁਮਕਿਨ ਕਿਵੇਂ ਹੋਇਆ ਸੀ? ਬਸ ਪਹਿਲਾਂ ਤਾਂ KFC ਦੇ ਬੰਦੇ ਖਰੀਦੇ। ਇੱਕ ਨੇ ਮੇਰਾ ਪਿਸਤੌਲ ਰਸੋਈ 'ਚ ਪਹਿਲਾਂ ਹੀ ਲੁਕੋਇਆ ਸੀ। ਜਦ ਮੈਂ 버ਗਰ ਆਰਡਰ ਕੀਤਾ, ਮੈਨੂੰ ਖਾਣੇ ਪੀਣੇ 'ਚ ਦੇ ਦਿੱਤਾ ਸੀ। ਦੂਜੀ ਚਾਲ ਸੀ ਕਿ ਇੱਕ ਹੋਰ ਬੰਦੇ ਨੇ ਜਦ ਤਿੰਨਾਂ ਦਾ ਆਰਡਰ ਆਇਆ, 버ਗਰ ਤੇ ਫਰੀਟਾਂ, ਅੰਗਰੇਜ਼ੀ ਚਿਪਸ ਸਰਨਾ ਪਾ ਦਿੱਤਾ ਸੀ, ਬਹੁਤ ਜ਼ਿਆਦਾ ਪਾ ਦਿੱਤਾ। ਇਸ ਤਰ੍ਹਾਂ ਤਿੰਨਾਂ ਨੂੰ ਅੱਡ ਕਰ ਦਿੱਤਾ। ਹੁਣ ਅਸੀਂ ਚੁੱਪਚਾਪ ਮੂਹਰੇ ਜਾ ਕੇ ਟਾਇਲਟ 'ਚ ਵੜ ਕੇ ਦੇਖਿਆ ਕਿ ਹਾਲੇ ਵੀ ਉੱਥੇ ਜਾਪਾਨੀ ਤੇ ਉਹਦਾ ਦੋਸਤ ਢਿੱਡ ਫੜ ਕੇ ਬੈਠੇ ਸਨ। ਅਸੀਂ ਨਹੀਂ ਦੇਖਿਆ ਕਿਹੜੇ ਖਾਨੇ 'ਚ ਗੋਲੀਆਂ ਛੱਡੀਆਂ। ਸਾਰੇ ਥਾਂ ਦਾ ਨਾਸ ਕਰਕੇ ਭੁੰਜੇ ਪਿਸਤੌਲ ਸੁੱਟ ਕੇ ਤੁਰ ਪਏ। ਪਿਸਤੌਲਾਂ ਤੇ ਟੇਪ ਲਾਈ ਹੋਈ ਸੀ, ਸਾਡੇ ਦਸਤਾਨੇ ਪਾਏ ਸੀ। ਇਸ ਤਰ੍ਹਾਂ ਡੌਨ ਦੀ ਕੁਰਸੀ ਪੱਕੀ ਕਰ ਲਈ। ਹੁਣ ਮੈਂ ਰਣਜੀਤਪੁਰ ਦਾ ਨੰਬਰ 1 ਗੁੰਡਾ ਸਾਂ। ਸੰਘੇੜੇ ਦੇ ਬਾਲ ਦੇ ਕੇਸ ਨੇ ਸਾਡਾ ਕੰਮ ਖਰਾਬ ਕਰਤਾ। ਪੁਲਿਸ ਨੇ ਪਹਿਲੀ ਵਾਰੀ ਸਿੱਧੀ ਚੀਜ਼ ਕੀਤੀ। ਮੀਡੀਆ ਦੇ ਰੌਲੇ ਕਾਰਨ ਪੁਲਿਸ ਨੂੰ ਇਹ ਕੁਝ ਕਰਨਾ ਪਿਆ। ਆਮ ਤਾਂ ਕਿਸੇ ਬੇਕਸੂਰ ਨੂੰ ਹੀ ਜੇਲ੍ਹ 'ਚ ਝੋਂਕਦੇ ਜਾਂ ਕਿਸੇ ਨੂੰ ਲੁੱਟਦੇ ਨਹੀਂ, ਪਰ ਐਤਕੀ ਖੋਜ ਕੀਤੀ। ਸੰਘੇੜੇ ਵੱਡਾ ਸਿਤਾਰਾ ਸੀ, ਉਹ ਵੀ ਬਾਲੀਵੁੱਡ ਦਾ। ਪੁਲਿਸ ਨੇ ਕਾਰੀਗਰ ਵਿਗਿਆਨੀ ਇਸਤੇਮਾਲ ਕੀਤੇ। ਉਹਨਾਂ 'ਚੋਂ ਇੱਕ ਨੇ ਸੀੜੀ ਨੂੰ ਕੱਟ ਕੇ ਲੱਕੜ ਖੜਪਾੜ ਵੇਖੀ। ਇਹ ਤੋਂ ਬਹੁਤ ਕੁਝ ਪਤਾ ਲੱਗ ਗਿਆ। ਬਾਜ਼ਾਰ ਹਰ ਲੱਕੜ ਦੀ ਖੜਪਾੜ ਵੱਖਰੀ ਹੈ, ਕਿਉਂਕਿ ਹਰ ਆਰੇ 'ਚ ਫਰਕ ਹੁੰਦਾ ਹੈ। ਹਰ ਫਰਨਾਈ ਦੇ ਦੰਦਿਆਂ ਦਾ ਵਾਢਾ ਵੱਖਰਾ ਚਿੰਨ੍ਹ ਬਣਾਉਂਦਾ ਹੈ। ਇਸ ਤੋਂ ਵਿਗਿਆਨੀ ਨੇ ਪਤਾ ਕਰ ਲਿਆ ਕਿ ਪੌੜੀ ਕਿਸ ਕਾਰਖਾਨੇ 'ਚੋਂ ਖਰੀਦੀ ਸੀ। ਬਸ ਪੁਲਿਸ ਸੰਘੇੜੇ ਦੇ ਇਲਾਕੇ ਦੇ ਨੇੜਲੇ ਕਾਰਖਾਨਿਆਂ 'ਚ ਪੁੱਛ ਪੜਤਾਲ ਕਰਨ ਲੱਗ ਪਈ। ਜਦ ਸਹੀ ਮਿਲ ਲੱਭ ਪਈ, ਕੀਤੇ ਸਵਾਲਾਂ ਦੇ ਜਵਾਬਾਂ ਤੋਂ ਪਤਾ ਲੱਗਿਆ ਕਿ ਇੱਕ ਅਜੀਬ ਜਿਹਾ ਬੰਦਾ ਸੀ ਜਿਹਨੇ ਲੱਕੜਾਂ ਖਰੀਦੀਆਂ ਸੀ। ਉਹਦਾ ਲਹਿਜਾ ਮਦਰਾਸੀ ਸੀ। ਉਹਨੇ ਤਕਰੀਬਨ ਜਦ ਬਾਲ ਚੁੱਕਿਆ ਗਿਆ ਸੀ, ਉਦੋਂ ਕੁ ਜਿਹੀ ਲੱਕੜ ਦਾ ਆਰਡਰ ਦਿੱਤਾ ਸੀ, ਪਰ ਉਸ ਕੋਲ ਮਿਲ ਜਾਂ ਦੁਕਾਨ ਨਹੀਂ ਸੀ। ਟਰੱਕ 'ਚ ਲੱਕੜ ਲਿਜਾ ਕੇ ਲੋਕਾਂ ਨੂੰ ਵੇਚਦਾ ਸੀ। ਬਸ ਹੁਣ ਪੁਲਿਸ ਮਦਰਾਸੀ ਮਗਰ ਪੈ ਗਈ। ਨਾਲੇ ਬਿੰਦੀ ਵਾਲੇ ਪੈਸੇ ਸ਼ੁਰੂ ਹੋ ਗਏ ਸਾਹਮਣੇ ਆਉਣੇ। ਜ਼ਿਆਦਾ ਸਾਡੇ ਸ਼ਹਿਰ ਰਣਜੀਤਪੁਰ 'ਚ ਹੀ ਖਰਚੇ ਸੀ। ਜਿਹੜੀਆਂ ਦੁਕਾਨਾਂ ਅੱਜ ਤੋਂ ਬਿੰਦੀ ਵਾਲੇ ਨੋਟ ਲੱਭੇ, ਸਵਾਲ ਪੁੱਛੇ ਗਏ। ਇਸ ਤਰ੍ਹਾਂ ਪਤਾ ਲੱਗ ਗਿਆ ਕਿ ਇੱਕ ਚੁਸਤ ਸ਼ੌਕੀਨ ਮਦਰਾਸੀ ਨੇ ਖਰਚੇ ਸੀ। ਹੌਲੀ ਹੌਲੀ ਪੁੱਛ ਕੇ ਉਹਦਾ ਨਾਮ ਮਿਲ ਗਿਆ। ਇਸ ਤੋਂ ਬਾਅਦ ਖੁਰਾ ਕੱਢ ਲਿਆ ਦਾਦੇ ਦੀ ਚੌਂਪੜ ਵੱਲ। ਇਸ ਵੇਲੇ ਮੇਰਾ ਧਿਆਨ ਸੀ ਪੈਸੇ ਬਣਾਉਣ ਦਾ, ਡਾਕਟਰਾਂ ਦੀ ਮਦਦ ਨਾਲ। ਕੁਝ ਡਾਕਟਰ ਸਨ ਸਾਡੇ ਹਸਪਤਾਲਾਂ 'ਚ ਜਿਹੜੇ ਪੈਸੇ ਬਣਾਉਣ ਕੋਈ ਗੈਰ ਮੁਲਕੀ ਨਿਆਣੇ ਸਿਆਣੇ ਦੀ ਇੰਦਰੀ ਜਾਂ ਜਿਸਮ ਦਾ ਖਾਸ ਹਿੱਸਾ ਮਨਜ਼ੂਰੀ ਬਿਨਾਂ ਹੀ ਕੱਢ ਲੈਂਦੇ ਨੇ। ਜ਼ਿਆਦਾ ਵਾਰੀ ਕਿਸੇ ਦੇ ਟੀਕਾ ਲਾ ਕੇ ਉਹਨੂੰ ਮਾਰ ਦਿੰਦੇ ਨੇ।
ਅੱਜ ਕੱਲ੍ਹ ਤਾਂ ਆਮ ਜਿਹੀ ਗੱਲ ਹੈ, ਲੋਕ ਹਸਪਤਾਲ ਜਾਂਦੇ ਨੇ ਇਲਾਜ ਕਰਵਾਉਣ, ਪਰ ਸਾਡੇ ਵਧੀਆ ਦੇਸ਼ 'ਚ ਇਹ ਕੁਝ ਹੁੰਦਾ ਹੈ। ਮੇਰਾ ਹਿੱਸਾ ਵੀ ਸੀ ਇਸ 'ਚ। ਅਮੀਰ ਬੰਦਿਆਂ ਲਈ ਔਰਗਨ ਦਵਾ ਦਿੰਦੇ ਸਾਂ। ਜੇ ਕੋਈ ਹੋਰ ਰਾਹ ਨਾ ਮਿਲਦਾ ਤਾਂ ਅਸੀਂ ਕਿਸੇ ਬੱਚੇ ਜਾਂ ਤੁੱਛ ਸਿਆਣੇ ਨੂੰ ਚੁੱਕ ਕੇ ਉੱਥੇ ਲੈ ਜਾਂਦੇ। ਸਾਨੂੰ ਪੈਸਾ ਮਿਲ ਜਾਂਦਾ, ਹਸਪਤਾਲ ਨੂੰ ਔਰਗਨ। ਆਈ ਲਵ ਮਾਈ ਇੰਡੀਆ। ਸੋ ਮੇਰਾ ਧਿਆਨ ਇਸ ਪਾਸੇ ਸੀ। ਜਦ ਮਦਰਾਸੀ ਪੁਲਿਸ ਨੇ ਫੜ ਲਿਆ, ਉਹਨੇ ਦਾਦੇ ਦਾ ਨਾਂ ਦੇ ਦਿੱਤਾ ਪੁਲਿਸ ਨੂੰ। ਪੁਲਿਸ ਨੇ ਦਾਦੇ ਨੂੰ ਹੱਥ ਨਹੀਂ ਲਾਉਣਾ ਸੀ, ਪਰ ਸਾਡੀ ਸਾਰੀ ਸਕੀਮ ਦਾ ਪਤਾ ਲਿਆ। ਮਦਰਾਸੀ ਜੇਲ੍ਹ 'ਚ ਗਿਆ, ਉਹਨੂੰ ਫਾਂਸੀ ਹੋ ਗਈ। ਜਨਤਾ ਖੁਸ਼ ਸੀ, ਪਰ ਸੰਘੇੜੇ ਨੂੰ ਵੱਢੀ ਲਈ ਪੁਲਿਸ ਨੇ ਦੱਸ ਦਿੱਤਾ ਸੀ ਕਿ ਇਹਦੇ ਪਿੱਛੇ ਦਾਦਾ ਸੀ। ਹਾਂ, ਮੇਰਾ ਨਾਂ ਵੀ ਲਾ ਦਿੱਤਾ। ਜਦ ਅਦਾਲਤ 'ਚ ਕੇਸ ਚੱਲ ਰਿਹਾ ਸੀ, ਗੋਗੀ ਵੱਲ ਉਂਗਲ ਉੱਠੀ ਕਿ ਉਹ ਗੁੰਡਿਆਂ ਲਈ ਕੰਮ ਕਰਦਾ ਸੀ, ਪਰ ਉਹਨੇ ਸਬੂਤ ਦੇ ਦਿੱਤਾ ਕਿ ਉਹਨੇ ਸੱਚੇ ਦਿਲ ਨਾਲ ਕੰਮ ਕੀਤਾ ਤੇ ਉਹਨੇ ਸੱਚਮੁੱਚ ਹੀ ਬਾਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਮਦਰਾਸੀ ਨੂੰ ਕਈ ਵਾਰ ਪੁੱਛਿਆ ਗਿਆ ਕਿ ਬੱਚਾ ਕਿੱਥੇ ਹੈ, ਪਰ ਉਹਨੇ ਜਵਾਬ ਨਹੀਂ ਦਿੱਤਾ। ਫਿਰ ਕਿਸਮਤ ਨਾਲ ਇੱਕ ਦਿਨ ਸੰਘੇੜੇ ਦੀ ਹਵੇਲੀ ਨੇੜੇ ਤੇੜੇ ਇੱਕ ਟਰੱਕ ਰੁਕਿਆ, ਕਿਉਂਕਿ ਡਰਾਈਵਰ ਨੇ ਮੂਤ ਕਰਨਾ ਸੀ। ਜਦ ਬਾਹਰ ਸੜਕ ਦੇ ਪਾਸੇ ਖੜਾ ਹੋਇਆ, ਹੇਠਾਂ ਝਾੜੀਆਂ 'ਚ ਇੱਕ ਹੱਡੀ ਦਾ ਪਿੰਜਰ ਪਿਆ ਦੇਖਿਆ, ਜਿਹਦੇ ਕਪਾਲ 'ਚ ਗਲੀ ਸੀ। ਨਿਆਣੇ ਦਾ ਮੁਤਰਾੜ ਸੀ। ਸਾਰੇ ਮੁਲਕ 'ਚ ਪੁਲਿਸ ਤੇ ਸੰਘੇੜੇ ਨੇ ਪੁੱਛ ਪੜਤਾਲ ਕੀਤੀ, ਪਰ ਬਾਲ ਤਾਂ ਘਰ ਨੇੜੇ ਹੀ ਸੀ, ਉਸੇ ਦਿਨ ਮਰ ਗਿਆ ਸੀ। ਇਸ ਕਰਕੇ ਮਦਰਾਸੀ ਨੂੰ ਫਾਂਸੀ ਮਿਲੀ। ਪਰ ਹੁਣ ਸੰਘੇੜੇ ਨੂੰ ਪਤਾ ਸੀ ਕਿ ਸਭ ਸਾਡੀ ਕੰਪਨੀ ਦੀ ਸਕੀਮ ਸੀ, ਖਾਸ ਕਰਕੇ ਮੇਰੀ। ਸੰਘੇੜਾ ਮੁੰਬਈ 'ਚ ਐਕਟਰ ਸੀ। ਮੁੰਬਈ ਦੇ ਗੁੰਡੇ ਸਾਤੋਂ ਵੀ ਜ਼ਬਰਦਸਤ ਸਨ। ਸੰਘੇੜੇ ਦੀ ਦੋਸਤੀ ਸੀ ਉਹਨਾਂ ਨਾਲ। ਜਦ ਕੇਸ ਅਖਬਾਰਾਂ 'ਚ ਆਇਆ, ਮੇਰਾ ਤੇ ਦਾਦੇ ਦਾ ਨਾਂ ਛਪਿਆ ਸੀ। ਹੁਣ ਮੈਨੂੰ ਆਪ ਦਾ ਧਿਆਨ ਰੱਖਣਾ ਪਿਆ ਸੀ। ਮਦਰਾਸੀ ਦੀ ਫਾਂਸੀ ਬਾਅਦ ਇੱਕ ਬ੍ਰਿਟਿਸ਼ ਕੁੜੀ ਨੂੰ ਮੇਰੇ ਖਾਸ ਡਾਕਟਰ ਨੇ ਮਾਰਿਆ ਟੀਕੇ ਨਾਲ। ਜਦ ਕੁੜੀ ਉਹਦੀ ਮਾਂ ਦੀ ਗੋਦੀ ਵਿੱਚ ਫੜੀ ਸੀ, ਪਰ ਇਸ ਇਸਤਰੀ ਨੇ ਰੌਲਾ ਪਾਇਆ ਤੇ ਗੋਰਿਆਂ ਦੇ ਅਖਬਾਰ ਤੱਕ ਗੱਲ ਪੁੱਜ ਗਈ। ਮੇਰਾ ਨਾਂ ਫੇਰ ਅੱਗੇ ਆਇਆ। ਸ਼ਰਮੇ ਨੇ ਗੱਲ ਟਾਲ ਦਿੱਤੀ, ਪਰ ਸੰਘੇੜੇ ਦੀ ਨਿਗਾਹ ਸਾਡੇ ਵੱਲ ਟਿਕ ਗਈ ਸੀ। ਦਾਦੇ ਦੀ ਵੀ ਆਦਤ ਸੀ ਗੱਡੀ 'ਚ ਰਣਜੀਤਪੁਰ ਦੀ ਸਬਜ਼ੀ ਮੰਡੀ ਜਾ ਕੇ ਖੁਦ ਗੋਭੀ, ਸਾਗ ਆਦਿ ਖਰੀਦਣ ਦੀ। ਭੇਜ ਜਿਹਨੂੰ ਮਰਜ਼ੀ ਸਕਦਾ ਸੀ, ਪਰ ਸ਼ੌਕ ਸੀ ਖੁਦ ਖਾਣਾ ਪਕਾਉਣ ਦਾ। ਜਦ ਵੀ ਝੌਂਪੜ 'ਚੋਂ ਬਾਹਰ ਜਾਂਦਾ ਸੀ, ਉਹਦੇ ਨਾਲ ਗੁੰਡਿਆਂ ਦੀ ਸੈਨਾ ਹੁੰਦੀ। ਪਰ ਇਸ ਦਿਨ ਬੁਰਾ ਸ਼ਗਨ ਸੀ। ਨਾਲ ਆਮ 4 ਬੰਦੇ ਸਨ, ਇੱਕ ਗੱਡੀਵਾਨ ਤੇ ਪਿਛਲੀ ਕਾਰ ਵਿੱਚ 3 ਹੋਰ ਸਿਪਾਹੀ। ਇਹ ਸਾਰੇ ਉਸ ਨਾਲ ਗੱਡੀ ਵਿੱਚੋਂ ਨਿਕਲ ਕੇ ਆਸ-ਪਾਸ ਖੜ ਕੇ ਧਿਆਨ ਨਾਲ ਆਲਾ-ਦੁਆਲਾ ਤਾੜਦੇ ਸਨ। ਉਂਝ ਲੋਕ ਦਾਦੇ ਤੋਂ ਡਰਦੇ ਵੀ ਸੀ, ਇਸ ਲਈ ਉਹਨੂੰ ਕੋਈ ਫਿਕਰ ਨਹੀਂ ਸੀ। ਅੱਜ ਇੰਜ ਨਹੀਂ ਹੋਇਆ। ਦੋਨੋਂ ਕਾਰਾਂ ਵੱਖਰੀਆਂ ਹੋ ਗਈਆਂ। ਕਿਸੇ ਨੇ ਜਾਣ-ਬੁੱਝ ਕੇ ਗੱਡਾ ਵਿੱਚ ਫਸਾ ਦਿੱਤਾ ਸੀ। ਉਸ ਪਲ ਵਿੱਚ ਹੀ 3 ਆਦਮੀ ਜ਼ਬਰਦਸਤੀ 5 ਬੰਦਿਆਂ ਨੇ ਗੰਨਾਂ ਤਾਣ ਕੇ ਕਾਰ 'ਚੋਂ ਇਸ਼ਾਰੇ ਨਾਲ ਬਾਹਰ ਕੱਢ ਲਏ। ਚੁੱਪ-ਚਾਪ ਹਥਿਆਰ ਭੁੰਜੇ ਸੁੱਟੋ, ਨਹੀਂ ਤਾਂ ਤੁਹਾਨੂੰ ਭੁੰਨ ਦਿਆਂਗੇ। 5 'ਚੋਂ 3 ਗੱਡੀ 'ਚ ਬਹਿ ਗਏ, ਫਿਰ ਗੱਡਾ ਪਾਸੇ ਕਰਤਾ। ਅਗਲੀ ਗੱਡੀ ਦੇ ਡਰਾਈਵਰ ਨੂੰ ਕਾਰ ਪਿੱਛੇ ਆਉਂਦੀ ਦਿਸਦੀ ਕਰਕੇ ਬਹੁਤ ਸੋਚਿਆ ਨਹੀਂ, ਉਹ ਰੁਕ ਗਿਆ। ਦਾਦਾ ਬਾਹਰ ਨਿਕਲ ਕੇ ਮਿਰਚਾਂ ਵਾਲੇ ਕੋਲ ਗਿਆ। ਕਿੱਦਾਂ ਜਸਵੀਰ, ਸਭ ਕੁਝ ਠੀਕ-ਠਾਕ ਹੈ ਮੇਰੇ ਬੱਚੇ? ਹਾਂ ਸਰਦਾਰ, ਤੁਸੀਂ ਸੁਣਾਓ। ਇੱਥੇ ਤੱਕ ਹੀ ਗੱਲ ਹੋਈ। ਲਾਲ ਮਿਰਚ ਹੀ ਚੱਕਦਾ ਸੀ ਜਦ ਪਿਛਲੀ ਗੱਡੀ 'ਚੋਂ ਬੰਬਈ ਦੇ ਗੁੰਡੇ ਨਿਕਲੇ। ਹੱਥਾਂ 'ਚ ਪਿਸਤੌਲਾਂ ਸਨ, ਗੋਲੀਆਂ ਦਾ ਦਸ਼ਾਂਦਾ ਦਿੰਦੀਆਂ। ਡਰਾਈਵਰ ਦਾ ਰੰਗ ਉੱਡ ਗਿਆ। ਉਹਨੇ ਕੋਸ਼ਿਸ਼ ਕੀਤੀ ਗੱਡੀ 'ਚੋਂ ਨਿਕਲ ਕੇ ਆਪਦੇ ਪਿਸਤੌਲ ਨਾਲ ਵਾਪਸ ਜਵਾਬ ਦੇਣ ਦੀ, ਪਰ ਤਿਲਕ ਕੇ ਭੁੰਜੇ ਗਿਰ ਗਿਆ। ਪੱਥਰ ਹੋਏ ਪੈਰਾਂ ਨੂੰ ਦਾਦੇ ਨੇ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸੇ ਥਾਂ ਘੁੰਮ ਕੇ ਲਾਲ ਮਿਰਚਾਂ 'ਚ ਡਿੱਗ ਗਿਆ। ਦਾਦੇ ਦਾ ਰਾਜ ਖਤਮ ਹੋ ਗਿਆ ਸੀ। ਇਹ ਗੱਲ ਸੁਣ ਕੇ ਹੁਣ ਮੈਨੂੰ ਆਪਦੇ ਬਾਰੇ ਫਿਕਰ ਪੈ ਗਿਆ। ਸੰਘੇੜੇ ਦੀ ਪਹੁੰਚ ਮਤਲਬ ਉਹਦੇ ਗੁੰਡੇ ਆੜੀਆਂ ਦੀ ਲੰਬੀ ਸੀ। ਹੁਣ ਇੰਡੀਆ 'ਚ ਠਹਿਰ ਕੇ ਕੀ ਕਰਨਾ ਸੀ, ਕਿਉਂਕਿ ਜੇ ਬਚਣਾ ਸੀ ਤਾਂ ਬਾਹਰ ਜਾਣਾ ਹੀ ਪੈਣਾ ਸੀ। ਉਸ ਕੰਮ 'ਚ ਮੈਂ ਸਾਰਿਆਂ ਨੂੰ ਜਾਣਦਾ ਸੀ। ਖੋਟਾ ਪਾਸਪੋਰਟ ਮਿਲ ਗਿਆ, ਨਕਲੀ ਨਾਂ ਲਿਆ, ਦੇਵ ਦੀ ਥਾਂ ਅਵਤਾਰ ਤੇ ਦਾੜੀ ਕੇਸ ਕੱਟ ਲਏ ਸੀ। ਰਣਜੀਤਪੁਰ ਛੱਡ ਦਿੱਤਾ ਤੇ ਫਿਰ ਦੇਸ। ਹੁਣ ਹਰ ਬੰਦੇ ਵਾਂਗ ਤਕਦੀਰ ਫੁੱਟਣੀ ਸੀ। ਕੀ ਪਤਾ ਬਾਹਰ ਚੰਗੇ ਦਿਨ ਫਿਰਨੇ ਸਨ ਜਾਂ ਨਹੀਂ। ਜੋ ਮਰਜ਼ੀ, ਦੇਵ ਦੀ ਕਹਾਣੀ ਇੱਥੇ ਮੁੱਕ ਗਈ ਸੀ ਤੇ ਤਾਰੀ ਦੀ ਦਾਸਤਾਂ ਸ਼ੁਰੂ ਹੋ ਗਈ ਸੀ। ਵਿਮਾਨ ਦੇ ਥਾਈਂ ਸਮੁੰਦਰੀ ਜਹਾਜ਼ 'ਤੇ ਨਿਕਲਿਆ। ਪਹਿਲਾਂ ਟ੍ਰੇਨ ਫੜੀ, ਪਾਕਿਸਤਾਨ ਨੂੰ, ਉੱਥੋਂ ਲਾਹੌਰ ਤੇ ਕਰਾਚੀ ਪੁੱਜਿਆ। ਇੱਥੋਂ ਜਹਾਜ਼ ਦੇ ਰਾਹੀਂ ਦੁਬਈ ਪਹੁੰਚ ਗਿਆ, ਪਰ ਅੰਦਰ ਵੜਨਾ ਸੌਖਾ ਨਹੀਂ ਸੀ। ਮੈਂ ਗੈਰ ਕਾਨੂੰਨੀ ਸੀ। ਜੇ ਅਰਬਾਂ ਦੇ ਵੱਸ ਨੂੰ ਮੇਰਾ ਪਤਾ ਲੱਗ ਗਿਆ, ਭਾਰਤ ਵਾਪਸ ਭੇਜ ਸਕਦੇ ਆ ਜਾਂ ਜੇਲ੍ਹ 'ਚ ਬੰਦ ਕਰ ਸਕਦੇ ਆ। ਮੇਰੇ ਅਵੈਧ ਰੁਤਬੇ ਕਰਕੇ ਮੈਨੂੰ ਇੱਕ ਮੁਸ਼ਟੰਡੇ ਲਈ ਕੰਮ ਕਰਨਾ ਪਿਆ। ਉਹਨੇ ਮੈਨੂੰ ਕਾਮਾਂ ਲਾਇਆ ਇੱਕ ਬੰਦਰ ਤੇ ਜਿੱਥੇ ਲੋਕਲ ਲੋਕਾਂ ਤੋਂ ਘੱਟ ਖੱਟੀ ਲਈ ਕੰਮ ਕਰਨਾ ਪਿਆ।
ਉਹਨੂੰ ਹਰਾਮ ਦਾ ਮਾਲ ਮਿਲਦਾ ਸੀ ਜਿਵੇਂ ਮੈਨੂੰ ਪੰਜਾਬ 'ਚ ਮਿਲਦਾ ਸੀ। ਹਰ ਰਾਤ ਸੜਕ ਤੇ ਸੌਣਾ ਪੈਂਦਾ ਸੀ। ਜੇ ਅਰਬੀ ਪੁਲਿਸ ਨੇ ਫੜ ਲਿਆ ਹੁੰਦਾ ਤਾਂ ਬਹੁਤ ਔਖਾ ਕਰਦੇ। ਦਰਅਸਲ ਭਾਵੇਂ ਇੰਡੀਆ ਦੇ ਹੋਣ ਭਾਵੇਂ ਪਾਕਿਸਤਾਨ ਦੇ, ਲੋਕਲ ਲੋਕ ਤਾਂ ਸਾਨੂੰ ਕੁਲਹੀਣ ਸਮਝਦੇ ਸੀ। ਮੈਨੇ ਤਾਂ 18 ਘੰਟੇ ਕੰਮ ਕਰਕੇ ਅੱਕ ਗਿਆ। ਉਹਨੂੰ ਆਖਿਆ, ਮੈਨੂੰ ਇੰਗਲੈਂਡ ਦੀ ਰਾਹਦਾਰੀ ਦਵਾ। ਜ਼ਰੂਰ, ਪਰ 2 ਸਾਲ ਹੋਰ ਲੱਗਣੇ ਆ ਰਾਹਦਾਰੀ ਦੀ ਕਮਾਈ ਪੂਰੀ ਕਰਨ ਨੂੰ। ਇਉਂ 3 ਸਾਲ ਬੀਤ ਗਏ। ਜਦ ਮੌਕਾ ਮਿਲਿਆ ਤਾਂ ਵਿਦਿਆਰਥੀ ਵੀਜ਼ਾ ਦਵਾ ਦਿੱਤਾ। ਇਸ ਕਰਕੇ ਹਵਾਈ ਜਹਾਜ਼ ਰਾਹੀਂ ਇੰਗਲੈਂਡ ਦੇ ਹਵਾਈ ਅੱਡੇ ਹੀਥਰੋ ਪਹੁੰਚ ਗਿਆ। ਮੈਨੂੰ ਚੱਕਣ ਲਈ ਕੋਈ ਹੈ ਨਹੀਂ ਸੀ। ਬਸ ਫੜ ਕੇ ਸਾਊਥ ਹਾਲ ਵੜ ਗਿਆ। ਜੇਬ 'ਚ ਸਿਰਫ 100 ਪੌਂਡ ਸੀ। ਜਦ ਸੁਰੰਗ 'ਚੋਂ ਬੱਸ ਬਾਹਰ ਨਿਕਲੀ, ਇੱਕ ਜਹਾਜ਼ ਦਾ ਮਾਡਲ ਖੜਾ ਸੀ। ਇਹ ਤੋਂ ਬਾਅਦ ਮੋਟਰਵੇ ਤੇ ਪੈ ਕੇ ਬੱਸ ਸਾਊਥ ਹਾਲ ਵੱਲ ਲੈ ਗਈ। ਮੈਨੂੰ ਦੱਸਿਆ ਸੀ ਕਿ ਹੈਵੀਲੋਕ ਗੁਰਦੁਆਰਾ ਜਾਣਾ ਸੀ। ਪਹਿਲਾਂ ਰਵਿਦਾਸ ਗੁਰਦੁਆਰਾ ਲੰਘਿਆ, ਫਿਰ ਪੰਜਾਬ ਰੇਡੀਓ, ਫਿਰ ਫੈਦਰਸਟਾਊਨ ਸਕੂਲ। ਇੱਕ ਚੌਕ ਆ ਕੇ ਬਰਤਾਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਦਿਸ ਪਿਆ। ਇੱਥੇ ਮੈਂ ਓਟ ਬਾਰੇ ਆਖਿਆ। ਮੈਨੂੰ 1-2 ਰਾਤਾਂ ਲਈ ਰਹਿਣ ਦੇਣ ਲਈ ਤਿਆਰ ਸਨ, ਪਰ ਇਸ ਤੋਂ ਜ਼ਿਆਦਾ ਨਹੀਂ। ਕਿਸਮਤ ਨਾਲ ਇੱਕ ਮੁੰਡਾ ਸਿਮਰਨ ਮਿਲ ਪਿਆ। ਉਹਨੇ ਮੈਨੂੰ ਦੱਸ ਪਾਈ ਕਿ ਇੱਕ ਥਾਂ ਹੈ ਬ੍ਰਾਡਵੇ, ਜਿਸ ਤੇ ਮੇਰੇ ਵਰਗੇ ਕਈ ਫੌਜੀ ਹਨ, ਮਤਲਬ ਬੇਜ਼ਾਬਤੇ ਬੰਦੇ। ਲੋਕਲ ਪੰਜਾਬੀ ਜੰਮਪਲ ਪੰਜਾਬ ਤੋਂ ਤਾਜ਼ੇ ਆਏ ਲੋਕਾਂ ਨੂੰ ਫਰੈਸ਼ੀ ਅਪਮਾਨ ਚ ਆਖਦੇ ਨੇ। ਮੈਂ ਅੰਗਰੇਜ਼ੀ ਗੋਰਿਆਂ ਵਾਂਗ ਨਹੀਂ ਵੱਢ ਸਕਦਾ, ਕਰਕੇ ਮੈਂ ਫਰੈਸ਼ੀਆਂ 'ਚ ਗਿਣਿਆ ਜਾਂਦਾ ਸੀ। ਪਰ ਸਿਮਰਨ ਮੈਨੂੰ ਇਸ ਥਾਂ ਲੈ ਗਿਆ ਸੀ। ਇੱਥੇ ਪਤਾ ਲੱਗਿਆ ਕਿ ਸਿਮਰਨ ਪੰਜਾਬ 'ਚ ਤਾਂ MA ਸੀ, ਪਰ ਇੰਗਲੈਂਡ 'ਚ ਲੰਬੇ ਘੰਟੇ ਲਾਉਂਦਾ ਸੀ ਦੁਕਾਨ 'ਚ ਖੜ ਕੇ। 4 ਸਾਲ ਹੋਏ ਨੇ ਜਦ ਦਾ ਸੁਰਗ 'ਚ ਆਇਆ। ਗੁਰਦੁਆਰੇ ਰੋਜ਼ ਜਾਂਦਾ ਹੈ ਖਾਣ ਪੀਣ ਲਈ, ਪਰ ਟਾਈਮ ਨਹੀਂ ਹੈ ਹੋਰ ਕੁਝ ਕਰਨ ਲਈ। ਸਵੇਰ ਰਾਤ ਤੱਕ ਦੁਕਾਨ ਹੀ ਦੇਖੀ ਹੈ। ਮੈਂ ਸੋਚਿਆ, ਝੂਠ ਬੋਲਦਾ ਹੈ। ਕਿੰਨੇ ਜਣੇ ਪੰਜਾਬ ਹਰ ਸਾਲ ਆਉਂਦੇ ਨੇ, ਬਟੂਏ 'ਚ ਖੁੱਲ੍ਹਾ ਖਰਚ ਕਰਦੇ ਨੇ। ਸਾਰੇ ਮੇਰੇ ਵੱਲ ਵੇਖ ਕੇ ਹੱਸ ਪਏ। ਸਾਰਿਆਂ ਨੇ ਆਪਦੀਆਂ ਕਹਾਣੀਆਂ ਮੈਨੂੰ ਦੱਸੀਆਂ। ਮੇਰਾ ਚਿੱਤ ਕਰਦਾ ਸੀ ਹਰ ਇੱਕ ਨੂੰ ਕਹਿਣ ਨੂੰ, ਜਾਣ ਦਿਆ ਕਰ, ਪਰ ਘੜੀ ਨੂੰ ਇਹ ਮੇਰਾ ਹਾਲ ਹੋਣ ਵਾਲਾ ਸੀ। ਪਹਿਲਾ ਮੋਹਨ ਸੀ, ਜਿਹਦੇ ਟੱਬਰ ਨੇ ਗਹਿਣੇ ਵੇਚ ਕੇ ਉਹਨੂੰ ਸਟੂਡੈਂਟ ਪਾਸ ਦਿਵਾਇਆ। ਜਦ UK ਪਹੁੰਚਿਆ ਤਾਂ ਸਾਊਥ ਹਾਲ ਕਾਲਜ 'ਚ ਦਾਖਲਾ ਲੈ ਲਿਆ, ਪਰ ਉਹਦੀ ਨੀਅਤ ਤਾਂ ਸੀ ਕੰਮ ਕਰਕੇ ਪੈਸੇ ਬਣਾਉਣ ਦੀ। ਘਰ ਵਾਪਸ ਭੇਜਣੇ ਸੀ, ਪਰ ਇਸ ਵੇਲੇ ਤੱਕ UK 'ਚ ਮੰਦਵਾੜਾ ਸੀ। ਇੰਗਲੈਂਡ ਦੇ ਜੰਮਪਲਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਸੀ, ਬਾਹਰਲੇ ਬੰਦੇ ਦਾ ਕੀ। ਸਾਊਥ ਹਾਲ ਦੀਆਂ ਸੜਕਾਂ ਤੇ ਅਵਾਰੇ ਵਾਂਗ ਤਰਲੇ ਮਾਰਦਾ ਸੀ। ਹਰ ਦੁਕਾਨ 'ਚ ਜਾ ਕੇ ਹੱਥ ਅੱਡਿਆ ਨੌਕਰੀ ਲਈ। 20 ਘੰਟੇ ਆਪਦਾ ਮੂੰਹ ਕਾਲਜ 'ਚ ਵੀ ਵਿਖਾਉਣਾ ਪੈਂਦਾ ਸੀ, ਨਹੀਂ ਤਾਂ ਸਟੂਡੈਂਟ ਵੀਜ਼ਾ ਗਿਆ ਗੁਆਚਾ ਸਮਝੋ, ਤੇ ਜਹਾਜ਼ ਤੇ ਬਿਠਾ ਕੇ ਜ਼ਬਰਦਸਤੀ ਨਾਲ ਪੰਜਾਬ ਵਾਪਸ ਭੇਜ ਸਕਦੀ ਸੀ। ਹਾਰ ਕੇ ਇੱਕ ਦੁਕਾਨਦਾਰ ਨੇ ਕਾਮੇ ਦੇ ਤੌਰ ਤੇ ਰੱਖ ਲਿਆ। ਆਮ ਮਜ਼ਦੂਰ ਨੂੰ 20 ਪੌਂਡ ਤੱਕ ਤਨਖਾਹ ਘੰਟੇ ਦੀ ਮਿਲ ਸਕਦੀ ਹੈ, ਪਰ ਮੋਹਨ ਤਾਂ ਫੌਜੀ ਸੀ, ਇਸ ਲਈ ਸਾਰੇ ਦਿਨ ਲਈ ਹੀ 10 ਪੌਂਡ ਮਿਲਦੇ ਸੀ। ਜੋੜ ਕੇ ਇੰਡੀਆ ਭੇਜਣੇ ਪੈਂਦੇ ਸੀ। ਸੁਬਾਹ 5 ਵਜੇ ਉੱਠ ਕੇ ਦੁਕਾਨ ਜਾਂਦਾ ਸੀ, ਰਾਤ ਨੂੰ 10 ਵਜੇ ਵਾਪਸ ਆਉਂਦਾ ਸੀ। ਵਾਪਸ ਕਿੱਥੇ? ਇੱਕ 3 ਬੈਡਰੂਮ ਦਾ ਘਰ ਕਿਰਾਏ ਤੇ ਲਿਆ ਸੀ, ਜਿਸ ਵਿੱਚ 12 ਮੁੰਡਿਆਂ ਨਾਲ ਸਾਂਝ ਸੀ। ਘਰ ਦੀ ਹਾਲਤ ਮਾੜੀ ਸੀ, ਪਰਦੇ ਹਮੇਸ਼ਾ ਕੀਤੇ ਹੁੰਦੇ ਸੀ, ਬਾਰੀਆਂ ਪੱਕੀਆਂ ਬੰਦ ਸੀ, ਇਸ ਲਈ ਘਰ 'ਚ ਹਵਾ ਨਹੀਂ ਆਉਂਦੀ ਸੀ। ਮੈਲੀਆਂ ਕੰਧਾਂ, ਜਾਲੇ ਤੇ ਕਾਈ ਆਦਿ ਜੰਮੀ ਹੋਈ ਸੀ। ਡਰਦੇ ਪਰਦੇ ਹਟਾਉਂਦੇ ਨਹੀਂ ਸੀ। ਇੰਨੇ ਆਦਮੀਆਂ ਦੇ ਰਹਿਣ ਕਰਕੇ ਕੂੜਾ ਢੋਲਾਂ 'ਚੋਂ ਡਿੱਗਦਾ ਸੀ, ਜਿਵੇਂ ਕੂੜੇਦਾਨ ਨੂੰ ਉਛਾਲੀਆਂ ਆਉਂਦੀਆਂ ਹੋਣ। ਸੱਚ ਸੀ, ਪੰਜਾਬ ਦੀਆਂ ਮਾਵਾਂ ਸਿਰਫ ਧੀਆਂ ਨੂੰ ਹੀ ਸਫਾਈ ਰੱਖਣਾ ਸਿਖਾਉਂਦੀਆਂ ਨੇ। ਮੁੰਡੇ ਤਾਂ ਏਦਾਂ ਦੇ ਕੰਮ ਕਰਦੇ ਹੀ ਨਹੀਂ, ਪਰ ਪੱਛਮ 'ਚ ਮਰਦ ਨੂੰ ਤਾਂ ਭਾਂਡੇ ਧੋਣ ਤੋਂ ਲੈ ਕੇ ਬਾਲਕ ਦੇ ਪੋਤੜੇ, ਨੈਪੀਜ਼ ਜਾਂ ਡਾਈਪਰ ਸਾਫ਼ ਕਰਨ ਤੋਂ ਬਿਨਾਂ ਸਰਦਾ ਨਹੀਂ। ਕਿਸਮਤ ਵਾਲੇ ਮੁੰਡੇ ਇਸ ਤਰ੍ਹਾਂ ਹੀ ਜਿਉਂਦੇ ਸੀ। ਬਦਕਿਸਮਤ ਦੂਜੇ ਮੁੰਡਿਆਂ ਵਾਂਗ ਰਹਿੰਦੇ ਸੀ। ਦੂਜੇ ਦਾ ਨਾਂ ਤਰਲੋਚਨ ਯਾਨੀ ਤੋਚੀ ਸੀ। ਤੋਚੀ ਨੂੰ ਰਹਿਣ ਲਈ ਥਾਂ ਨਹੀਂ ਮਿਲ ਸਕਦਾ ਸੀ, ਕਿਉਂਕਿ ਵੀਜ਼ਾ ਤਾਂ ਹੈ ਨਹੀਂ ਸੀ। ਮੇਰੇ ਵਰਗਿਆਂ ਨੇ ਉਹਨੂੰ ਇੱਥੇ ਰਾਹਦਾਰੀ ਦਿੱਤੀ ਸੀ, ਨੰਬਰ 2 ਰਾਹਦਾਰੀ। ਉਹ ਹਰ ਰੋਜ਼ ਸੜਕਾਂ ਤੇ ਟੋਲੇ ਨਾਲ ਸ਼ਰਾਬਾਂ ਪੀਂਦਾ ਸੀ, ਗੁਰਦੁਆਰੇ ਰੋਟੀ ਖਾਂਦਾ ਸੀ, ਰਾਤ ਤੱਕ ਟਾਈਮ ਪਾਸ ਕਰਦਾ ਸੀ। ਉਹਨੇ 5 ਸਾਲਾਂ 'ਚ ਘਰ ਵਾਲਿਆਂ ਨਾਲ ਗੱਲ ਨਹੀਂ ਕੀਤੀ ਸੀ। ਬਾਪੂ ਨੂੰ ਤਾਂ ਲੱਗਦਾ ਹੋਏਗਾ ਕਿ ਮੁੰਡਾ ਇੰਗਲਿਸਤਾਨ ਸੈੱਟ ਹੋ ਗਿਆ ਸੀ, ਪਰ ਤੋਚੀ ਤਾਂ ਹਰ ਰਾਤ ਇੱਕ ਘਰ ਦੇ ਗਰਾਜ 'ਚ ਸੌਂਦਾ ਸੀ 10 ਹੋਰ ਮੁੰਡਿਆਂ ਨਾਲ। ਪੁਲਿਸ ਵੀ ਹਮੇਸ਼ਾ ਛਾਪਾ ਮਾਰਦੀ ਰਹਿੰਦੀ ਸੀ। ਜਿਹੜੇ ਫੜੇ ਜਾਂਦੇ ਸੀ ਵਾਪਸ ਭੇਜ ਦਿੱਤੇ, ਪਰ ਪਹਿਲਾਂ ਕਈ ਮਹੀਨੇ ਜੇਲ੍ਹਾਂ 'ਚ ਗੁਜ਼ਾਰਨੇ ਪੈਂਦੇ। ਇਸ ਟੋਲੇ 'ਚ ਸ਼ਰਾਬ ਪੀਣਾ ਲਾਜ਼ਮੀ ਸੀ। ਕੁਝ ਮੁੰਡੇ ਤਾਂ ਬਣ ਗਏ ਸੀ, ਇੱਕ ਤਾਂ ਇਸ ਤਰ੍ਹਾਂ ਪੈਸੇ ਬਣਾ ਕੇ ਘਰ 'ਚ ਰਹਿਣ ਲੱਗ ਪਿਆ ਸੀ।
ਤੋਚੀ ਨੇ ਸੁਣਿਆ ਕਿ ਇਹ ਤਾਂ ਪੰਜਾਬ ਵੀ ਵਾਪਸ ਛੁੱਟੀਆਂ ਕਰਨ ਜਾਂਦਾ ਸੀ। ਕੰਜਰ ਪੈਸੇ ਨਾਲ ਪੰਜਾਬ 'ਚ ਆਪ ਨੂੰ ਤਾਜਰ ਵਿਖਾਉਂਦਾ ਸੀ। ਉਹਦੇ ਪੈਸੇ ਵੇਖ ਕੇ ਸਾਰੇ ਪੰਜਾਬ ਦੇ ਵਾਸੀ ਵਾਹਵਾ ਗੱਲਾਂ 'ਚ ਪੈਂਦੇ ਸੀ। ਤੋਚੀ ਵੀ ਹੁਣ ਕੋਈ ਉਲਟਾ ਕੰਮ ਲੱਭਦਾ ਸੀ, ਕਿਉਂਕਿ ਹੋਰ ਕਰੇ ਵੀ ਕੀ। ਪੰਜਾਬ ਤੋਂ ਤਾਂ ਇੱਜ਼ਤਦਾਰ ਕੁੜੀਆਂ ਵੀ ਇਹ ਕੰਮ ਕਰਦੀਆਂ ਸੀ। ਫਿਰ ਤੋਚੀ ਸੋਚਦਾ, ਮੈਂ ਵੀ ਕਰ ਲਾਂ। ਹੋਰ ਕਿੰਨੇ ਸਾਲ ਸੜਕਾਂ ਤੇ ਗਰਾਜਾਂ 'ਚ ਰਲੂੰਗਾ। ਮੈਂ ਸਮਝ ਗਿਆ ਕਿ ਰਣਜੀਤਪੁਰ ਤੋਂ ਬੁਰੀ ਜ਼ਿੰਦਗੀ ਹੈ ਇਹ ਗੋਰਿਆਂ ਦੀ, ਜੰਨਤ 'ਚ। ਲੱਗਦਾ ਹੈ ਪਹਿਲੇ ਪ੍ਰਵਾਸੀ ਕੁਝ ਖੱਟ ਗਏ, ਪਰ ਅੱਜ ਦੇ ਸੁਪਨੇ ਲੈਣ ਵਾਲਿਆਂ ਲਈ ਗੱਲ ਹੋਰ ਹੈ। ਅਸੀਂ ਤਾਂ ਇੱਥੇ ਆ ਕੇ ਫਸ ਗਏ। ਉਂਝ ਕੁਝ ਕਾਮਯਾਬ ਵੀ ਸੀ, ਪਰ ਜ਼ਿਆਦਾ ਟੱਕਰਾਂ ਹੀ ਮਾਰਦੇ ਸੀ। ਵਾਪਸ ਵੀ ਜਾ ਨਹੀਂ ਸੀ ਸਕਦੇ, ਇੱਥੇ ਵੀ ਔਖੇ। ਜਦੋਂ ਉਹਨਾਂ ਨੂੰ ਮਿਲਿਆ, ਮੈਂ ਸਭ ਮੁਬਾਲਗਾ ਸਮਝਦਾ ਸੀ। ਹੌਲੀ ਹੌਲੀ ਮੈਂ ਵੇਖ ਲਿਆ ਕਿ ਇੱਥੇ ਰਣਜੀਤਪੁਰ ਵਾਂਗ ਦੋ ਰੰਗ ਸੀ, ਇੱਕ ਹੈਰਤ ਅੰਗੇਜ਼, ਇੱਕ ਦਹਿਸ਼ਤ ਅੰਗੇਜ਼। ਸੱਚ ਸੀ, ਅੰਗਰੇਜ਼ ਹਰ ਗੈਰ ਮੁਲਕੀ ਨੂੰ ਅਸਲੀ ਇੰਗਲੈਂਡ ਤੋਂ ਪਰਾਂ ਰੱਖਣਾ ਚਾਹੁੰਦੇ ਸੀ। ਹਰ ਪਰਦੇਸੀ ਨੂੰ ਲੰਡਨ ਦੇ ਮਹੱਲਿਆਂ 'ਚ ਬੰਦ ਕਰਕੇ ਰੱਖਿਆ ਹੋਇਆ ਸੀ, ਜਿਵੇਂ ਭੇਡਾਂ ਦੇ ਵਾੜੇ 'ਚ ਰੱਖੇ ਹੋਣ। ਸਾਊਥ ਹਾਲ ਵੀ ਇੰਝ ਸੀ, ਹੈਂਡਸਵਰਥ ਵੀ ਤੇ ਇਲਫੋਰਡ ਵੀ। ਸਾਰੇ ਪੰਜਾਬੀ, ਸੋਮਾਲੀ, ਗੁਜਰਾਤੀ, ਪੁਲਸਕੀ ਇੱਥੇ ਢੇਰੀ ਕੀਤੇ ਹੋਏ ਸੀ। ਜਿਨ੍ਹਾਂ ਦੇ ਬੱਚੇ ਪੜ੍ਹ ਗਏ ਹੌਲੀ ਹੌਲੀ ਨਿਕਲ ਜਾਂਦੇ ਸੀ, ਪਰ ਇਹ ਸਭ ਬਾਅਦ 'ਚ ਪਤਾ ਲੱਗਿਆ। ਉਹਨਾਂ ਸਭ ਨੂੰ ਮਿਲਣ ਬਾਅਦ ਮੋਹਨ ਨੇ ਮੈਨੂੰ ਇੱਕ ਮੁੰਡੇ ਦਾ ਨੰਬਰ ਦਿੱਤਾ। ਚੰਗੀ ਗੱਲ ਹੋਈ, ਨਹੀਂ ਤਾਂ ਤੋਚੀ ਨਾਲ ਸੜਕਾਂ ਤੇ ਸ਼ਰਾਬ ਪੀਣ ਲੱਗ ਜਾਣਾ ਸੀ। ਨੰਬਰ ਸੁੱਖੇ ਦਾ ਸੀ, ਮੈਂ ਹੀ ਉਹਨੂੰ ਤਾਰੀ ਨਾਂ ਦਿੱਤਾ। ਉਹਨੂੰ ਇੰਨਾ ਪਤਾ ਸੀ ਕਿ ਮੈਨੂੰ ਰਹਿਣ ਲਈ ਥਾਂ ਚਾਹੀਦਾ ਸੀ ਤੇ ਨੌਕਰੀ। ਸੁੱਖਾ ਇੱਕ ਕਬਾੜਖਾਨਾ ਸੀ, ਜਿਹਨੂੰ ਅੰਗਰੇਜ਼ ਪੌਂਡ ਸ਼ਾਪ ਦੱਸਦੇ ਸੀ, ਕਿਉਂਕਿ ਹਰ ਚੀਜ਼ ਸਸਤੀ ਸੀ। ਅੱਧੀਆਂ ਚੀਜ਼ਾਂ 1 ਪੌਂਡ ਲਈ। ਮੈਨੂੰ ਕੰਮ ਸਿਖਾਤਾ, ਟਿੱਲ ਦੇ ਪਿੱਛੇ ਖੜਨਾ, ਪੈਸਿਆਂ ਦਾ ਹਿਸਾਬ ਕਰਨਾ। ਦੁਕਾਨ ਦਾ ਮਾਲਿਕ ਪਠਾਣੀ ਸਰਦਾਰ ਸੀ। ਸਵੇਰੇ ਖੋਲ ਕੇ ਚਾਬੀਆਂ ਸੁੱਖੇ ਕੋਲ ਛੱਡ ਜਾਂਦਾ, ਪਰ ਛਾਵੇਂ ਢਲਣ ਤੇ ਮੈਂ ਆ ਖਲੋਂਦਾ। 8 ਘੰਟੇ ਲਈ ਕੰਮ ਕਰਦਾ ਸੀ। ਦੁਕਾਨ ਦੇ ਉੱਪਰ ਕਮਰਾ ਸੀ, ਜਿੱਥੇ ਸਸਤਾ ਜਿਹਾ ਪਲੰਘ ਡਾਹਿਆ ਸੀ। ਪਹਿਲਾਂ ਮੈਂ ਉੱਤੇ ਪੈਂਦਾ ਸੀ, ਫਿਰ ਸੁੱਖੇ ਨੂੰ ਖਾਣਾ ਬਣਾਉਣਾ ਆਉਂਦਾ ਨਹੀਂ ਸੀ, ਮੈਨੂੰ ਹੀ ਪਕਾਉਣਾ ਪੈਂਦਾ। ਬਾਥਰੂਮ ਗੰਦਾ ਸੀ, ਟਾਇਲਟ ਵੀ, ਸਭ ਗਰਦ ਨਾਲ ਭਰਿਆ ਸੀ। ਪੈਸੇ ਬਹੁਤ ਘੱਟ ਮਿਲਦੇ ਸੀ। ਇੱਥੇ ਸਾਲ ਬੀਤਿਆ। ਇਸ ਸਾਲ ਵਿੱਚ ਮੈਂ ਵੇਖਿਆ ਕਿ ਜੋ ਪੰਜਾਬ 'ਚ ਅੰਗਰੇਜ਼ੀ ਸਿਖਾਉਂਦੇ ਸੀ, ਸੁਆਹ ਇਹ ਸੀ। ਕੋਈ ਉਸ ਤਰ੍ਹਾਂ ਦੀ ਇੰਗਲਿਸ਼ ਬੋਲਦਾ ਨਹੀਂ ਸੀ। ਕਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਦੀ ਸਮਝ ਪੈਂਦੀ ਨਹੀਂ ਸੀ। ਪਹਿਲਾਂ ਤਾਂ ਗੋਰਿਆਂ ਨਾਲ ਬੋਲਣ ਤੋਂ ਵੀ ਡਰ ਲੱਗਦਾ ਸੀ। ਹੌਲੀ ਹੌਲੀ ਪਤਾ ਲੱਗਾ ਕਿ ਅੰਗਰੇਜ਼ੀ ਦੇ ਕਈ ਰੰਗ ਨੇ। ਉੱਚੀ ਪੜ੍ਹਾਈ ਵਾਲਿਆਂ ਦੀ ਬੋਲੀ ਹੋਰ ਸੀ, ਆਮ ਜਨਤਾ ਦਾ ਸੁਰ ਦਬਾਅ ਹੋਰ ਸੀ। ਜ਼ਿਆਦਾ ਗੋਰੇ ਤਾਂ ਝੁੱਡੂ ਡੰਗਰ ਹੀ ਸੀ। ਉਹਨਾਂ ਦੇ ਜਵਾਕ ਕਾਲਿਆਂ ਵਾਂਗ ਬੋਲਣਾ ਪਸੰਦ ਕਰਦੇ ਸੀ। ਨਾਲੇ ਜਿੱਥੇ ਇੰਡੀਆ 'ਚ ਸਾਰੇ ਇੱਕ ਰੰਗਾਂ ਦੇ ਲੋਕ ਸੀ, ਭਾਵੇਂ ਪੱਕੇ ਰੰਗ ਦੇ ਜਾਂ ਦੁੱਧ ਰੰਗ ਦੇ, ਇੱਥੇ ਦੁਨੀਆ ਦੀ ਹਰ ਕੌਮ ਸੀ। ਕੋਈ ਜਾਤ ਪਾਤ ਦਾ ਫਰਕ ਨਹੀਂ ਸੀ, ਪਰ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਸੀ। ਉਹਨਾਂ ਲਈ ਹਰ ਪੱਗ ਵਾਲਾ ਮੁਸਲਮਾਨ ਸੀ, ਹਰ ਦੇਸੀ ਆਦਮੀ ਉਗਰਵਾਦੀ ਸੀ। ਸਾਨੂੰ ਸਭ ਨੂੰ ਪੈਕੀ ਆਖਦੇ ਸੀ। ਗੋਰਿਆਂ ਦੀ ਗੱਲ ਤਾਂ ਵੱਖਰੀ ਸੀ। ਸਾਡੇ ਲੋਕ ਜੋ ਇਸ ਦੇਸ਼ ਦੇ ਜੰਮੇ ਸਨ, ਸਾਨੂੰ ਚੰਡਾਲਾਂ ਤੋਂ ਨੀਚੇ ਸਮਝਦੇ ਸੀ। ਕੇਵਲ ਅੰਗਰੇਜ਼ੀ ਬੋਲਣਾ ਚਾਹੁੰਦੇ ਸੀ ਤੇ ਪੰਜਾਬੀ ਹਿੰਦੀ ਬੋਲਣ ਵਾਲੇ ਨੂੰ ਬੁੱਧਹੀਣ ਸਮਝਦੇ ਸੀ। ਆਫ ਦ ਬਾਊਟ ਫਰੈਸ਼ੀ ਸੱਦਦੇ ਸੀ। ਕਲਚਰ ਦੇ ਤੌਰ ਤੇ ਉਹਨਾਂ ਤੇ ਸਾਡੇ ਵਿੱਚ ਬਹੁਤ ਫਾਸਲਾ ਸੀ, ਇਸ ਲਈ ਅਸੀਂ ਧਮਾਤੜ ਹੀ ਰਹਿੰਦੇ ਸੀ। ਦੂਜੇ ਪਾਸੇ ਮੈਂ ਮੰਨਦਾ ਕਿ ਅਸੀਂ ਪੈਸਿਆਂ ਲਈ ਲਾਲਚੀ ਸੀ, ਸੋਚਾਂ 'ਚ ਤੰਗ ਵੀ ਸੀ। ਉਹਨਾਂ 'ਚ ਕੋਈ ਜਾਤ ਪਾਤ ਨਹੀਂ ਸੀ, ਕੋਈ ਜਨਾਨੀ ਬੰਦੇ ਦੇ ਹੱਕਾਂ 'ਚ ਫਾਸਲਾ ਨਹੀਂ ਸੀ। ਵੱਡੀ ਨੂੰ ਤਾਂ ਨਫ਼ਰਤ ਕਰਦੀ ਸੀ, ਪਰ ਇਹ ਤਾਂ ਹਰ ਵਲਾਇਤ ਦੇ ਵਾਸੀ ਦੀ ਸੱਭਿਅਤਾ ਸੀ। ਮੋਹਨ ਨੇ ਸੁੱਖੇ ਨੂੰ ਦੱਸਿਆ, ਸਾਊਥ ਹਾਲ 'ਚੋਂ ਬਾਹਰ ਸਲਾਓ ਦੁਕਾਨ ਸੀ, ਜਿੱਥੇ ਵੱਧ ਪੈਸੇ ਮਿਲਦੇ ਸੀ ਤੇ ਉਹਨਾਂ ਨੂੰ ਇੱਕ ਕਾਮੇ ਦੀ ਲੋੜ ਸੀ। ਜਦ ਸੁੱਖੇ ਨੂੰ ਨੌਕਰੀ ਮਿਲ ਗਈ, ਉਹਨੇ ਦੁਕਾਨਦਾਰ ਨਾਲ ਮਿੰਨਤਾਂ ਕੀਤੀਆਂ ਮੈਨੂੰ ਵੀ ਨੌਕਰੀ ਦੇਣ ਲਈ। ਬੰਦਾ ਸਿੱਖ ਸਰਦਾਰ ਸੀ, ਜਿਹਨੇ ਸੁਬਕ ਦੇਸ਼ ਹੋਣਾ ਸੀ, ਉਹ ਲਈ ਮੰਨ ਗਿਆ। ਮੈਨੂੰ ਮਹੀਨੇ ਦੇ 600 ਮਿਲਦੇ ਸੀ। ਸੁੱਖੇ ਨੇ ਤਾਂ ਵਾਪਸ ਪੰਜਾਬ ਪੈਸੇ ਭੇਜਣੇ ਸੀ, ਪਰ ਮੈਂ ਆਪਣੇ ਲਈ ਰੱਖੇ। ਹੁਣ ਮੈਂ ਵੀ ਇੰਗਲੈਂਡ ਵੇਖਣਾ ਚਾਹੁੰਦਾ ਸੀ, ਪਰ ਪਹਿਲਾਂ ਦਿਹਾੜੀ ਲਾਉਣੀ ਪੈਂਦੀ ਸੀ। ਜਦ ਕੰਮ ਮੁੱਕ ਜਾਂਦਾ ਸੀ, ਨੀਂਦ ਭਾਰੂ ਹੋ ਜਾਂਦੀ। ਸਰਦਾਰ ਨੂੰ ਕੰਮ ਲੈਣਾ ਆਉਂਦਾ ਸੀ। ਸੁੱਖਾ ਕਦ ਦਾ ਇੱਥੇ ਆਇਆ ਤੇ ਕੰਮ ਹੀ ਕੀਤਾ, ਮੁਲਕ ਤਾਂ ਵੇਖਿਆ ਨਹੀਂ, ਕਿਉਂਕਿ ਮੇਰੇ ਵਾਂਗ 2 ਨੰਬਰ ਬੰਦਾ ਸੀ। ਟੈਕਸੀ ਵੀ ਡਰਾਈਵ ਨਹੀਂ ਕਰ ਸਕਦਾ ਸੀ। ਪਾਗਲਾਂ ਵਾਂਗ ਦਿਨ ਰਾਤ ਕੰਮ ਕਰਦਾ ਸੀ। ਪੈਸੇ ਮਾਂ ਪਿਓ ਕੋਲ ਜਾਂਦੇ ਹੋਣ ਕਰਕੇ ਖੁਦ ਆਨੰਦ ਨਹੀਂ ਲੈ ਸਕਦਾ ਸੀ। ਗੁੰਡਿਆਂ ਨੇ ਇੱਥੇ ਲਿਆਂਦਾ ਕਰਕੇ 600 ਚੋਂ 100 ਉਹਨਾਂ ਨੂੰ ਵੀ ਦੇਣਾ ਪੈਂਦਾ ਸੀ।
ਕਾਲੇ ਧਨ ਦਾ ਨਤੀਜਾ ਹੈ ਚੋਰ ਪੈਸੇ ਲੁੱਟਦੇ ਨੇ। ਮੇਰਾ ਇਸ ਥਾਂ ਵੀ ਸਾਲ ਬੀਤ ਗਿਆ, ਪਰ ਮੈਂ ਆਪਣੇ ਆਪ ਨੂੰ ਹੁਣ ਇਸ ਜੇਲ੍ਹ ਚੋਂ ਕੱਢਣਾ ਚਾਹੁੰਦਾ ਸੀ ਜਿਵੇਂ ਕਿਵੇਂ ਵੀ। ਸੁੱਖਾ ਤਾਂ ਇਮਾਨਦਾਰ ਹੈ, ਪਰ ਮੈਂ ਨਹੀਂ ਇਸ ਤਰ੍ਹਾਂ ਦਾ ਬੰਦਾ। ਮੈਨੂੰ ਪਤਾ ਸੀ ਉਹਨੇ ਤਾਂ 10 ਸਾਲ ਤੱਕ ਵੀ ਇਦਾਂ ਹੀ ਤਕਲੀਫਾਂ ਉਠਾਉਣੀਆਂ ਨੇ, ਪਰ ਵਲਾਇਤ ਨਹੀਂ ਵੇਖਣਾ, ਸੁੱਖ ਨਹੀਂ ਵੇਖਣਾ। ਮੈਂ ਹੋਰ ਇੰਜ ਨਹੀਂ ਰਹਿ ਸਕਦਾ ਸੀ। ਮੈਂ ਤੋਚੀ ਨੂੰ ਫੋਨ ਕੀਤਾ। ਮੇਰੀ ਤਦਬੀਰ ਸੀ ਫਿਰ ਪਾਪੀ ਬਣਨ ਦੀ, ਤਾਰੀ ਮਾਰ ਕੇ ਦੇ ਵਾਪਸ ਲਿਆਉਣਾ ਸੀ। ਤੋਚੀ ਹੁਣ ਤੱਕ ਸੜਕਾਂ ਤੇ ਸ਼ਰਾਬੀ ਹੋ ਕੇ ਅੱਡਿਆਂ ਹੱਥਾਂ ਨਾਲ ਗੁਜ਼ਰਦਾ ਸੀ। ਨਿੱਤ ਗਰਾਜ ਚੋਂ ਨਿਕਲ ਕੇ ਕੰਮ ਕਰਦਾ ਸੀ। ਹਾਰ ਕੇ ਆਵਾਸ ਅਫਸਰਾਂ ਦੇ ਧੱਕੇ ਚੜ ਗਿਆ ਤੇ ਹੋਰ ਕਈਆਂ ਨਾਲ ਜਹਾਜ਼ ਤੇ ਇੰਡੀਆ ਵਾਪਸ ਭੇਜ ਦਿੱਤਾ ਗਿਆ, ਖਾਲੀ ਹੱਥ। ਪਰ ਤੋਚੀ ਬਚ ਗਿਆ ਸੀ, ਕਿਉਂਕਿ ਉਸ ਦਿਨ ਉਹ ਕਿਸੇ ਅਮੀਰ ਲੁੱਚੇ ਦੀ ਸੇਜ 'ਚ ਸਾਂਝੀਵਾਨ ਸੀ। ਇਸ ਤਰ੍ਹਾਂ ਉਹਨੇ ਅਪਰਾਧ 'ਚ ਪੈਰ ਰੱਖਿਆ। 2 ਮਹੀਨਿਆਂ 'ਚ ਖੂਬ ਪੈਸੇ ਬਣਾ ਕੇ ਇੱਕ ਲੁੱਚ ਮੰਡਲੀ 'ਚ ਸ਼ਾਮਲ ਹੋ ਗਿਆ। ਨਕਲੀ ਨਾਮ ਵਰਤ ਕੇ ਕਾਰ ਚਲਾਉਣ ਲੱਗ ਪਿਆ। ਕਦੇ ਕਿਸੇ ਆਦਮੀ ਨਾਲ ਜਾਂਦਾ, ਕਦੀ ਕਿਸੇ ਜਨਾਨੀ ਨਾਲ, ਹਰ ਵਾਰ ਪੈਸਿਆਂ ਲਈ। ਜਦ ਇਹ ਕੰਮ ਨਹੀਂ ਕਰਦਾ ਸੀ, ਟੈਕਸੀ ਨੂੰ ਜੱਫਾ ਪਾਉਂਦਾ ਸੀ। ਇਸ ਤਰ੍ਹਾਂ ਕੁੜੀਆਂ ਦਾ ਠਾਕਾ ਲਾਉਂਦਾ ਸੀ। ਮੇਰਾ ਕਹਿਣ ਦਾ ਮਤਲਬ ਹੈ, ਵਲਾਇਤ ਵਿੱਚ ਇੱਕ ਦੋਸ਼ੀ ਕੰਮ ਹੈ ਜਦ ਕੰਜਕ ਦੀ ਵਸ ਕਰਦੇ ਹੈ, ਗਰੂਮਿੰਗ ਕਰਦੇ ਆਦਮੀ ਨੂੰ ਖੁਸ਼ ਰੱਖਣ ਲਈ, ਮਤਲਬ ਕੁਆਰੀ ਦਾ ਜਿਸਮ ਵੇਚਦੇ ਨੇ। ਕੁੜੀ ਭਾਵੇਂ ਸਕੂਲ ਜਾਂਦੀ ਹੋਵੇ, ਪਰ ਟੈਕਸੀ ਵਾਲੇ ਜਾਂ ਹੋਰ ਬੰਦੇ ਉਹਨੂੰ ਅੱਡੇ 'ਚ ਲੈ ਜਾਂਦੇ ਨੇ। ਜੇ ਕੁਝ ਬੋਲੀ ਮਾਂ ਪਿਓ ਨੂੰ ਜਾਂ ਫਿਰ ਉਹਨੂੰ ਮਾਰ ਦਿੰਦੇ ਨੇ। ਆਮ ਗੱਲ ਬਣ ਗਈ ਹੈ। ਕੁੜੀਆਂ ਜ਼ਿਆਦਾ ਗੋਰੀਆਂ ਸਨ ਤੇ ਵਸ ਕਰਨ ਵਾਲੇ ਗਰੂਮਰ ਪੰਜਾਬੀ ਹੁੰਦੇ ਸੀ। ਆਮ ਪਾਕਿਸਤਾਨ ਦੇ ਵਾਸੀ, ਪਰ ਕਦੇ-ਕਦੇ ਭਾਰਤੀ ਵੀ ਇਸ ਕੰਮ 'ਚ ਪੰਗੇ ਲੈਂਦੇ ਸੀ। ਕੁਝ ਪੰਜਾਬਣਾਂ ਵੀ ਵਿੱਚ ਫਸ ਗਈਆਂ, ਖਾਸ ਕਰ ਇੰਡੀਆ ਤੋਂ ਨਵੀਆਂ ਆਈਆਂ ਜਾਂ ਸਿੱਖ ਘਰਾਂ ਦੀਆਂ ਭੋਲੀਆਂ ਧੀਆਂ, ਜਿਨ੍ਹਾਂ ਨੂੰ ਪਿਆਰ ਦੇ ਵਾਅਦੇ ਦਿੱਤੇ ਗਏ ਸੀ। ਤੋਚੀ ਨੇ ਤਾਂ ਹੁਣ ਇੰਡੀਆ ਦਾ ਵੀ ਚੱਕਰ ਮਾਰ ਲਿਆ ਸੀ। ਉਹਨੂੰ ਵੱਡਾ ਬਿਜ਼ਨਸਮੈਨ ਆਖਦੇ ਸੀ। ਮੈਂ ਵੀ ਇਸ ਟੋਲੇ 'ਚ ਸ਼ਾਮਲ ਹੋ ਗਿਆ। ਮੈਂ ਰਾਤ ਨੂੰ ਦੇਵ ਨਾਂ ਹੇਠ ਟੈਕਸੀ ਚਲਾਉਂਦਾ ਸੀ। ਦਿਨੇ 12-13 ਸਾਲਾਂ ਦੀਆਂ ਕੁੜੀਆਂ ਨੂੰ ਸਕੂਲਾਂ 'ਚੋਂ ਮਿੱਠੀਆਂ ਗੱਲਾਂ ਕਰਕੇ ਦੋਸਤ ਬਣਾਉਂਦਾ ਸੀ। ਕਾਲਜ ਵਾਲਿਆਂ ਨੇ ਤਾਂ ਪੁਲਿਸ ਨੂੰ ਤਾਰੀ ਨਾਂ ਦਿੱਤਾ ਸੀ, ਪਰ ਉਹ ਤਾਂ ਚੋਰ ਬਾਜ਼ਾਰ 'ਚ ਗੁੰਮ ਹੋ ਗਿਆ ਸੀ। ਜਦ ਕੋਈ ਬੇਵਕੂਫ ਕੁੜੀ ਫਸਾ ਲਈ, ਉਹਨੂੰ ਪਹਿਲਾਂ ਆਪ ਹਰਾਮਕਾਰੀ ਕਰਦਾ, ਇਹ ਕਹਿ ਕੇ ਆਈ ਲਵ ਯੂ, ਬਾਅਦ ਤੋਚੀ ਦੇ ਗੈਂਗ ਕੋਲ ਕਸਬਨ ਬਣਾ ਕੇ ਵੇਚ ਦਿੰਦਾ। ਜੇ ਕੋਈ ਕੁੜੀ ਉਲਾਮਾ ਦੇਵੇ, ਉਹਨੂੰ ਦੱਸਦਾ ਸੀ ਜੇ ਬਹੁਤਾ ਰੌਲਾ ਪਾਇਆ ਤਾਂ ਉਹਦੇ ਟੱਬਰ ਨੂੰ ਮਾਰ ਮੁਕਾਉਣਾ। ਸੌਖੇ ਪੈਸੇ ਬਣਦੇ ਗਏ ਇਸ ਤਰ੍ਹਾਂ। ਟੈਕਸੀ ਆਮ ਚੰਗੇ ਬੰਦੇ ਚਲਾਉਂਦੇ ਸੀ, ਪਰ ਮਿੰਨੀ ਕੈਬਾਂ 'ਚ ਮੇਰੇ ਵਰਗੇ ਬੰਦੇ ਨਕਲੀ ਆਗਿਆ ਪੱਤਰ ਨਾਲ ਦਾਖਲ ਹੋ ਜਾਂਦੇ। ਹਰ ਰਾਤ ਮੈਂ ਸੜਕਾਂ ਤੇ ਗੰਦੇ ਦ੍ਰਿਸ਼ ਦੇਖਦਾ ਸੀ। ਪੁਰਸ਼ ਆਪਦੀਆਂ ਸਤਵੰਤੀਆਂ ਦੇ ਪਿੱਠਾਂ ਪਿੱਛੇ ਹੋਰਾਂ ਨਾਲ ਕਾਮ ਕਰਦੇ ਸੀ। ਲੋਕਲ ਗੋਰੇ ਗੋਰੀਆਂ ਕਲੱਬਾਂ 'ਚੋਂ ਨਿਕਲਦੇ, ਸ਼ਰਾਬੀ ਹੋਏ ਸੜਕਾਂ ਤੇ ਸ਼ਰਲਾ ਛੱਡਦੇ ਜਾਂ ਉਲਟੀ ਕਰਦੇ। ਆਪਸ 'ਚ ਹੱਟੇ ਕੱਟੇ ਮੁੰਡੇ ਲੜਦੇ ਵੀ ਸੀ। ਕਲੱਬਾਂ ਦੇ ਰਾਖਿਆਂ ਨਾਲ ਲੜਦੇ ਸੀ। ਸਾਡੀਆਂ ਹਿੰਦੀ ਫਿਲਮਾਂ 'ਚ ਸਾਡੇ ਲੋਕ ਵੀ ਇੰਜ ਦਿਖਾਉਂਦੇ ਨੇ, ਪਰ ਸੱਚਾਈ 'ਚ ਸਾਡੇ ਲੋਕਲ ਲੋਕ ਗਿਣਤੀ ਦੇ ਸੀ। ਜ਼ਿਆਦਾ ਤਾਂ ਪੜ੍ਹਾਈ ਵੱਲ ਜਾਂ ਕਮਾਈ ਕਰਨ 'ਚ ਰੁੱਝੇ ਰਹਿੰਦੇ ਸਨ, ਸਿਵਾ ਮੇਰੇ ਵਰਗੇ ਕੁਝ ਲੋਕਾਂ ਦੇ। ਟੈਕਸੀ 'ਚ ਲੰਡਨ ਦੇਖ ਲਿਆ। ਸੱਚਮੁੱਚ ਰਣਜੀਤਪੁਰ ਵਰਗਾ ਸੀ। ਇੱਕ ਪਾਸੇ ਸ਼ਹਿਰ ਭੱਦਰ ਪੁਰਖ ਵਾਂਗ ਸੀ, ਦੂਜੇ ਪਾਸੇ ਜਿੰਜ ਉਹ ਪੁਰਖ ਲੁੱਚਾ ਵੀ ਬਣ ਸਕਦਾ, ਸ਼ਹਿਰ ਵੀ ਉਚੱਕਾ ਸੀ। ਪਰ ਨਾਲ ਹੀ ਇਤਿਹਾਸ ਸੀ। ਲੰਬੇ ਲੰਬੇ ਬਿਜ ਮੰਦਰ ਸਨ, ਰੌਕ ਸੀ, ਅਜਾਇਬ ਘਰ ਸਨ, ਕਲਾ ਸੀ, ਸੰਗੀਤ ਸੀ। ਸਾਹਿਤ ਨਾਲ ਗੋਰੇ ਇੰਨਾ ਪਿਆਰ ਕਰਦੇ ਸੀ ਕਿ ਹਰ ਹੱਥ ਵਿੱਚ ਰਸਾਲੇ ਨਾਵਲਾਤ ਸਨ। ਦੁਨੀਆ ਦੀ ਹਰ ਕੌਮ ਇੱਥੇ ਰਹਿੰਦੀ ਸੀ। ਹਰ ਮੁਲਕ ਦਾ ਪ੍ਰਸ਼ਾਦ ਪਾਣੀ ਮਿਲਦਾ ਸੀ ਇੱਥੇ। ਜੋ ਕੁਝ ਵਰ੍ਹਿਆਂ ਲਈ ਦੁਕਾਨਾਂ 'ਚ ਖੜ ਕੇ ਦੇਖ ਨਹੀਂ ਸਕਿਆ, ਟੈਕਸੀ ਚਲਾ ਕੇ ਵੇਖ ਲਿਆ। ਕਦੇ ਗੋਰੇ ਸਵਾਰ ਦੂਰ ਲੈ ਕੇ ਜਾਣੇ ਪੈਂਦੇ ਸੀ। ਮੈੜ ਇਸ ਤਰ੍ਹਾਂ ਵੇਖ ਲਿਆ ਜਿਵੇਂ ਪੰਜਾਬ ਵਾਂਗ ਪਿੰਡ 'ਚ ਰਹਿੰਦੇ ਸਨ। ਖੁੱਲੇ ਚੰਗੇ ਘਰ, ਖੁੱਲੇ ਖੇਤ, ਸੁੰਦਰ ਬਾਗ। ਪਰ ਸਾਊਥ ਹਾਲ ਤੋਂ ਇਹ ਦੁਨੀਆ ਜ਼ਿਆਦਾ ਦੂਰ ਸੀ। ਸਾਊਥ ਹਾਲ 'ਚ ਤਾਂ ਮਕਾਨ ਉੱਤੇ ਮਕਾਨ ਸੀ, ਸਭ ਜੁੜੇ ਜਿਵੇਂ ਸੰਗਲ ਦੀਆਂ ਕੜੀਆਂ ਹੋਣ। ਜਿੰਨਾ ਥਾਂ ਇੱਕ ਪਿੰਡ ਦੀ ਹਵੇਲੀ ਦੇ ਚਮਨ 'ਚ ਸੀ, ਉਨੇ 'ਚ ਤਾਂ ਸਾਊਥ ਹਾਲ ਦੇ 2 ਘਰ ਆ ਜਾਣ। ਉਂਝ ਪੜ੍ਹੇ ਲਿਖੇ ਪੰਜਾਬੀ ਵੀ ਰੀਤ ਛੱਡ ਕੇ, ਜੜ੍ਹਾਂ ਛੱਡ ਕੇ ਬਾਹਰ ਨਿਕਲ ਕੇ ਇਹਨਾਂ ਇਲਾਕਿਆਂ 'ਚ ਵਸਣ ਲੱਗ ਪਏ ਸੀ। ਗੁੰਡਾ ਦਾ ਪਹਿਲੇ ਭਾਗ ਦਾ ਦੂਸਰਾ ਅੰਗ। ਟੈਕਸੀ ਲੰਡਨ ਵੇਖ ਲਿਆ, ਮੇਰਾ ਲੰਡਨ। ਕਿੰਗ ਕ੍ਰਾਸ ਦੇ ਸੜਕਾਂ ਤੇ ਅੱਧੀਆਂ ਨੰਗੀਆਂ ਫੀਮਣਾ ਪਿੰਡੇ ਵੇਚਦੀਆਂ ਸੀ, ਸਿਰਫ ਰੋਟੀ ਖਾਣ ਵਾਸਤੇ। ਹਰ ਕੋਲ ਦੱਲਾ ਸੀ ਜਿਹੜਾ ਉਹਨਾਂ ਨੂੰ ਕੁੱਟਦਾ ਜੇ ਉਹਨੂੰ ਦਸਵੰਧ ਨਾ ਦਿੰਦੀਆਂ। ਹਰ ਸੜਕ ਤੇ ਗੁੰਡੇ ਅਫੀਮ ਵੇਚਦੇ ਸੀ।
ਪੁਲਿਸ ਵਿੱਚ ਵੀ ਹਰ 5 ਇਮਾਨਦਾਰ ਅਫਸਰਾਂ 'ਚੋਂ ਇੱਕ ਸਾਡੇ ਵਰਗਿਆਂ ਨੇ ਜੇਬ 'ਚ ਰੱਖਿਆ ਸੀ। ਸਭ ਨੂੰ ਪਤਾ ਸੀ ਕਿ ਹਿੰਦੁਸਤਾਨੀਆਂ ਦੀ ਆਦਤ ਸੀ ਗਹਿਣੇ ਰੱਖਣ ਦੀ, ਇਸ ਲਈ ਇਕੱਲੇ ਰਹਿੰਦੇ ਵਡੇਰਿਆਂ ਨੂੰ ਲੁੱਟਦੇ ਸੀ। ਹਰ ਬੀਬੀ ਤੋਂ ਸੜਕ ਤੇ ਕੁਝ ਨਾ ਕੁਝ ਖੋਹ ਲੈਂਦੇ। ਸਾਡਾ ਗੈਂਗ ਵੀ ਇਹਨਾਂ ਚੱਕਰਾਂ 'ਚ ਸੀ। ਹੌਲੀ-ਹੌਲੀ ਇਸ ਤਰ੍ਹਾਂ ਮੈਂ ਆਪਦਾ ਫਲੈਟ ਲੈ ਲਿਆ ਸੀ। ਇੱਥੇ ਤੋਚੀ ਵੀ ਆਪਦੇ ਸ਼ਿਕਾਰ ਲਿਆਉਂਦਾ ਸੀ। ਤੋਚੀ ਵੀ ਸ਼ੈਤਾਨ ਨਿਕਲਿਆ। ਉਹਨੇ ਸਕੀਮ ਸ਼ੁਰੂ ਕਰ ਲਈ, ਜਿੱਥੇ ਗੁਰਦੁਆਰਿਆਂ ਤੋਂ ਬਚਿਆ ਮਾਲ ਖਰੀਦ ਕੇ ਉਹਨਾਂ ਹੀ ਦੁਕਾਨਾਂ ਨੂੰ ਵੇਚਦਾ ਸੀ ਜਿੱਥੋਂ ਲੋਕਾਂ ਨੇ ਪਹਿਲਾਂ ਖਰੀਦਿਆ ਹੁੰਦਾ ਸੀ। ਮੈਂ ਵੀ ਇਸ ਕੰਮ 'ਚ ਪੈ ਗਿਆ। ਪਰ ਇਹ ਨਾ ਸੋਚੋ ਕਿ ਇਹ ਮੁਲਕ ਇੰਡੀਆ ਵਰਗਾ ਹੀ ਹੈ। ਸਾਨੂੰ ਪੂਰਾ ਡਰ ਸੀ ਕਿ ਅਸੀਂ ਫੜੇ ਜਾਵਾਂਗੇ। ਕਾਨੂੰਨ ਤੋਂ ਡਰਦੇ ਸੀ। ਇੱਥੇ ਜੇ ਦੋਸ਼ੀ ਫੜ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਇਨਸਾਫ ਮਿਲ ਜਾਂਦਾ ਹੈ। ਬਹੁਤ ਘੱਟ ਚਾਂਸ ਸਨ ਵੱਡੀ ਦੇਣ ਜਾਂ ਲੈਣ ਦੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਜਾਣਦੇ ਸੀ ਇੱਥੋਂ ਦੇ ਜੱਜ। ਵੱਡੇ ਲੋਕਾਂ ਜਾਂ ਵੱਡੇ ਦੋਸ਼ਾਂ 'ਚ ਹਰਾਮੀ ਵੀ ਹੈਗੇ ਸੀ, ਪਰ ਆਮ ਆਦਮੀ ਦੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਹੁੰਦਾ ਸੀ। ਰਿਸ਼ਵਤ ਕੋਈ ਦਿੰਦਾ ਜਾਂ ਲੈਂਦਾ ਨਹੀਂ ਸੀ। ਗੋਰਿਆਂ ਅਤੇ ਇੱਥੇ ਪਲੇ ਹੋਏ ਪੰਜਾਬੀਆਂ ਲਈ ਇਹ ਸੱਚ ਹੈ, ਪਰ ਅਸੀਂ ਤਾਂ ਪੰਜਾਬ ਦੇ ਪਲੇ ਹੋਏ ਸੀ ਤੇ ਨੰਬਰ 1 ਤੰਗ ਦਿਲ ਤੇ ਖੋਚਰ ਸਾਂ। ਇੱਕ ਦਿਨ ਮੇਰੇ ਫਲੈਟ 'ਚ ਬੁੱਧੂ ਤੋਚੀ ਨੇ ਇੱਕ 9 ਸਾਲਾਂ ਦੀ ਕੁੜੀ ਮੂੰਹ ਕਾਲੇ ਕਰਦੇ ਨੇ ਮਾਰ ਦਿੱਤੀ। ਮੈਂ ਫਸ ਗਿਆ। ਗੈਂਗ ਨੇ ਮਦਦ ਕੀਤੀ ਲਾਸ਼ ਨੂੰ ਥੇਮਸ ਦਰਿਆ ਦੀ ਡੂੰਘਾਈ 'ਚ ਸੁੱਟਣ ਲਈ, ਪਰ ਹੁਣ ਪੁਲਿਸ ਤਾਂ ਸਾਡੇ ਮਗਰ ਆ ਸਕਦੀ ਸੀ। ਮੈਨੂੰ ਹੁਕਮ ਹੋਇਆ ਉਹਨੂੰ ਸ਼ੂਟ ਕਰਨ ਦਾ, ਸੋ ਮੈਂ ਤੋਚੀ ਨੂੰ ਸਾਊਥ ਹਾਲ 'ਚੋਂ ਬਾਹਰ ਲੈ ਗਿਆ ਆਪਦੀ ਟੈਕਸੀ 'ਚ। ਰਾਹ 'ਚ ਸ਼ਰਾਬ ਪਿਲਾਈ ਗਿਆ। ਇਸ ਤਰ੍ਹਾਂ ਅਸੀਂ ਮਾਰਗੇਟ ਪੁੱਜੇ, ਜੋ ਕੈਂਟ ਦਾ ਇੱਕ ਸਮੁੰਦਰੀ ਨਗਰ ਹੈ। ਇੱਥੇ ਉਹਨੂੰ ਗੱਡੀ 'ਚ ਨਾਲ ਲੈ ਕੇ ਸ਼ਰਾਬ ਦੇ ਸਰੋਤ 'ਚ ਹੱਸਦੇ ਬੀਚ ਤੇ ਪਹੁੰਚ ਗਏ। ਉੱਥੇ ਇੱਕ ਘਾਟ ਸੀ ਜਿਹੜਾ ਵਧੀ ਹੋਈ ਬਾਂਹ ਵਾਂਗ ਸਮੁੰਦਰ 'ਚ ਜਾਂਦਾ ਸੀ। ਇਹਦੇ ਸ਼ਤੀਰ ਹੇਠ ਬਹਿ ਗਏ ਸੀ। 5 ਸਾਲ ਹੋ ਗਏ ਸੀ ਜਦ ਦਾ ਮੈਂ ਕਿਸੇ ਦਾ ਖੂਨ ਨਹੀਂ ਸੀ ਕੀਤਾ। ਹੁਣ ਉਹੀ ਦੇਵ ਵਾਪਸ ਆ ਗਿਆ ਸੀ। ਮੈਂ ਤੋਚੀ ਦੇ ਸਿਰ ਉੱਤੇ ਪਲਾਸਟਿਕ ਦਾ ਲਿਫਾਫਾ ਪਾ ਦਿੱਤਾ, ਫਿਰ ਖਿੱਚਿਆ ਜ਼ੋਰ ਨਾਲ, ਉਹਦਾ ਸਾਹ ਹੀ ਰੋਕ ਦਿੱਤਾ। ਮੱਛੀ ਵਾਂਗ ਵੱਟ ਖਾਂਦਾ ਤੜਫਦਾ ਮਰ ਗਿਆ। ਫਿਰ ਮੈਂ ਉਹਨੂੰ ਪਾਣੀ 'ਚ ਸਿੱਟ ਦਿੱਤਾ। ਪੁਲਿਸ ਨੂੰ ਲੱਗੂਗਾ ਕਿ ਕੋਈ ਸੈਲਾਨੀ ਡੁੱਬ ਗਿਆ। ਜਦ ਉਹਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰਨਗੇ, ਕੁਝ ਨਹੀਂ ਪੱਲੇ ਪੈਣਾ, ਕਿਉਂਕਿ ਤੋਚੀ ਫੌਜੀ ਸੀ। ਮੈਂ ਟੈਕਸੀ ਗੈਟਵਿਕ ਦੇ ਹਵਾਈ ਅੱਡੇ ਤੇ ਛੱਡ ਕੇ ਟ੍ਰੇਨ 'ਚ ਘਰ ਆ ਗਿਆ। ਅਗਲੇ ਦਿਨ ਫਲੈਟ ਵੇਚਣ ਲਾ ਦਿੱਤਾ ਤੇ ਸਾਊਥ ਹਾਲ 'ਚੋਂ ਨਿਕਲ ਗਿਆ। ਗੈਂਗ ਨੇ ਪੈਸੇ ਦਿੱਤੇ ਸੀ ਤੇ ਮੈਨੂੰ ਬਰਮਿੰਘਮ ਭੇਜ ਦਿੱਤਾ। ਫਲੈਟ ਦੀ ਤਲਾਫੀ ਮਿਲ ਗਈ। ਹੁਣ ਮੈਂ ਨਵੇਂ ਟੋਲੇ ਦਾ ਤਲੰਗਾ ਸੀ। ਇਸ ਸ਼ਹਿਰ 'ਚ ਪੰਜਾਬੀ ਬਹੁਤ ਨੇ। ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗਾ ਸੀ। ਸਾਡੇ ਸਰਦਾਰ ਦਾ ਨਾਂ ਜੈਜ਼ੀ ਸੀ। ਉਹ ਰਾਵਣ ਦਾ ਸਕਾ ਭਰਾ ਸੀ। ਹੁਣ ਮੇਰਾ ਵੀ ਚਿੱਤ ਕਰਦਾ ਸੀ ਗੁੰਡਿਆਂ ਉੱਤੇ ਰਾਜ ਕਰਨ ਨੂੰ। ਇੱਥੇ ਮੇਰਾ ਤਨੱਜਲ ਸ਼ੁਰੂ ਹੋਇਆ। ਜੈਜ਼ੀ ਸਿੱਖਾਂ ਦਾ ਮੁੰਡਾ ਸੀ। ਸਿਰ ਢਕਿਆ ਹੁੰਦਾ ਸੀ ਪੱਗ ਨਾਲ, ਪਰ ਹਰ ਰਾਤ ਪੱਬਾਂ 'ਚ ਸ਼ਰਾਬ ਪੀਂਦਾ ਸੀ, ਅਫੀਮ ਵੀ ਖਾਂਦਾ ਸੀ, ਲੋਕਾਂ ਨੂੰ ਡਰਾ ਕੇ ਰੱਖਦਾ ਸੀ। ਫੁੱਟਬਾਲ ਲਈ ਉਹ ਪਾਗਲ ਸੀ। ਐਸਟਨ ਵਿਲਾ ਦਾ ਸ਼ੌਕੀ ਸੀ। ਬਰਤਾਨਵੀ ਸੀ, ਪੰਜਾਬੀ ਮਸਾਂ ਬੋਲ ਸਕਦਾ ਸੀ। ਫਿਰ ਵੀ ਮੇਰੇ ਵਰਗੇ ਗੈਂਗ 'ਚ ਚਾਹੀਦੇ ਸਨ। ਮੇਰੀ ਵੀ ਹੁਣ ਅੰਗਰੇਜ਼ੀ ਕਾਇਮ ਸੀ। ਮੇਰਾ ਜੈਜ਼ੀ ਲਈ ਪਹਿਲਾ ਕੰਮ ਸੀ ਪੰਜਾਬ ਦੇ ਗੈਰ ਕਾਨੂੰਨੀਆਂ ਨੂੰ ਨੌਕਰੀ ਦਿਵਾਉਣਾ। ਸਾਨੂੰ ਪੈਸਾ ਮਿਲਦਾ ਸੀ, ਜਿਸ 'ਚੋਂ ਉਹਨਾਂ ਨੂੰ ਵੀ ਹਿੱਸਾ ਦਿੰਦੇ ਸੀ। ਕੁਝ ਫੌਜੀਆਂ ਨੂੰ ਸਰਈਆ ਰਖਵਾਇਆ ਸੀ, ਕੁਝ ਦੁਕਾਨਾਂ 'ਚ ਤੇ ਕੁਝ ਲੁੱਚੇ ਕੰਮਾਂ ਲਈ। ਜੈਜ਼ੀ ਦੇ ਗੁਲਾਮ ਸਨ ਇਹ ਸਾਰੇ। ਕਿਰਾਏ ਤੇ ਰਹਿੰਦੇ ਸਨ, ਉਹ ਵੀ ਸਾਡੇ ਘਰਾਂ 'ਚ। ਸੋ ਸਾਨੂੰ ਹੀ ਕਿਰਾਇਆ ਮਿਲਦਾ ਸੀ ਤੇ ਗਾਰਡਨ 'ਚ ਕੁੜ ਖੜੇ ਕੀਤੇ ਸੀ, ਜਿਸ 'ਚ ਹੋਰ ਰੱਖ ਕੇ ਕਿਰਾਇਆ ਲੈ ਸਕਦੇ ਸੀ। ਜਦ ਇਹ ਕੰਮ ਨਹੀਂ ਕਰਦਾ ਸੀ, ਮੈਂ ਅਫੀਮ ਵੇਚਦਾ ਸੀ ਜਾਂ ਇੰਡੀਆ ਤੋਂ ਨਵੀਆਂ ਆਈਆਂ ਪੰਜਾਬਣਾਂ ਦਾ ਨਕਲੀ ਵਿਆਹ ਕਰਵਾ ਕੇ ਪੈਸੇ ਬਣਾਉਂਦਾ ਸੀ। ਕੁਝ ਕੁੜੀਆਂ ਨੂੰ ਮੈਂ ਰੰਡੀਆਂ ਬਣਾ ਕੇ ਰੱਖਿਆ ਸੀ। ਇਦਾਂ ਤਾਂ ਨਹੀਂ ਸੀ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਸਕੇ ਸੰਬੰਧੀਆਂ ਨੂੰ ਪਤਾ ਲੱਗ ਜਾਂਦਾ। ਪੰਜਾਬੀ ਤਾਂ ਪਾਗਲ ਨੇ ਪੈਸੇ ਲਈ ਤੇ ਬਾਹਰ ਆਉਣ ਲਈ। ਮੈਂ ਤਾਂ ਹੁਣ ਤੱਕ ਵੇਖ ਚੁੱਕਿਆ ਸੀ ਕਿ ਜਦ ਵੀ ਕੋਈ ਇੱਥੇ ਰਹਿ ਕੇ ਉਹਨਾਂ ਨੂੰ ਸੱਚ ਦੱਸਦਾ, ਉਹ ਮੰਨਦੇ ਹੀ ਨਹੀਂ। ਜਦ ਝੂਠ ਬੋਲ ਕੇ ਕਹੀਏ ਕਿ ਪੱਛਮ ਦੀਆਂ ਸੜਕਾਂ 'ਚ ਸੋਨਾ ਹੈ, ਸਭ ਮੰਨ ਜਾਂਦੇ ਆ। ਪਹਿਲਾਂ ਮੈਂ ਪੰਜਾਬ 'ਚ ਲੋਕਾਂ ਨੂੰ ਇੱਥੇ ਭੇਜਦਾ ਸੀ ਪੈਸੇ ਬਣਾਉਣ ਲਈ, ਜੋ ਮਰਜ਼ੀ ਹੋਣਾ ਹੋਵੇ ਉਹਨਾਂ ਨੂੰ। ਹੁਣ ਜਿਹੜੇ ਆਏ ਹੋਏ ਸੀ, ਉਹਨਾਂ ਦੇ ਫੇਰ ਕੱਪੜੇ ਲਾਉਂਦਾ ਸੀ, ਚੰਗੀ ਤਰ੍ਹਾਂ ਨਿਚੋੜਦਾ ਸੀ ਵਲਾਇਤ ਦੇ ਸੁਪਨੇ ਲਾਉਣ ਵਾਲਿਆਂ ਨੂੰ। ਜੈਜ਼ੀ ਕੱਦ ਦਾ ਲੰਬਾ ਸੀ, ਅੱਖਾਂ ਉਕਾਬੀ ਸੀ, ਨੱਕ ਤਿੱਖਾ, ਰੰਗ ਗੋਰਾ, ਦੰਦ ਰਾਸ਼ਕੀ ਵਾਂਗ ਟੁੱਟ ਚਿੱਥਦੇ ਸੀ।
ਜਦ ਲੋਕਾਂ 'ਚ ਹੁੰਦਾ ਸੀ ਇੰਜ ਨਹੀਂ ਕਰਦਾ ਸੀ, ਕਰਦਾ ਤਾਂ ਸੀ ਪਰ ਗੁਰਦੁਆਰਿਆਂ 'ਚ ਜਾਂ ਟੱਬਰ ਦੇ ਸਾਹਮਣੇ ਨਹੀਂ। ਹਾਂ, ਪੱਬਾਂ ਕਲੱਬਾਂ 'ਚ ਜ਼ਰੂਰ ਕਰਦਾ ਸੀ। ਸਾਰੇ ਉਹ ਤੋਂ ਡਰਦੇ ਸੀ, ਸਿਵਾਏ ਮੇਰੇ। ਜਿਉਂ-ਜਿਉਂ ਦਿਨ ਬੀਤੇ ਡਰ ਘਟਦਾ ਗਿਆ ਉਸ ਤੋਂ। ਇਹਦਾ ਉਹਨੂੰ ਵੀ ਪੂਰਾ ਪਤਾ ਸੀ। ਇੱਕ ਵਾਰ ਮੈਂ ਉਹਦੇ ਨਾਲ ਤੇ ਉਹਦੀ ਝੋਲੀ ਚੱਕਣ ਵਾਲਿਆਂ ਨਾਲ ਬੈਠਾ ਸੀ, ਜਦ ਉਹਨੇ ਮੈਨੂੰ ਕਿਹਾ ਕਸਮੀ ਆਵਾਜ਼ 'ਚ, ਓਏ ਮਾਂ ਦੇ ਟਕਿਆ, ਇੰਡੀਆ ਵਾਲੇ ਆਪ ਨੂੰ ਕੀ ਸਮਝਦੇ ਨੇ? ਮੈਂ ਕੀ ਸਮਝਦਾ? ਕੁਛ ਨਹੀਂ ਸਮਝਦਾ। ਮਤਲਬ? ਸਾਲਾ ਫਰੈਸ਼ ਹੀ ਅਜੇ ਕੱਲ ਆਇਆ ਤੇ ਸੋਚਦਾ ਕੁਰਸੀ ਮਿਲ ਜਾਣੀ ਹੈ ਨਾ। ਕਿਹੜੀ ਕੁਰਸੀ? ਮੈਂ ਤਾਂ ਕੁਛ ਨਹੀਂ ਕਿਹਾ। ਜਦੋਂ ਦਾ ਆਇਆ ਮੈਂ ਤੇਰੇ ਵੱਲ ਤਿੱਖੀ ਅੱਖ ਹੈ। ਸ਼ਰਾਬ ਬਹੁਤੀ ਪੀਤੀ ਲੱਗਦੀ ਹੈ। ਹਾਂ, ਮੈਂ ਕਾਮਯਾਬ ਜ਼ਰੂਰ ਬਣਨਾ ਚਾਹੁੰਦਾ, ਪਰ ਤੈਨੂੰ ਡਰਾਵਾਂ? ਨਹੀਂ, ਆਸ-ਪਾਸ ਵੇਖ ਜੈਜ਼ੀ। ਲੁੱਕ ਐਟ ਦੀਜ਼ ਪੀਪਲ। ਵੇਖ, ਉਸ ਕੋਲ ਸੋਹਣੇ ਕੱਪੜੇ ਨੇ, ਉਸ ਕੋਲ ਗੱਡੀ, ਉਹਦੀਆਂ ਬਾਹਾਂ 'ਚ ਮੇਮ ਹੈ। ਦੈਟਸ ਵਾਟ ਆਈ ਵਾਂਟ। ਇਹਨਾਂ ਪੱਬਾਂ ਦਾ ਰਾਜਾ ਤੂੰ ਏ, ਠੀਕ? ਪਰ ਮੈਂ ਤਾਂ ਇਸ ਸ਼ਹਿਰ ਦਾ ਰਾਜਾ ਬਣਾਂਗਾ। ਸੋਹਣੇ ਕੱਪੜੇ, ਸੋਹਣੀ ਕਾਰ ਤੇ ਇੱਕ ਸੋਹਣੀ ਮੋਹਣੀ ਬਾਹਾਂ 'ਚ। ਇਸ ਸ਼ਹਿਰ ਦਾ ਦਾਦਾ। ਤੂੰ ਐ ਪੈਕੀ ਲਾਇਕ, ਯੂ ਫਰੋਮ ਇੰਡੀਆ। ਦਬ ਕੇ ਹੱਸਣ ਲੱਗ ਪਿਆ। No way, not while I, the king of the castle, Singh is king. ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪ ਨੂੰ ਸਿੱਖ ਸਮਝਦਾ ਸੀ। ਗੁੰਡਾ ਸੀ ਮੇਰੇ ਵਰਗਾ। ਮੈਨੂੰ ਪੈਕੀ ਪ੍ਰਿੰਸ ਆਖਣ ਲੱਗ ਪਿਆ। ਪਰ ਉਹਦੀ ਨਜ਼ਰ 'ਚ ਤੇ ਕਈ ਬ੍ਰਿਟਿਸ਼ ਸਿੱਖਾਂ ਦੀਆਂ ਨਜ਼ਰਾਂ 'ਚ ਪੈਕੀ ਮੁਸਲਮਾਨ ਸਨ, ਜਿਨ੍ਹਾਂ ਨੂੰ ਉਹ ਨਫ਼ਰਤ ਕਰਦੇ ਸੀ। 1947 ਦੀ ਯਾਦ ਅਜੇ ਗੂੜੀ ਸੀ। 47 ਦੇ ਜ਼ਖਮ ਡੂੰਘੇ ਸਨ। ਉਹ ਰੋਸ ਤੇ ਦਰਦ ਅਜੇ ਵੀ ਸੁਲ੍ਹਾ ਸਫਾਈ ਬਿਨਾਂ ਸੀ। ਇਹ ਗੱਲ ਦੂਜੇ ਪਾਸੇ ਵੀ ਐਵੇਂ ਹੀ ਸੀ। ਜਦ ਦੇ ਨਿਊਯਾਰਕ ਦੇ 2 ਰਾਜ ਮੀਨਾਰ ਡਿੱਗੇ ਹਨ, ਉਹ ਤੋਂ ਬਾਅਦ ਕੋਈ ਨਹੀਂ ਸੀ ਪੱਛਮ 'ਚ ਜਿਹੜਾ ਮੁਸਲਮਾਨਾਂ ਨੂੰ ਨਫ਼ਰਤ ਨਾ ਕਰਦਾ ਹੋਵੇ। ਗਲਤੀ ਨਾਲ ਇਹਦੇ ਬਦਲੇ ਦਾ ਪਹਿਲਾ ਬਲੀ ਆਦਮੀ ਸਰਦਾਰ ਸੀ, ਕਿਉਂਕਿ ਗੋਰਿਆਂ ਦੀਆਂ ਨਜ਼ਰਾਂ 'ਚ ਸਭ ਕਾਲੇ ਬੰਦੇ ਇੱਕੋ ਸਨ। ਪਰ ਸਰਦਾਰ ਕਿਤੇ ਘੱਟ ਨਹੀਂ, ਪੁਰਾਣੀਆਂ ਗੱਲਾਂ ਨਹੀਂ ਭੁੱਲਦੇ। 47 ਇਹਨਾਂ ਲਈ ਗੋਰਿਆਂ ਤੋਂ ਵੀ ਜ਼ਬਰਦਸਤ ਸੀ। ਜਿੱਦਾਂ ਅਸੀਂ ਗੈਂਗ ਬਣਾਇਆ, ਉਸੇ ਤਰ੍ਹਾਂ ਇਹਨਾਂ ਨੇ ਵੀ ਬਣਾਏ। ਸਿੱਖ ਜਾਂ ਹਿੰਦੂ ਕੁੜੀਆਂ ਨੂੰ ਕੜੇ ਪਵਾ ਕੇ, ਜਿਹਨੂੰ ਵੀ ਪੰਜਾਬੀ ਬੋਲਣੀ ਆਉਂਦੀ ਸੀ, ਮਿੱਠੀਆਂ ਗੱਲਾਂ 'ਚ ਫਸਾ ਲੈਂਦੇ ਸੀ। ਕਈ ਇਸਲਾਮ ਕਬੂਲ ਕਰ ਲੈਂਦੀਆਂ, ਬਾਅਦ 'ਚ ਪਛਤਾਉਂਦੀਆਂ ਸੀ। ਕਈ ਨਕਲੀ ਪਿਆਰ ਦੇ ਜਾਲ 'ਚ ਫਸ ਕੇ ਖਰਾਬ ਹੋ ਗਈਆਂ। ਕਈਆਂ ਨੂੰ ਚੱਕ ਕੇ ਰੰਡੇ ਬਣਾ ਦਿੰਦੇ ਸੀ। ਸਾਡੇ ਗੈਂਗਾਂ ਵਾਂਗ ਗਰੂਮਿੰਗ ਕਰਦੇ ਸੀ, ਪਰ ਸਿੱਖਾਂ ਦੀਆਂ ਨਜ਼ਰਾਂ 'ਚ ਕੇਵਲ ਪਾਕਿਸਤਾਨੀ ਰੜਕਦੇ ਸੀ। ਗੱਲ ਸੀ ਕਿ ਹਰ ਅਨਮਤੀਆ ਨੂੰ ਆਪਦੀ ਤਬਲੀਗ 'ਚ ਪਾਉਣਾ ਚਾਹੁੰਦੇ ਹੈ। ਇਸ ਲਈ ਦੋਹੀਂ ਉਮਤਾਂ 'ਚ ਫਰਕ ਪੈ ਗਿਆ। ਨਫ਼ਰਤ ਮੇਰੇ ਵਰਗਿਆਂ ਲਈ ਗੁੱਡ ਬਿਜ਼ਨਸ ਸੀ। ਸੱਚ ਵਿੱਚ ਹਰ ਸਮਾਜ 'ਚ ਬੁਰੇ ਵੀ ਹੁੰਦੇ ਨੇ, ਚੰਗੇ ਵੀ। ਬਸ ਮੈਂ ਤਾਂ ਬਦਮਾਸ਼ ਹੀ ਹਾਂ, ਜੈਜ਼ੀ ਵੀ ਸੀ। ਉਹਨੂੰ ਪਾਕਿਸਤਾਨੀਆਂ ਨਾਲ ਨਫ਼ਰਤ ਹੋਣ ਕਰਕੇ ਉਹਨਾਂ ਦੇ ਗੈਂਗਾਂ ਨਾਲ ਪੰਗੇ ਲੈਂਦਾ ਸੀ। ਇਹਦਾ ਫਾਇਦਾ ਬਾਅਦ 'ਚ ਮੈਨੂੰ ਹੋਣਾ ਸੀ। ਜੈਜ਼ੀ ਨੂੰ ਸੇਪ ਮਿਲ ਗਈ, ਇੱਕ ਸਿੰਘਣੀ ਨੂੰ ਭਾਲਣ ਦੀ। ਉਹਨੇ ਇੱਕ ਗਲਤੀ ਕੀਤੀ ਸੀ ਜਿਹੜੀ ਪੰਜਾਬੀ ਲੋਕ ਜਰ ਨਹੀਂ ਸੀ ਸਕਦੇ। ਕੁੜੀ ਨੇ ਸੋਚਿਆ ਕਿ ਉਹਦੀ ਜ਼ਿੰਦਗੀ ਉਹਦੀ ਹੈ। ਉਹਨੂੰ ਕਿਸੇ ਨਾਲ ਪਿਆਰ ਹੋ ਗਿਆ ਸੀ। ਹੋ ਸਕਦਾ ਕੋਈ ਪੰਜਾਬੀ ਮੁੰਡਾ ਕਾਲਜ ਤੋਂ, ਹੋ ਸਕਦਾ ਕੋਈ ਗੋਰਾ ਤੋਬਾ ਕਾਲਾ ਚੀਨਾ ਨਾ ਹੋਵੇ, ਮੁੰਡਾ ਹੋਵੇ। ਲਵ ਲਈ ਪੰਜਾਬੀ 'ਚ ਬਹੁਤ ਲਫ਼ਜ਼ ਨੇ, ਪਰ ਅਸੀਂ ਜਰਦੇ ਨਹੀਂ। ਹੀਰ ਰਾਂਝਾ ਦੀਆਂ ਗੱਲਾਂ ਕਰਦੇ ਵੀ ਉਹਨੂੰ ਕਬੂਲ ਨਹੀਂ ਕਰਦੇ। ਬਸ ਇਹੀ ਗੱਲ ਹੋਈ। ਬਾਪ ਨੂੰ ਸ਼ੱਕ ਸੀ ਪਾਕਿਸਤਾਨੀ ਮੁੰਡਾ ਸੀ, ਇਸ ਲਈ ਜੈਜ਼ੀ ਇੱਕਦਮ ਤਿਆਰ ਹੋ ਗਿਆ ਤੇ ਇੱਜ਼ਤ ਲਈ ਖੂਨ ਕਰਨ ਲਈ। ਉਹ ਵੀ ਮੁੰਡੇ ਦਾ ਨਹੀਂ, ਕੁੜੀ ਦਾ। ਉਸੇ ਘਰ ਦਾ ਬੇਟਾ ਹਰ ਰਾਤ ਜਨਾਨੀਆਂ ਨਾਲ ਸੌਂਦਾ ਹੈ, ਇਹ ਮੈਨੂੰ ਪਤਾ ਹੈ, ਕਿਉਂਕਿ ਮੈਂ ਹੀ ਉਹਨੂੰ ਤੀਵੀਆਂ ਦੇ ਪਾਸ ਦਾ ਮਾਸ ਵੇਚਦਾ ਸੀ। ਪਰ ਉਹ ਤਾਂ ਘਰ ਦਾ ਲਾਲ ਹੈ। ਖੈਰ, ਜੈਜ਼ੀ ਮੈਨੂੰ ਨਾਲ ਲੈ ਕੇ ਗਿਆ ਸੀ, ਕਿਉਂਕਿ ਮੈਨੂੰ ਦੱਸਣਾ ਚਾਹੁੰਦਾ ਸੀ ਕਿ ਉਹੀ ਬਰਮਿੰਗਮ ਦਾ ਦਾਦਾ ਬਣ ਸਕਦਾ ਹੈ, ਮੈਂ ਨਹੀਂ। ਜਦ ਕੁੜੀ ਲੱਭੀ, ਉਹਨੇ ਉਹਦਾ ਮੂੰਹ ਕਾਲਾ ਕਰ ਦਿੱਤਾ ਸੀ। ਫਿਰ ਹੌਲੀ-ਹੌਲੀ ਆਰੀ ਨਾਲ ਮਾਰੀ ਮੇਰੇ ਸਾਹਮਣੇ। ਮੈਂ ਨਹੀਂ ਡਰਿਆ। ਉਹਨੇ ਮੈਨੂੰ ਸਭ ਕੁਝ ਕੱਟ ਕੇ ਕਿਹਾ, ਕਿਉਂ ਪੈਕੀ? ਪ੍ਰਿੰਸ ਬੁਰਾ ਲੱਗਦਾ? ਮੈਂ ਉੱਤਰ ਦਿੱਤਾ, ਕੰਬਦੀ ਤਾਂ ਤੇਰੀ ਕਲਾਈ ਸੀ, ਮੈਨੂੰ ਪੁੱਛਦਾ। ਇਸ ਗੱਲ ਤੋਂ ਬਾਅਦ ਮੈਨੂੰ ਪੱਕਾ ਪਤਾ ਲੱਗ ਗਿਆ ਕਿ ਕੁੜੀ ਦਾ ਯਾਰ ਇੱਕ ਇਮਰਾਨ ਰਸ਼ੀਦ ਸੀ। ਇਹ ਨਾਂ ਸੁਣ ਕੇ ਜੈਜ਼ੀ ਨੇ ਉਹਦੇ ਘਰ ਜਾ ਕੇ ਘਰ ਨੂੰ ਹੀ ਅੱਗ ਲਾ ਦਿੱਤੀ। ਸਾਰਾ ਟੱਬਰ ਮਾਰ ਦਿੱਤਾ। ਪੁਲਿਸ ਨੇ ਕੁੜੀ ਦੇ ਟੱਬਰ ਨੂੰ ਹਿਰਾਸਤ 'ਚ ਲੈ ਲਿਆ। ਸਾਡੇ ਬਾਰੇ ਤਾਂ ਉਹਨਾਂ ਗਧਿਆਂ ਨੂੰ ਪਤਾ ਵੀ ਨਹੀਂ ਲੱਗਿਆ। ਸੋ ਐਸਾ ਬੰਦਾ ਸੀ ਜੈਜ਼ੀ। ਜੇ ਮੈਂ ਸ਼ਹਿਰ ਦਾ ਦਾਦਾ ਬਣਨਾ ਸੀ ਤੇ ਇਹਦਾ ਬੈਂਡ ਵਜਾਉਣਾ ਪੈਣਾ ਸੀ। ਇਹ ਸੀ ਚੱਕਰ। ਜੈਜ਼ੀ ਨੂੰ ਧਾਰਮਿਕ ਸਿੱਖ ਤੋਏ ਕਰਦੇ ਸੀ।
ਉਹਨਾਂ ਆਦਮੀਆਂ ਚੋਂ ਸੀ ਜਿਹੜਾ ਬਾਹਰੋਂ ਆਪਣੇ ਆਪ ਨੂੰ ਸਿੱਖ ਕਹਾਉਂਦਾ ਸੀ ਪਰ ਅਸਲ 'ਚ ਨਹੀਂ ਸੀ, ਪਰ ਆਪਣੇ ਆਪ ਉਹ ਖੁਸ਼ ਸੀ। ਕਹਿੰਦਾ ਸੀ ਇਹ ਗ੍ਰੰਥੀ ਕਿਤੇ ਸੱਚੇ ਸੁੱਚੇ ਨੇ। ਆਲ ਲਾਇਰਸ ਮੈਨ, ਜਿਹਦਾ ਕਾਰਨ ਸੀ ਕੁਝ ਗ੍ਰੰਥੀ ਵੀ ਸਾਡੇ ਵਰਗਿਆਂ ਨਾਲ ਪੁੱਠੇ ਕੰਮਾਂ 'ਚ ਸ਼ਾਮਲ ਸੀ, ਪਰ ਆਮ ਸਿੱਖ ਸੰਗਤ ਇਸ ਤਰ੍ਹਾਂ ਦੀ ਨਹੀਂ ਸੀ। ਫਿਰ ਵੀ ਜੈਜ਼ੀ ਵੱਲ ਬੁਰੀ ਨਜ਼ਰ ਨਾਲ ਲੋਕ ਝਾਕਦੇ ਸਨ, ਪਰ ਡਰਦੇ ਵੀ ਸੀ। ਜੇ ਮੈਂ ਜੈਜ਼ੀ ਨੂੰ ਖਤਮ ਕਰਾਂ ਫਿਰ ਤਾਂ ਸਭ ਨੇ ਖੁਸ਼ ਹੋਣਾ ਸੀ। ਉਹਨਾਂ ਦੀ ਦਸਤਾਰ ਤੇ ਜੈਜ਼ੀ ਵਰਗੇ ਦਾਗ ਹੀ ਨਹੀਂ। ਜੈਜ਼ੀ ਵਰਗਿਆਂ ਨੂੰ ਤਾਂ ਤਨਖਾਹੀਆ ਕਰਾਰ ਦੇ ਦੇਣਾ ਚਾਹੀਦਾ ਹੈ, ਪਰ ਹਾਲੇ ਸਹੀ ਵਕਤ ਸੀ ਨਹੀਂ ਏਦਾਂ ਦਾ ਕੰਮ ਕਰਨ ਲਈ। ਸੋ ਜੈਜ਼ੀ ਦਾ ਪੈਕੀ ਪ੍ਰਿੰਸ ਚੁੱਪਚਾਪ ਦੁਕਾਨਾਂ, ਕਾਰਖਾਨੇ ਆਦਿ ਲੁੱਟੀ ਗਿਆ। ਮੈਂ ਹੁਣ ਸ਼ਾਹੂਕਾਰ ਸੀ, ਡਬਲ ਵਿਆਜ ਲਾਉਂਦਾ ਸੀ ਹਰ ਦਿਨ। ਅਸੀਂ ਪੈਸੇ ਠੱਗੀਬਾਜ਼ੀ ਨਾਲ ਬਣਾਉਂਦੇ ਸੀ, ਚੋਰੀਆਂ ਨਾਲ ਵੀ ਤੇ ਕਤਲਾਂ ਨਾਲ ਵੀ। ਹਰ ਜੂਆਖਾਨਾ, ਕੰਜਰਖਾਨਾ ਤੇ ਹੱਥ ਉਧਾਰ ਦੇਣ ਵਾਲਾ ਠੇਕੇ 'ਚ ਸਾਡਾ ਹੀ ਹੱਥ ਸੀ। ਜਦ ਇੱਕ ਵਾਰ ਕਿਸੇ ਨੂੰ ਕੁੱਟ-ਕੁੱਟ ਕੇ ਸੂਦ ਲੈਣ ਗਿਆ ਤਾਂ ਮੈਂ ਉੱਥੇ ਦੇਖਿਆ ਕਿ ਸੰਘੇੜੇ ਦੀ ਨਵੀਂ ਫਿਲਮ ਦਾ ਇੱਕ ਇਸ਼ਤਿਹਾਰ ਲੱਗਿਆ ਸੀ। ਉਹਦਾ ਮੂੰਹ ਮੇਰੇ ਵੱਲ ਝਾਕਦਾ ਸੀ। ਮੈਂ ਇੱਕ ਪਲ ਲਈ ਭਿਆਨਕ ਸੋਚਾਂ ਨਾਲ ਭਰ ਗਿਆ ਸੀ, ਪਰ ਇੱਕ ਮਾਮੂਲੀ ਡਰ ਸੀ। ਫਿਰ ਵੀ ਮੇਰੇ ਲਈ ਚੇਤਾਵਨੀ ਸੀ, ਕਿਉਂਕਿ ਮੈਂ ਇੰਗਲੈਂਡ ਆਇਆ ਹੋਇਆ ਸੀ। ਕਾਸ਼ ਮੇਰੀ ਵੀ ਪਹੁੰਚ ਉਸ ਵਰਗੀ ਹੋਵੇ। ਦਿਨ ਦੀ ਲੁੱਟ ਤਸਕਰੀ ਯਾਦ ਤੋਂ ਬਾਅਦ ਅਸੀਂ ਇੱਕ ਪੱਬ ਵਿੱਚ ਪਹੁੰਚ ਜਾਂਦੇ ਸੀ। ਪੱਬ ਦਾ ਨਾਂ ਸੀ ਡਰਟੀ ਡੱਕ। ਇੱਥੇ ਹਰ ਰਾਤ ਜੈਜ਼ੀ ਦੀ ਮਾਸ਼ੂਕ ਤੇ ਹੋਰ ਸਾਰਿਆਂ ਦੀਆਂ ਖਲਨਾਇਕਾਂ ਆਉਂਦੀਆਂ ਸਨ। ਜਦ ਮੇਰੀਆਂ ਅੱਖਾਂ ਪਹਿਲੀ ਵਾਰ ਜੈਜ਼ੀ ਦੀ ਹੂਰ ਸ਼ੀਨਾ ਤੇ ਪਈਆਂ, ਮੈਂ ਡੁੱਲ ਗਿਆ। ਪਰ ਸਰਦਾਰ ਦੀ ਜਨਾਨੀ ਸੀ, ਫਿਰ ਵੀ ਮੈਂ ਉਸ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ। ਜੈਜ਼ੀ ਖੁਸ਼ ਨਹੀਂ ਸੀ, ਪਰ ਇਸ ਮਾਹੌਲ 'ਚ ਕੀ ਕਰੇ। ਮੈਂ ਵੀ ਉਹਦਾ ਨੱਕ ਰਗੜਨਾ ਜਾਣਦਾ ਸੀ। ਨਾਲੇ ਸ਼ੀਨਾ ਤਾਂ ਨਫ਼ਸ ਚੜਾਉਣ ਵਾਲੀ ਸੀ। ਸ਼ੀਨਾ ਦੇ ਕਾਲੇ ਲੱਛੇਦਾਰ ਵਾਲ ਬਘਿਆੜੀ ਨਾਲ ਜਲੇਬੀ ਜੂੜੇ 'ਚ ਬੰਨੇ ਸਨ। ਵੇਖਣ 'ਚ ਲੱਗੇ ਜਿਕਣ ਸੱਪ ਲਪੇਟਾ ਮਾਰ ਕੇ ਬੈਠਾ ਹੋਵੇ। ਜੂੜਾ ਉੱਚਾ ਜਿਹਾ ਬੰਨਿਆ ਸੀ। ਕੰਨਾਂ ਤੋਂ ਲੰਬੀਆਂ ਮੁੰਦਰਾਂ ਲਮਕਦੀਆਂ ਸਨ, ਲਾਲ ਉਹਦੀਆਂ ਲਬਾਂ ਵਾਂਗ। ਉਹਦੀਆਂ ਅੱਖਾਂ ਸਲੋਣੀਆਂ ਨਰਗਸੀ ਸਨ, ਨੈਣ ਚਮਕਦੇ ਸੰਵੇਦਨਾ ਨਾਲ, ਭਵਾਂ ਧੁਣਖੀ ਵਾਂਗ ਖੰਮਦਾਰ। ਮੁੱਖ ਹਾਵ ਭਾਵ ਸੀ, ਦੰਦ ਚਿੱਟੇ ਦੁੱਧ ਵਾਂਗ ਸਨ, ਮੂੰਹ ਪਤਲਾ, ਮੱਥਾ ਚੌੜਾ। ਬਾਹਾਂ ਨਾਜ਼ ਨਾਲ ਝੂਮਦੀਆਂ ਸਨ, ਹੱਥ ਸੋਭਨੀਕ ਸਨ, ਉਂਗਲੀਆਂ ਲੰਬੀਆਂ ਸਨ। ਸ਼ੀਨਾ ਸਰੂ ਕੱਦ ਦੀ ਸੀ। ਉਹਦਾ ਰੰਗ ਦੁੱਧ ਵਰਗਾ ਸੀ, ਪੈਰ ਘੁੰਗਰੀਏ ਸਨ। ਜਦ ਕੋਲੋਂ ਲੰਘਦੀ ਜਿਸਮ ਤੋਂ ਵਾਸਨਾ ਨਸਾਂ 'ਚ ਆ ਚੜ੍ਹਦੀ ਸੀ। ਉਸ ਦਿਨ ਤੋਂ ਬਾਅਦ ਮੇਰੀ ਨਜ਼ਰ ਹਰ ਵੇਲੇ ਜੈਜ਼ੀ ਦੀ ਜਨਾਨੀ ਤੇ ਟਿਕੀ ਰਹਿੰਦੀ ਸੀ। ਚੋਰੀ ਅੱਖ, ਕਿਉਂਕਿ ਜੈਜ਼ੀ ਨਾਲ ਇਸ ਵੇਲੇ ਪੰਗਾ ਕਿਉਂ ਲੈਣਾ। ਪਰ ਫਿਰ ਵੀ ਹੌਲੀ-ਹੌਲੀ ਉਸ ਨਾਲ ਗੱਲਬਾਤ ਕਰਨ ਲੱਗ ਪਿਆ। ਪਹਿਲਾਂ ਖੁੱਲ੍ਹਾ ਮੌਕਾ ਮਿਲਿਆ ਜਦ ਸ਼ਾਪਿੰਗ ਲਈ ਜਾਣਾ ਚਾਹੁੰਦੀ ਸੀ। ਜੈਜ਼ੀ ਕੋਲ ਟਾਈਮ ਨਹੀਂ ਸੀ, ਮੈਨੂੰ ਗੱਡੀਵਾਨ ਦੇ ਹਿਸਾਬ ਨਾਲ ਭੇਜ ਦਿੱਤਾ। ਲਓ, ਮੇਰਾ ਕੰਮ ਲੋਟ ਆ ਗਿਆ। ਮੈਂ ਸ਼ੀਨਾ ਨੂੰ ਬੁਲਰਿੰਗ ਲੈ ਕੇ ਗਿਆ ਸ਼ਾਪਿੰਗ ਕਰਨ ਲਈ। ਰਾਖੇ ਵਾਂਗ ਉਸ 'ਤੇ ਅੱਖਾਂ ਰੱਖਣੀਆਂ ਪਈਆਂ, ਪਰ ਜਦੋਂ ਮੌਕਾ ਮਿਲਿਆ ਗੱਲਬਾਤ ਕਰਕੇ ਉਸ ਨਾਲ ਮਖੌਲ ਕੀਤਾ। ਹੌਲੀ-ਹੌਲੀ ਉਹਦਾ ਧਿਆਨ ਮੇਰੇ ਵੱਲ ਆਉਣ ਲੱਗ ਪਿਆ। ਇੱਕ ਦਿਨ ਜੈਜ਼ੀ ਉਸ ਨਾਲ ਸਿਨੇਮਾ ਨਹੀਂ ਗਿਆ, ਪਰ ਉਸ ਤੇ ਉਹਦੀਆਂ ਸਹੇਲੀਆਂ ਨੂੰ ਛੱਡਣ ਗਿਆ ਤੇ ਚੱਕਣ ਗਿਆ। ਗੱਲਬਾਤ ਹੋਣੀ ਸੀ। ਇੱਕ ਵਾਰ ਉਹ ਹੈਂਡਸਵਰਥ ਤੇ ਹਾਈ ਸਟਰੀਟ ਤੇ ਆਪਦੀਆਂ ਸਹੇਲੀਆਂ ਨਾਲ ਖਿੱਲੀ ਪਾ ਰਹੀ ਸੀ, ਜਦ ਕੁਝ ਪਾਕਿਸਤਾਨੀ ਮੁੰਡੇ, ਜਿਹੜੇ ਮੈਨੂੰ ਸਾਫ਼ ਪਤਾ ਸੀ ਕਿ ਗੈਂਗ ਤੋਂ ਸਨ, ਉਹਨਾਂ ਨੂੰ ਸਤਾਉਣ ਲੱਗ ਪਏ। ਮੈਂ ਤੇ ਦੋ ਹੋਰ ਮੁੰਡਿਆਂ ਨੇ ਉਹਨਾਂ ਪਾਕਿਸਤਾਨੀ ਮੁੰਡਿਆਂ ਨਾਲ ਝੜਪ ਕੀਤੀ। ਗੱਲ ਸੀ, ਇੱਕ ਤਾਂ ਸਾਨੂੰ ਪਸੰਦ ਨਹੀਂ ਸੀ ਜਦ ਉਹਨਾਂ ਦਾ ਟੋਲਾ ਸਾਡੀਆਂ ਲੜਕੀਆਂ ਨਾਲ ਖੱਪ ਕਰਦਾ ਸੀ, ਤੇ ਸਾਨੂੰ ਪਤਾ ਸੀ ਇਹ ਮੁੰਡੇ ਕੌਣ ਸੀ। ਇਹ ਅਲੀ ਜਮਾਲ ਦੇ ਮੁੰਡੇ ਸੀ। ਜਮਾਲ ਨੇ 1 ਸਾਲ ਪਹਿਲਾਂ ਸਿੰਘਣੀਆਂ ਫਸਾਈਆਂ ਸਨ। ਚਰਚੇ ਸੁਣੇ ਜਿਸ 'ਚ ਕਿਹਾ ਗਿਆ ਕਿ ਤਕਰੀਬਨ 15 ਕੁੜੀਆਂ ਨੂੰ ਮਿੱਠੀ ਤਰ੍ਹਾਂ ਫਸਾ ਕੇ ਪਾਕਿਸਤਾਨ ਲੈ ਕੇ ਕਿਸੇ ਕੋਠੀ 'ਚ ਰੱਖ ਲਈਆਂ ਤੇ ਇਸ ਜਾਂ ਉਸ ਤਰੀਕੇ ਨਾਲ ਉਹਨਾਂ ਨੂੰ ਬਾਹਰ ਲੈ ਗਏ। ਭਾਵੇਂ ਅਸੀਂ ਵੀ ਬਰੜੇ ਕੰਮ ਕਰਦੇ ਸੀ, ਪਰ ਸਾਥੋਂ ਇਹ ਬਰਦਾਸ਼ਤ ਨਹੀਂ ਹੋਇਆ ਸੀ। ਇਹਨਾਂ ਦੁਸ਼ਮਣੀਆਂ ਨੇ ਸਾਡੀਆਂ ਦੋਨਾਂ ਉਮਤਾਂ 'ਚ ਬਹੁਤ ਫਾਸਲਾ ਪਾਇਆ ਸੀ। ਇਸ ਕਰਕੇ ਕਈ ਲੋਕ ਗੋਰਿਆਂ ਨਾਲ ਇਸਲਾਮ ਖਿਲਾਫ ਹੋ ਚੁੱਕੇ ਸੀ, ਪਰ ਸੱਚ ਵਿੱਚ ਸਾਡੇ ਲਈ ਤਾਂ ਲੜਨ ਦਾ ਬਹਾਨਾ ਹੀ ਸੀ। ਖੈਰ, ਸ਼ੀਨਾ ਤੇ ਮੇਰੀ ਅੱਖ ਸੀ, ਤੇ ਜਿਹੜਾ ਵੀ ਮੁੰਡਾ ਉਸ ਵੱਲ ਦੇਖਦਾ, ਉਸ ਨਾਲ ਮੈਂ ਤਾਂ ਲੜਨਾ ਹੀ ਸੀ। ਇਸ ਵਾਕਿਆ ਦੇ ਬਾਅਦ ਮੇਰੇ ਨਾਲ 2 ਹਫ਼ਤਿਆਂ ਲਈ ਬੋਲੀ ਨਹੀਂ। ਸ਼ੀਨਾ ਤੇ ਮੇਰੀ ਅਗਲੀ ਮੁਲਾਕਾਤ ਨਾਈਟ ਕਲੱਬ ਵਿੱਚ ਹੋਈ। ਇੱਥੇ ਮੈਂ ਉਸ ਨਾਲ ਨੱਚਿਆ, ਜੈਜ਼ੀ ਦੇ ਸਾਹਮਣੇ। ਜੈਜ਼ੀ ਨੂੰ ਇਹ ਗੱਲ ਪਸੰਦ ਨਹੀਂ ਆਈ।
ਉਸ ਰਾਤ ਮੈਂ ਸ਼ੀਨਾ ਨੂੰ ਉਹਦੇ ਯਾਰ ਦੀ ਪਿੱਠ ਪਿੱਛੇ ਕਲੱਬ ਦੇ ਬਾਥਰੂਮਾਂ 'ਚ ਲੈ ਗਿਆ ਸੀ। ਉਹਨੂੰ ਸ਼ੱਕ ਤਾਂ ਸੀ, ਪਰ ਸਾਨੂੰ ਉਹਦੇ ਆਦਮੀ ਲੱਭ ਨਾ ਸਕੇ। ਇਹ ਤੋਂ ਬਾਅਦ ਸ਼ੀਨਾ ਮੇਰੇ ਕੋਲ ਹੀ ਰਹੀ। ਮੇਰੇ ਨਾਲ ਬਹਿ ਕੇ ਨਸ਼ੀਲੀ ਵਸਤੂ ਕੋਕੇਨ ਲੈਂਦੀ ਸੀ, ਮੇਰੇ ਨਾਲ ਸ਼ਰਾਬ ਪੀਂਦੀ, ਮੇਰੇ ਨਾਲ ਹੀ ਸੌਂਦੀ ਸੀ। ਹੁਣ ਮੈਨੂੰ ਜੈਜ਼ੀ ਦਾ ਡਰ ਹਟ ਗਿਆ ਸੀ। ਇੱਕ ਰਾਤ ਮੈਂ ਸ਼ੀਨਾ ਨੂੰ ਸਿਨੇਮਾ ਲੈ ਕੇ ਗਿਆ। ਸਾਲੇ ਸੰਘੇੜੇ ਦੀ ਫਿਲਮ ਸੀ। ਦੇਖਦੇ ਦੇਖਦੇ ਪੰਜਾਬ ਦੇ ਦਿਨ ਯਾਦ ਆ ਗਏ। ਕਿਉਂ ਉੱਥੋਂ ਦੌੜਨਾ ਪਿਆ ਸੀ। 3 ਘੰਟਿਆਂ ਲਈ ਉਸ ਸਾਲੇ ਦੇ ਚਿਹਰੇ ਵੱਲ ਝਾਕਣਾ ਪਿਆ। ਲੰਬਾ ਪਤਲਾ ਖੋਦਾਦਾਰਾ, ਜਿਹਨੂੰ ਕਰੋੜਾਂ ਲੋਕ ਪਸੰਦ ਕਰਦੇ ਸੀ, ਪਰ ਮੈਂ ਹਾਲੇ ਤੱਕ ਉਹ ਤੋਂ ਡਰਦਾ ਸੀ। ਡਰਦਾ ਹੀ ਸੀ, ਨਹੀਂ ਤਾਂ ਕਿਉਂ ਨਹੀਂ ਇੰਡੀਆ ਵਾਪਸ ਗਿਆ। ਇਸ ਖਿਆਲ 'ਚ ਹੀ ਹੇਠ ਉੱਪਰ ਹੋਇਆ ਸੀ ਜਦ ਮੈਂ ਸ਼ੀਨਾ ਨਾਲ ਸਿਨੇਮੇ 'ਚੋਂ ਬਾਹਰ ਆਇਆ। ਗੱਡੀ 'ਚ ਵੜਨ ਲੱਗੇ ਸੀ ਜਦ ਇੱਕ ਮੋਟਰਸਾਈਕਲ ਲੰਘਿਆ। ਉਸ ਤੋਂ ਸਾਡੇ ਵੱਲ ਗੋਲੀਆਂ ਛੁੱਟ ਰਹੀਆਂ ਸਨ। ਕਿਸਮਤ ਨਾਲ ਦੋਨੋਂ ਹੀ ਬਚ ਗਏ। ਮੈਂ ਸਮਝ ਗਿਆ ਸੀ ਕਿ ਜੈਜ਼ੀ ਦੀ ਚਾਲ ਸੀ। ਇੱਕ ਤਾਂ ਸ਼ੀਨਾ ਕਰਕੇ ਪਲ ਪਲ ਮਰਦਾ ਸੀ, ਤੇ ਦੂਜੇ ਉਸ ਸਾਲ ਮੈਂ ਉਹਦੀ ਗੈਂਗ 'ਚ ਵਾਗਡੋਰ ਸੰਭਾਲਣ ਜੋਗਾ ਹੋ ਗਿਆ ਸੀ। ਮੈਂ ਜੈਜ਼ੀ ਤੋਂ ਜ਼ਿਆਦਾ ਖਤਰਾ ਮੁੱਲ ਲੈਂਦਾ ਸੀ, ਇਸ ਲਈ ਪੈਸੇ ਵੱਧ ਬਣਾਏ ਸੀ। ਜਮਾਲ ਦੇ ਨਾਲ ਵੀ ਸੌਦਾ ਕਰ ਲਿਆ, ਜਿਸ 'ਚ ਅੱਧਾ ਬਰਮਿੰਘਮ ਉਹਦਾ ਸੀ, ਅੱਧਾ ਮੇਰਾ। ਜਮਾਲ ਦੇ ਲੋਕ ਸਾਡੇ ਪਾਪ ਸਹਾਰਦੇ ਸੀ ਤੇ ਅਸੀਂ ਉਹਨਾਂ ਦੇ। ਆਮ ਜਨਤਾ ਹੀ ਦੁਖੀ ਹੁੰਦੀ। ਸਿੱਖ ਹਿੰਦੂ ਮੁਸਲਮਾਨਾਂ 'ਚ ਖਲੀਜ ਪਾ ਦਿੱਤੀ ਸੀ। ਜਮਾਲ ਦੇ ਬੰਦੇ ਕੁੜੀਆਂ ਚੱਕ ਕੇ ਪਾਕਿਸਤਾਨ 'ਚ ਵੇਚਦੇ ਸੀ ਤੇ ਅਸੀਂ ਅਫੀਮ ਆਦਿ ਵੇਚਦੇ ਸੀ। ਜੈਜ਼ੀ ਨੂੰ ਇਹ ਸਭ ਪਸੰਦ ਨਹੀਂ ਸੀ, ਸੋ ਉਸ ਰਾਤ ਮੈਂ ਸ਼ੀਨਾ ਨੂੰ ਇੱਕ ਘਰ ਛੱਡ ਕੇ ਮੋਬਾਈਲ ਤੇ ਫੋਨ ਕੀਤਾ। ਜਮਾਲ ਹਾਲੇ ਤੱਕ ਜੈਜ਼ੀ ਤੋਂ ਡਰਦਾ ਸੀ। ਹੁਣ ਉਹਦਾ ਮੌਕਾ ਆਇਆ। ਉਸ ਰਾਤ ਜਮਾਲ ਦੇ ਆਦਮੀਆਂ ਨੇ ਜੈਜ਼ੀ ਦੇ ਹਰ ਕਲੱਬ, ਪੱਬ ਤੇ ਕੋਠੀਆਂ ਤੇ ਹਮਲਾ ਕੀਤਾ। ਮੇਰੇ ਬੰਦਿਆਂ ਨੇ ਜੋ ਬਚ ਗਿਆ ਸੀ ਦਾ ਦਖਲ ਲੈ ਲਿਆ। ਜੈਜ਼ੀ ਡੱਟੀ ਡੱਕ 'ਚ ਬੈਠਾ ਸੋਚਦਾ ਸੀ ਕਿ ਮੇਰੀ ਮੌਤ ਦੀ ਖਬਰ ਆਏਗੀ। ਜਮਾਲ ਨੂੰ ਪਤਾ ਲੱਗ ਗਿਆ ਮੋਟਰਸਾਈਕਲ ਵਾਲਾ ਕੌਣ ਸੀ ਤੇ ਉਹਨੂੰ ਮਾਰ ਦਿੱਤਾ ਸੀ। ਮੈਂ ਡੱਟੀ ਡੱਕ 'ਚ ਵੜਿਆ। ਮੈਨੂੰ ਜਿਉਂਦਾ ਵੇਖ ਕੇ ਹੈਰਾਨ ਹੋ ਗਿਆ। ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ। ਆਲੇ ਦੁਆਲੇ ਜੋ ਖੜੇ ਸੀ ਪਰਾਂ ਹੋ ਗਏ। ਮੈਂ ਉਹਦੇ ਸਾਹਮਣੇ ਬਹਿ ਗਿਆ, ਹੱਥ 'ਚ ਰਿਵਾਲਵਰ ਜਿਹਦੀ ਨਾਲੀ ਉਹਦੇ ਪੇਟ ਵੱਲ ਟਿਕਾਈ ਹੋਈ ਸੀ। ਪੈਰ ਫੜ ਲਏ, ਪਰ ਮੈਂ ਮਾਫ਼ ਨਹੀਂ ਕੀਤਾ। ਹੁਣ ਮੈਂ ਦਾਦਾ ਸੀ, ਉਹਨੂੰ ਉੱਥੇ ਹੀ ਪੱਬ 'ਚ ਮਾਰ ਦਿੱਤਾ। ਇੱਕ ਗੋਲੀ ਮੱਥੇ 'ਚ ਮੇਰੀ ਮੋਰੀ ਕੱਢਦੀ ਪਾਰ ਹੋ ਗਈ। ਉਸ ਦਿਨ ਤੋਂ ਬਾਅਦ ਸ਼ੀਨਾ ਮੇਰੀ ਸੀ, ਹੈਂਡਸਵਰਥ ਮੇਰਾ ਸੀ, ਵੈਸਟ ਬ੍ਰਾਮਿਚ ਵੀ। ਸਾਰਾ ਸ਼ਹਿਰ ਮੇਰੇ ਤੇ ਜਮਾਲ ਦੇ ਲੋਕਾਂ ਤੇ ਜਮੀਕਿਆਂ ਵਿੱਚ ਵੰਡ ਹੋ ਗਿਆ। ਹੁਣ ਦਾਦ ਸੀ। ਹੁਣ ਦੁਕਾਨ 'ਚ ਸਵੇਰ ਤੋਂ ਸ਼ਾਮ ਤੱਕ ਖੜਨਾ ਨਹੀਂ ਪੈਂਦਾ ਸੀ। ਹੁਣ ਇਸ ਮੁਲਕ 'ਚ ਆ ਕੇ ਭੁੱਖਾ ਨਹੀਂ ਸੀ ਮਰਦਾ ਪਿਆ। ਹੁਣ ਇਹਨਾਂ ਬ੍ਰਿਟਿਸ਼ ਪੰਜਾਬੀਆਂ ਉੱਤੇ ਮੈਂ ਰਾਜ ਕਰਦਾ ਸੀ। ਜਿਹੜਾ ਵੀ ਗਲਤ ਠੇਕਾ ਸੀ ਸ਼ਹਿਰ 'ਚ, ਉਹਦਾ ਮੈਂ ਸਾਂਝੀਦਾਰ ਸੀ। ਲੋਕ ਮੈਥੋਂ ਡਰਦੇ ਸੀ। ਇਸ ਤੋਂ ਜ਼ਿਆਦਾ ਕੀ ਲੈਣਾ ਸੀ। ਪਰ ਜੋ ਮੈਂ ਜੈਜ਼ੀ ਨਾਲ ਕੀਤਾ, ਮੇਰੇ ਨਾਲ ਵੀ ਬੀਤ ਸਕਦਾ ਸੀ। ਪਹਿਲਾ ਡਰ ਜਮਾਲ ਤੋਂ ਸੀ। ਉਹ ਸਿੱਖ ਕੁੜੀਆਂ ਵੇਚਦਾ ਸੀ ਤੇ ਮੈਂ ਹੁਣ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੈਂ ਕੁੜੀਆਂ ਨੂੰ ਬਚਾ ਨਹੀਂ ਸਕਦਾ ਸੀ, ਪਰ ਜਿਹੜੇ ਸਿੱਖ ਬਾਪਾਂ ਨੇ ਸਾਨੂੰ ਪੈਸੇ ਦਿੱਤੇ, ਉਹਨਾਂ ਲਈ ਪਤਾ ਲੈ ਸਕਦਾ ਸੀ ਕਿਹੜੇ ਗੁੰਡਿਆਂ ਨੇ ਇਹ ਕੰਮ ਕੀਤਾ ਤੇ ਉਹਨਾਂ ਨੂੰ ਬਦਲੇ ਵਿੱਚ ਮਾਰਿਆ। ਸੱਚ ਵਿੱਚ ਮੈਂ ਜਮਾਲ ਨੂੰ ਪਿਆਮ ਦੇ ਰਿਹਾ ਸੀ। ਉਹਨੂੰ ਵੀ ਪਤਾ ਸੀ, ਪਰ ਜਮਾਲ ਤੋਂ ਨਹੀਂ ਭਬਕ ਮਿਲੀ। ਡੂਮ ਡਰਾਵਾ ਜਿੰਨਾ ਮਰਜ਼ੀ ਹੋਵੇ, ਅਸਲੀ ਆਂਚ ਹੋਰ ਪਾਸਿਓਂ ਆਈ। ਸਿਮਰਨ ਤੇ ਮੋਹਨ ਇਮਾਨਦਾਰ ਆਦਮੀ ਸਨ। ਮੈਂ ਹੁਣ ਅਮੀਰ ਸੀ। ਗੱਡੀ ਗੁੱਡੀ ਤੇ ਬੰਗਲਾ ਸਭ ਸੀ ਮੇਰੇ ਕੋਲ। ਉਹਨਾਂ ਕੋਲ ਘਰ ਵਹੁਟੀ ਧਨ ਕੁਝ ਵੀ ਨਹੀਂ ਸੀ। ਫਿਰ ਵੀ ਸਾਰਾ ਦਿਨ ਕੰਮ ਕਰਕੇ ਪੈਸੇ ਜੋੜ ਜੋੜ ਕੇ ਪੰਜਾਬ ਭੇਜਦੇ ਸੀ। 2 ਕੁ ਸਾਲਾਂ ਬਾਅਦ ਪੰਜਾਬ ਚੱਕਰ ਵੀ ਮਾਰ ਲੈਂਦੇ ਸੀ। ਤੋਚੀ ਵਰਗਾ ਇੱਕ ਹੋਰ ਵੀ ਮੁੰਡਾ ਸੀ, ਉਹ ਵੀ ਸਾਊਥ ਹਾਲ ਦੇ ਟੋਲੇ 'ਚ ਸੀ। ਉਹਦਾ ਨਾਂ ਮਿੰਟੂ ਸੀ। ਮਿੰਟੂ ਹਰ ਸਾਲ ਪੰਜਾਬ ਜਾਂਦਾ ਸੀ। ਹੁਣ ਆਪਦਾ ਜਿਸਮ ਵੇਚਣ ਦੇ ਥਾਈਂ ਅਫੀਮ ਵੇਚਦਾ ਸੀ, ਪਰ ਹਰ ਸਾਲ ਪੰਜਾਬ 'ਚ ਪੈਸੇ ਬੇਸ਼ੁਮਾਰ ਖਰਚਦਾ ਸੀ। ਉਹਨੂੰ ਵੇਖ ਕੇ ਹੋਰ ਲਾਲਚੀ ਜੱਗਰੇ ਜੱਟ ਬਾਹਰ ਆਉਣ ਲਈ ਕਾਹਲੇ ਪੈ ਗਏ। ਕੁਝ ਬੰਦਿਆਂ ਨੇ ਉਹਨੂੰ ਵਿਚੋਲਾ ਬਣਾ ਕੇ ਆਪਦੀਆਂ ਧੀਆਂ ਵਲੈਤ 'ਚ ਫਸਾਤੀਆਂ। ਕਈਆਂ ਨੇ ਤਲਾਕ ਲੈ ਲਏ, ਅੱਧੀਆਂ ਕੋਲ ਨਿਆਣੇ ਹੋ ਗਏ ਕਰਕੇ ਵਾਪਸ ਜਾਣ ਜੋਗੀਆਂ ਵੀ ਨਹੀਂ ਸੀ। ਸੱਚ ਸੀ, ਪੱਛਮ 'ਚ ਜੋ ਪਲੇਸ ਸੀ, ਪੂਰਬ ਦੇ ਪਲਿਆਂ ਨਾਲ ਮੇਲ ਕਦੀ ਨਹੀਂ ਹੁੰਦਾ। ਪੱਛਮ 'ਚ ਜੋ ਪਲੇ ਸੀ, ਪੂਰਬ ਨਾਲ ਪਲਿਆਂ ਨਾਲ ਮੇਲ ਕਾਮਯਾਬ ਨਹੀਂ ਹੁੰਦਾ। ਖਿਆਲ ਨਾ ਬਹੁਤ ਜ਼ਿਆਦਾ ਅਲੱਗ ਹੁੰਦੇ ਨੇ, ਪਰ ਮਿੰਟੂ ਵਰਗਿਆਂ ਨੂੰ ਵੇਖ ਕੇ ਪੰਜਾਬੀ ਤਾਂ ਸੋਚਦੇ ਨਹੀਂ ਪਤਾ ਨਹੀਂ ਕੀ ਹੈ ਬਾਹਰ। ਇਸ ਲਈ ਇਹ ਚੱਕਰ ਚੱਲੀ ਜਾਂਦਾ ਹੈ ਤੇ ਮਿੰਟੂ ਵਰਗੇ ਗਲਤ ਰਿਸ਼ਤੇ ਕਰਦੇ ਰਹਿੰਦੇ ਨੇ।
ਮਿੰਟੂ 1 ਸਾਲ ਖਾਲੀ ਜੇਬ ਨਾਲ ਯੂਕੇ ਪਰਤ ਆਇਆ। ਉਸੇ ਸਮੇਂ ਜਦ ਮੈਨੂੰ ਜਮਾਲ ਦਾ ਫਿਕਰ ਸੀ। ਹਾਲੇ ਜਮਾਲ ਨਾਲ ਟੱਕਰਾਂ ਮਾਰ ਰਿਹਾ ਸੀ ਜਦ ਮਿੰਟੂ ਨੇ ਮੈਨੂੰ ਫੋਨ ਕਰਕੇ ਭਾਰ ਚੜਾ ਦਿੱਤਾ। ਮਿੰਟੂ ਨੂੰ ਪਤਾ ਸੀ ਕਿ ਮੈਂ ਉਸ ਸਮੇਂ ਮਿਡਲੈਂਡਸ ਦਾ ਨੰਬਰ 1 ਗੁੰਡਾ ਸੀ। ਉਹਨੇ ਸਿਮਰਨ ਮੋਹਨ ਆਦਿ ਤੋਂ ਵੀ ਪੈਸੇ ਉਧਾਰ ਲੈ ਲਏ ਸੀ ਤੇ ਕੁਝ ਪੰਜਾਬ 'ਚ ਬੈਠੇ ਰਿਸ਼ਤੇਦਾਰਾਂ ਤੋਂ ਵੀ ਲੈ ਲਏ ਸੀ। ਸਭ ਵਾਪਸ ਮੋੜਨੇ ਸੀ। ਪਹਿਲੇ ਤਰੀਕਿਆਂ ਨਾਲ ਪੈਸੇ ਬਣਾਉਣ ਲਈ ਤਿਆਰ ਨਹੀਂ ਸੀ। ਹੁਣ ਤਾਂ ਸੋਹਣਾ ਘਰ ਵੀ ਸੀ, ਸੈੱਟ ਬੰਦਾ ਸੀ। ਇਸ ਲਈ ਉਹਨੇ ਸੰਨ ਲਾਉਣ ਦੀ ਸਕੀਮ ਬਣਾ ਲਈ। ਪਰ ਮੇਰੀ ਮਦਦ ਦੀ ਲੋੜ ਸੀ। ਨਾਲੇ ਇਸ ਵੇਲੇ ਉਹਦਾ ਇੱਕ ਦੋਸਤ ਸੀ ਜਿਹਨੇ ਫਿਲਮਾਂ 'ਚ ਪੈਸੇ ਲਾਏ ਸੀ। ਸੰਘੇੜੇ ਦੀ ਨਵੀਂ ਮੂਵੀ 'ਚ ਪੈਸੇ ਲਾਏ ਸੀ। ਜਿਸ ਫਿਲਮ ਨੂੰ ਕਰਨ ਲਈ ਸੰਘੇੜਾ ਇੰਗਲੈਂਡ ਆਇਆ ਸੀ। ਦੋਸਤ ਦਾ ਨਾਂ ਸੀ ਰਾਜੂ ਤੇ ਪਿਕਚਰ ਦੀ ਹੁੱਦਾ ਵਧਾਉਂਦਾ ਸੀ। ਰਾਜੂ ਤੋਂ ਵੀ ਮਿੰਟੂ ਨੇ ਪੈਸੇ ਉਧਾਰ ਲੈ ਲਏ ਸੀ। ਉਹ ਤੋਂ ਜ਼ਿਆਦਾ ਡਰਦਾ ਹੋਣ ਕਰਕੇ ਉਹਨੂੰ ਸਕੀਮ 'ਚ ਸ਼ਾਮਲ ਕਰ ਲਿਆ। ਪਰ ਵੱਡੀ ਗੱਲ ਇਹ ਹੈ ਕਿ ਰਾਜੂ ਨੂੰ ਮੇਰਾ ਨਾਂ ਦੱਸ ਦਿੱਤਾ। ਉਸ ਰਾਜੂ ਨੂੰ ਜਿਹੜਾ ਸੰਘੇੜੇ ਦਾ ਜੋੜੀਦਾਰ ਸੀ। ਆਂਚ ਇਸ ਪਾਸਿਓਂ ਆਈ ਸੀ। ਮਿੰਟੂ ਇੱਕ ਜੌਹਰੀ ਦੀ ਦੁਕਾਨ ਨੂੰ ਲੁੱਟਣਾ ਚਾਹੁੰਦਾ ਸੀ ਜਿਹੜਾ ਸਾਊਥ ਹਾਲ ਬਰਾਡਵ 'ਚ ਸੀ। ਉਹਨੇ ਮੇਰੇ ਨਾਲ ਬੈਠ ਕੇ ਪਿਆਰ ਨਾਲ ਤਜਵੀਜ਼ ਰੱਖੀ। ਜੌਹਰੀ ਦੇ ਪਿੱਛੇ ਘਰ ਸਨ। ਘਰਾਂ ਤੇ ਜੌਹਰੀ ਦੇ ਵਿਚਾਲੇ ਗਲੀ ਸੀ। ਇਸ ਵਿੱਚ ਵੈਨ ਪਾਰਕ ਕਰਕੇ ਦਿਖਾਉਣਾ ਸੀ ਕਿ ਨਾਲ ਦੇ ਘਰ 'ਚ ਕੰਮ ਹੋ ਰਿਹਾ। 3 ਆਦਮੀ ਘਰ 'ਚ ਸੱਚਮੁੱਚ ਕੰਮ ਕਰਦੇ ਹੋਣਗੇ ਪਰ 3 ਜਣੇ ਚੋਰੀ ਕਰਨਗੇ। ਚੋਰੀ ਕਰਨ ਲਈ ਸਮਾਨ ਚਾਹੀਦਾ ਸੀ। ਇਹ ਸਮਾਨ ਰਾਜੂ ਦੇ ਜਾਣ ਪਛਾਣ ਵਾਲੇ ਲਿਆਉਣਗੇ ਜਿਨ੍ਹਾਂ ਨੇ ਚੋਰੀ ਕਰਨੀ ਸੀ। ਉਹਨਾਂ 'ਚ ਮਿੰਟੂ ਵੀ ਹੋਊਗਾ, ਮੈਂ ਵੀ ਹੋਊਗਾ ਤੇ ਪੱਕਾ ਤਿਜੋਰੀ ਦਾ ਝੁੱਗਾ ਭੰਨਣ ਵਾਲਾ। ਮੇਰਾ ਕੰਮ ਸੀ ਇਸ ਤਰ੍ਹਾਂ ਦਾ ਆਦਮੀ ਟੋਲਣ ਦਾ। ਚੋਰੀ ਐਤਵਾਰ ਨੂੰ ਕਰਨੀ ਸੀ ਜਦ ਦੁਕਾਨ ਬੰਦ ਹੋਣੀ ਸੀ। ਮੈਂ ਇਸ ਕੰਮ ਲਈ ਬੰਦਾ ਬਰਮਿੰਘਮ 'ਚੋਂ ਭਾਲ ਲਿਆ। ਗੋਰਾ ਸੀ। ਉਹਦਾ ਨਾਂ ਸੀ ਮਾਈਕ। ਮਾਈਕ ਨੇ ਘਣ ਨਾਲ ਪਿਛਲੀ ਕੰਧ ਤੋੜ ਕੇ ਅੰਦਰ ਵੜ ਜਾਣਾ ਸੀ। ਉਹਨੇ ਅਲਾਰਮ ਬੰਦ ਕਰਕੇ ਫਿਰ ਮੈਨੂੰ ਤੇ ਮਿੰਟੂ ਨੂੰ ਅੰਦਰ ਬੁਲਾ ਲੈਣਾ ਸੀ। ਮਾਈਕ ਨੇ ਤਿਜੋਰੀ ਆਰਾਮ ਨਾਲ ਖੋਲ੍ਹ ਕੇ ਬੋਰੀਆਂ ਭਰਨ 'ਚ ਸਾਡੀ ਮਦਦ ਕਰਨੀ ਸੀ। ਮੇਰੇ ਇੱਕ 7ਵੇਂ ਬੰਦੇ ਨੇ ਬਰਾਡਵੇ ਦੀਆਂ ਦੁਕਾਨਾਂ ਦੀਆਂ ਛੱਤਾਂ ਤੇ ਬਾਰੀਆਂ ਧੋਣ ਵਾਲੇ ਦੇ ਰੂਪ 'ਚ ਅੱਖ ਰੱਖਣੀ ਸੀ ਪੁਲਿਸ ਲਈ। ਜੇ ਉਹਨੇ ਕੋਈ ਵੀ ਦੇਖਿਆ ਮੋਬਾਈਲ ਤੇ ਸਾਨੂੰ ਦੱਸ ਦੇਣਾ ਸੀ। ਬਸ ਇਹ ਸਕੀਮ ਸੀ ਮਿੰਟੂ ਦੀ। ਮੈਂ ਸੋਚ ਕੇ ਹਾਂ ਕਰ ਦਿੱਤੀ। ਵੈਸੇ ਸਭ ਇੰਝ ਹੀ ਹੋਣਾ ਹੀ ਸੀ ਪਰ ਮਾਈਕ ਨੇ ਤਿਜੋਰੀ ਨੂੰ ਬਰੂਦੀ ਸਾਬਣ ਨਾਲ ਖੋਲ੍ਹਣਾ ਸੀ। ਇੰਝ ਕੰਮ ਖਰਾਬ ਹੋ ਗਿਆ। ਜਦ ਖੜਕਾ ਹੋਇਆ ਉਹਨੇ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਅਲਾਰਮ ਸੈੱਟ ਆਫ ਕਰ ਦਿੱਤੇ। ਪਤਾ ਨਹੀਂ ਕਿਵੇਂ। ਪੁਲਿਸ ਦੀਆਂ ਗੱਡੀਆਂ ਆ ਗਈਆਂ। ਸਾਨੂੰ 7ਵੇਂ ਆਦਮੀ ਨੇ ਦੱਸਤਾ ਤੇ ਸਾਨੂੰ ਸੋਨੇ ਦੇ ਗਹਿਣਿਆਂ ਬਿਨਾਂ ਹੀ ਬਾਹਰ ਨਿਕਲਣਾ ਪਿਆ। ਸਿਆਹ ਬਖਤੀ ਨਾਲ ਇੱਕ ਪੁਲਿਸੀਆ ਗਲੀ 'ਚ ਆ ਗਿਆ ਸੀ ਤੇ ਵੈਨ ਵਾਲਿਆਂ ਨਾਲ ਗੱਲਾਂ 'ਚ ਲੱਗ ਪਿਆ। ਉਹਨਾਂ ਨੇ ਉਹਨੂੰ ਦਫਾ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਗਿਆ ਨਹੀਂ। ਉਹਨੇ ਸਾਨੂੰ ਬਾਹਰ ਆਉਂਦੇ ਦੇਖ ਲਿਆ। ਮਾਈਕ ਨੇ ਉਹਦੇ ਹੂਰਾ ਮਾਰਿਆ ਪਰ ਅਚਾਨਕ ਉਹਨੇ ਗੋਲੀ ਛੱਡ ਦਿੱਤੀ ਜੋ ਮਿੰਟੂ ਦੇ ਪੇਟ 'ਚ ਲੱਗੀ। ਆਮ ਪੁਲਿਸ ਵਾਲੇ ਇੱਥੇ ਹਥਿਆਰ ਨਹੀਂ ਰੱਖਦੇ ਪਰ ਇਸ ਪੁਲਿਸੀਏ ਕੋਲ ਪਿਸਤੌਲ ਸੀ। ਅਸੀਂ ਵੈਨ ਵੱਲ ਨੂੰ ਝਪਟੇ ਤੇ ਛੇਤੀ ਸਾਰੇ ਉੱਥੋਂ ਨਿਕਲ ਗਏ। ਮਿੰਟੂ ਬੇਹਾਲ ਸੀ ਪਰ ਅਸੀਂ ਉਹਨੂੰ ਹਸਪਤਾਲ ਜਾਂ ਦਵਾ ਘਰ ਨਹੀਂ ਲਿਜਾ ਸਕਦੇ ਸੀ। ਅਸੀਂ ਵਿਚਾਰੇ ਨੂੰ ਸਿਮਰਨ ਕੋਲ ਲੈ ਗਏ ਅਤੇ ਉਹਨੂੰ ਛੱਡ ਕੇ ਵੈਨ ਇੱਕ ਸੜਕ ਤੇ ਛੱਡ ਦਿੱਤੀ। ਸਿਮਰਨ ਨੂੰ ਪਤਾ ਨਹੀਂ ਲੱਗਿਆ ਕਿ ਕੀ ਕਰੇ ਕਿਉਂਕਿ ਮਿੰਟੂ ਬਹੁਤ ਦਰਦ 'ਚ ਸੀ ਤੇ ਸਾਰੇ ਪਾਸੇ ਰੱਤੋ ਰੱਤ ਹੋ ਗਈ ਸੀ। ਸਿਮਰਨ ਨੇ ਰਾਜੂ ਨੂੰ ਫੋਨ ਕਰਤਾ ਸੀ। ਉਹਨੇ ਇੱਕ ਡਾਕਟਰ ਬੁਲਾ ਦਿੱਤਾ ਪਰ ਮਿੰਟੂ ਮਰ ਗਿਆ। ਇਹ ਗੱਲ ਰਾਜੂ ਨੇ ਜ਼ਰੂਰ ਸੰਘੇੜੇ ਨੂੰ ਵੀ ਦੱਸਦੀ ਹੋਣੀ ਹੈ ਪਰ ਉਸ ਵੇਲੇ ਮੈਨੂੰ ਨਹੀਂ ਪਤਾ ਸੀ। ਮੈਂ ਖਿਝ ਵਿੱਚ ਮਾਈਕ ਨੂੰ ਠੋਕਰ ਮਾਰੀ। ਮਾਈਕ ਮੇਰੇ ਨਾਲ ਖਿਝ ਗਿਆ। ਉਹਨੇ ਰਾਜੂ ਨਾਲ ਗੱਲ ਕੀਤੀ ਕਿਉਂਕਿ ਰਾਜੂ ਨੂੰ ਨਵਾਂ ਨਿਰਦੋਸ਼ ਮਿਲਿਆ ਸੋ ਮੈਨੂੰ ਕੱਸ ਕੇ ਛੱਤ ਨਾਲ ਲਟਕਦੀਆਂ ਕੁੰਡੀਆਂ ਨਾਲ ਬੰਨ੍ਹ ਕੇ ਲਟਕਾਇਆ ਸੀ। ਜੰਜੀਰ ਨੇ ਸਰੀਰ ਇੰਝ ਘੁੱਟਿਆ ਸੀ ਜਿਵੇਂ ਸੱਪ ਨੇ ਸਰੀਰ ਨੂੰ ਗੁੰਝਲੀ ਮਾਰੀ ਹੋਵੇ। ਮੇਰੇ ਮੁਖੜੇ ਤੋਂ ਮੁੜਕਾ ਚੋਂਦਾ ਸੀ। ਨਾਲੋਂ ਨਾਲ ਸੀਰ ਫੁੱਟ ਪਈ। ਉਹਨਾਂ ਦੇ ਹੱਥੋਂ ਮੇਰਾ ਸਾਰਾ ਪਿੰਡਾ ਹੂਰਿਆਂ ਤੇ ਹਥਿਆਰਾਂ ਦੀ ਮਾਰ ਨਾਲ ਜ਼ਖਮੀ ਹੋਇਆ ਸੀ। ਉਹਨਾਂ ਨੇ ਮੈਨੂੰ ਹਾਲੋਂ ਬੇਹਾਲ ਕੀਤਾ ਸੀ। ਅੱਖਾਂ ਖੁੱਲਦੀਆਂ ਨਹੀਂ ਸੀ। ਬੁੱਲ ਪਾਟੇ, ਮਾਸ ਝੰਡ ਕੀਤੇ ਕਬਾਬ ਵਾਂਗ ਪੋਲਾ ਹੋ ਗਿਆ ਸੀ। ਇਹ ਹਾਲ ਸੀ ਮੇਰਾ ਉਸ ਵੇਲੇ। ਮੈਂ ਗੋਦਾਮ 'ਚ ਟੰਗਿਆ ਹੋਇਆ ਸੀ। ਮੇਰੇ ਆਲੇ ਦੁਆਲੇ 4 ਗੁੰਡੇ ਖਲੋਤੇ ਸਨ। 4 ਗਿੱਦੜ ਖੜੇ ਸਨ ਝਈਆਂ ਲੈਂਦੇ। ਇੱਕ ਦੇ ਹੱਥਾਂ 'ਚ ਬੇਸਬਾਲ ਬੈਟ ਸੀ, ਇੱਕ ਦੇ ਹੱਥਾਂ 'ਚ ਸੱਬਲ ਸੀ, ਦੂਜਿਆਂ ਕੋਲ ਠੂੰਗਾ ਮਾਰਨ ਵਾਲੇ ਲੋਹੇ ਦੇ ਹੜਬੁੱਚ ਦਸਤਾਨੇ ਸਨ। ਛੱਤ ਤੋਂ ਇੱਕ ਲਾਟੂ ਲਮਕਦਾ ਜਿਸ ਤੋਂ
ਕੋਣੇਦਾਰ ਰਿਸ਼ਮ ਸਿਰਫ ਮੇਰੇ ਉੱਪਰ ਪੈਂਦੀ ਸੀ। ਉਹਨਾਂ ਦੇ ਸਿਰਫ ਪਰਛਾਵੇਂ ਹੀ ਦਿਸਦੇ ਸਨ। ਉਹ ਆਪ ਹਨੇਰੇ 'ਚ ਹਜ਼ਮ ਹੋਏ ਹੋਏ ਸੀ, ਜਿਵੇਂ ਡਰਦੇ ਹੁਣ ਆਪਣੇ ਆਪ ਨੂੰ ਦਿਖਾਉਣ ਤੋਂ। ਫਿਰ ਇੱਕ ਪਰਛਾਵਾਂ ਚੱਲਿਆ, ਰੌਸ਼ਨੀ ਦੇ ਵਿੱਚ ਮੇਰੇ ਨੇੜੇ ਆ ਕੇ ਖੜਾ ਹੋ ਗਿਆ। ਪਰਛਾਵੇਂ ਦੇ ਮਾਲਕ ਦਾ ਮੂੰਹ ਹੁਣ ਸਾਫ਼ ਦਿਸਦਾ ਸੀ, ਲੰਬਾ ਪਤਲਾ ਜਿਹਾ, ਠੋਡੀ ਤੇ ਨਿੱਕੀ ਨਿੱਕੀ ਦਾੜੀ ਸੀ, ਨੱਕ ਉੱਤੇ ਐਨਕਾਂ ਬੈਠੀਆਂ ਸਨ। ਉਹਨੇ ਮੁਸਕਾਨ ਛੱਡੀ, ਫਿਰ ਬੋਲਿਆ ਸਹਿਜ ਨਾਲ, ਤਾਰੀ ਜਾਂ ਦੇਵ, ਜੋ ਮਰਜ਼ੀ। ਵੈਸੇ ਤੈਨੂੰ ਤਾਂ ਹੀ ਇਸ ਮੁਲਕ 'ਚ ਭਾਲਣਾ ਔਖਾ ਸੀ। ਕੇਸ ਰੱਖੇ ਫਿਰ ਕੱਟੇ, ਪਰ ਇੱਕ ਦਿਨ ਤੂੰ ਕੋਈ ਕਸੂਰ ਕਰਨਾ ਹੀ ਸੀ ਜਿਸ ਨਾਲ ਤੇਰਾ ਭੇਤ ਖੈਰ ਹੁਣ ਤਾਂ ਮਿਲ ਹੀ ਗਿਆ। ਦਾਦੇ ਨੂੰ ਭਾਵੇਂ ਮਰਵਾ ਦਿੱਤਾ ਸੀ, ਪਰ ਅਸਲੀ ਪਲਾਨ ਤੇਰਾ ਹੀ ਸੀ। ਕਾਸ਼ ਉਹਦੇ ਸੱਜੇ ਹੱਥ ਤੇ ਹੜਬੁੱਚ ਪਾਇਆ ਸੀ। ਉਹਨੇ ਜ਼ੋਰ ਦੇਣੀ ਮੇਰੇ ਜਬਾੜੇ ਤੇ ਮੁੱਕਾ ਮਾਰਿਆ, ਮੂੰਹ ਚੋਂ ਲਹੂ ਤੇ ਦੰਦ ਥੁੱਕੇ। ਦੇਵ, ਦੇਵ ਹੀ ਤੇਰਾ ਨਾਂ ਹੈ ਨਾ? ਤੇਰੀ ਕਿਸਮਤ ਚੰਗੀ ਨਹੀਂ ਹੈ। ਰਾਜੂ ਤੇ ਮਿੰਟੂ ਮੈਨੂੰ ਜਾਣਦੇ ਨੇ, ਪਤਾ ਤਾਂ ਮੈਨੂੰ ਲੱਗਣਾ ਹੀ ਸੀ। ਇੱਕ ਹੋਰ ਮੁੱਕਾ ਮਾਰਿਆ, ਐਤਕੀ ਸਿੱਧਾ ਨੱਕ ਤੇ। ਰੱਤ ਨਾਲ ਉਹਦਾ ਸੱਜਾ ਹੱਥ ਹੁਣ ਲਿਬੜ ਚੁੱਕਿਆ ਸੀ। ਮੈਂ ਤਾਂ ਜਵਾਬ ਵੀ ਨਹੀਂ ਦੇ ਸਕਦਾ ਸੀ, ਪਰ ਇਹ ਸਭ ਜਵਾਬ ਲੈਣ ਲਈ ਨਹੀਂ ਸੀ, ਮਿੰਟੂ ਕਰਕੇ ਵੀ ਨਹੀਂ ਸੀ। ਇਹ ਤਾਂ ਉਹਨੂੰ ਖੁਸ਼ ਕਰਨ ਲਈ ਸੀ। ਇਹਦਾ ਨਤੀਜਾ ਇੱਕ ਹੀ ਹੋਣਾ ਸੀ, ਮੇਰੀ ਮੌਤ। ਸੱਜੇ ਹੱਥ ਤੋਂ ਲੋਹੇ ਦਾ ਡਸਟਰ ਜਾਣੇ ਹੜਬੁੱਚ ਦਸਤਾਨਾ ਲਾ ਦਿੱਤਾ ਸੀ ਸੰਘੇੜੇ ਨੇ। ਹਾਂ, ਉਹ ਸੰਘੇੜਾ ਸੀ। ਜਦ ਰਾਜੂ ਨੇ ਸਭ ਕੁਝ ਉਹਨੂੰ ਚੋਰੀ ਬਾਰੇ ਬਕ ਦਿੱਤਾ, ਉਹਨੂੰ ਮੇਰੀ ਤਸਵੀਰ ਵੀ ਦਿਖਾਈ, ਬਸ ਉਹਦੀ ਖੋਜ ਖਤਮ ਹੋ ਗਈ। ਉਹਦੇ ਬੱਚੇ ਦਾ ਖੂਨੀ ਮਿਲ ਗਿਆ ਸੀ। ਹੋਰ ਸਾਰਿਆਂ ਨੂੰ ਮਰਵਾ ਦਿੱਤਾ ਸੀ, ਮੈਂ ਹੀ ਰਹਿੰਦਾ ਸੀ। ਹੁਣ ਨਹੀਂ ਬਚਦਾ। ਰਾਜੂ ਨੂੰ ਜਦ ਪਤਾ ਲੱਗਿਆ ਕਿ ਮੈਂ ਬਰਮਿੰਘਮ ਦਾ ਵੱਡਾ ਗੁੰਡਾ ਸੀ, ਉਹਨੇ ਮੈਥੋਂ ਵੀ ਵੱਡੇ ਗੁੰਡੇ ਨੂੰ ਭਾੜਾ ਦਿੱਤਾ। ਇਹ ਆਦਮੀ ਜਮੀਕਾ ਸੀ, ਜਿਹਦੀ ਪਹੁੰਚ ਲੰਡਨ ਤੋਂ ਬਰਮਿੰਘਮ ਤੀਕਰ ਸੀ। ਬਸ ਉਹਨਾਂ ਨੇ ਇੱਕ ਰਾਤ, ਜਦ ਮੈਂ ਤੇ ਸ਼ੀਨਾ ਆਰਾਮ ਨਾਲ ਬੈੱਡ 'ਚ ਪਏ ਸੀ, ਸਾਨੂੰ ਦੋਹਾਂ ਨੂੰ ਚੁੱਕ ਲਿਆ। ਸ਼ੀਨਾ ਦਾ ਮੈਨੂੰ ਕੁਝ ਪਤਾ ਨਹੀਂ, ਪਰ ਮੈਨੂੰ ਬੰਨ੍ਹ ਕੇ ਵੈਨ 'ਚ ਸੁੱਟ ਕੇ ਕਿਸੇ ਦੂਰ ਥਾਂ ਲੈ ਗਏ। ਬਹੁਤ ਦੇਰ ਲੱਗੀ ਉੱਥੇ ਪਹੁੰਚਣ ਲਈ। ਜਦ ਪੁੱਜੇ, ਮੈਨੂੰ ਵੈਨ 'ਚੋਂ ਬਾਹਰ ਕੱਢ ਕੇ ਇੱਕ ਗੋਦਾਮ 'ਚ ਲੈ ਗਏ। ਸਾਰੇ ਕਾਲੇ ਸਨ। ਮੈਨੂੰ ਫੇਰ ਟੰਗ ਕੇ ਕੁੱਟਿਆ, ਬਿਨਾਂ ਦੱਸਣ ਤੋਂ ਕਾਹਤੋਂ ਇੰਜ ਕਰ ਰਹੇ ਸੀ। ਫਿਰ ਉਹਨੂੰ ਵੇਖਿਆ, ਪਰਛਾਵੇਂ 'ਚ ਲੁਕੇ ਸੰਘੇੜੇ ਨੂੰ। ਮੈਂ ਸਮਝ ਗਿਆ, ਉਹਦੇ ਨਾਲ ਹਨੇਰੇ 'ਚ ਰਾਜੂ ਵੀ ਖੜਾ ਸੀ। ਜਦ ਤੱਕ ਮੇਰੇ ਨਾਲ ਬੋਲਿਆ, ਮੈਥੋਂ ਤਾਂ ਅੱਖਾਂ ਵੀ ਔਖ ਨਾਲ ਮਸਾਂ ਖੋਲ ਹੁੰਦੀਆਂ ਸੀ, ਪਰ ਹੁਣ ਤਾਂ ਤੂੰ ਵੀ ਸਮਝਦਾ ਹੋਏਗਾ ਕਿਉਂ ਮੈਂ ਇੱਥੇ ਇਸ ਹਾਲ 'ਚ ਟੰਗਿਆ। ਹਰਾਮਜ਼ਾਦਾ ਤੇਰੀ। ਹੌਲੀ ਹੌਲੀ ਸੰਘੇੜੇ ਦੀ ਆਵਾਜ਼ 'ਚ ਅਵੇਸ਼ ਆ ਰਿਹਾ ਸੀ। ਮੇਰਾ ਮਾਸੂਮ ਪੁੱਤ ਕੁੱਤਿਆ, ਅੱਜ ਤੈਨੂੰ ਨਹੀਂ ਛੱਡਣਾ। ਹੋਰ ਮਾਰੋ ਇਹਨੂੰ, ਹੋਰ ਮਾਰੋ। ਐਤਕੀ ਮੈਂ ਫੁੜਕ ਕੇ ਬੇਸੁੱਧ ਹੋ ਗਿਆ। ਜਦ ਹੋਸ਼ ਆਇਆ, ਮੈਂ ਹੈਰਾਨ ਸੀ, ਮੈਂ ਹਾਲੇ ਵੀ ਜਿਉਂਦਾ ਸੀ। ਕਿਉਂ? ਆਲੇ ਦੁਆਲੇ ਤੋਂ ਆਵਾਜ਼ਾਂ ਆ ਰਹੀਆਂ ਸੀ। ਮੈਂ ਹੁਣ ਟੰਗਿਆ ਨਹੀਂ ਸੀ। ਫਿਰ ਨੀਂਦ ਆ ਗਈ। ਜਦ ਫਿਰ ਜਾਗਿਆ, ਸਾਫ਼ ਸੁਣਦੀ ਸੀ ਇੱਕ ਟੀ ਟੀ ਚਿਮ ਚਿਮ ਕਰਦੀ। ਹੱਥ ਲਾਇਆ, ਮੂੰਹ ਤੇ ਫੇਰਿਆ, ਪੱਟੀਆਂ ਬੰਨੀਆਂ ਹੋਈਆਂ ਸੀ। ਹੁਣ ਲੋਕਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਸੀ। ਨੀਂਦ ਨੇ ਫਿਰ ਮੈਨੂੰ ਆਪਣੇ ਕਲਾਵੇ 'ਚ ਲੈ ਲਿਆ। ਜਦ ਫਿਰ ਜਾਗਿਆ, ਸਮਝ ਗਿਆ ਸੰਘੇੜੇ ਨੇ ਮੇਰੀ ਜਾਨ ਨਹੀਂ ਲਈ, ਮਾਰ ਕੇ ਇਸ ਹਾਲ 'ਚ ਛੱਡ ਦਿੱਤਾ ਸੀ। ਫਿਰ ਉਹ ਦਿਨ ਆ ਗਿਆ ਜਦ ਮੈਂ ਅੱਖਾਂ ਖੋਲ੍ਹ ਸਕਦਾ ਸੀ। ਮੇਰੇ ਸਾਹਮਣੇ ਮੇਰਾ ਖਾਸ ਆਦਮੀ ਜੌਨੀ ਖੜਾ ਸੀ। ਮੈਂ ਬੋਲਣ ਦੀ ਕੋਸ਼ਿਸ਼ ਕੀਤੀ, ਪਰ ਮੂੰਹ ਚੱਲੇ ਹੀ ਨਾ। ਬੌਸ, ਡੋਂਟ ਵਰੀ, ਸਾਨੂੰ ਪਤਾ ਲੱਗ ਗਿਆ ਕੀ ਹੋਇਆ। ਅਸੀਂ ਮਸਾਂ ਹੀ ਉਸ ਕਾਲੇ ਦੇ ਗੋਦਾਮ ਦਾ ਪਤਾ ਲਾਇਆ। ਸੌਰੀ, ਪਹਿਲਾਂ ਨਹੀਂ ਪੁੱਜੇ। ਸੋ ਸੌਰੀ। ਖੈਰ, ਜਦ ਅੰਦਰ ਪਹੁੰਚੇ, ਸਭ ਵੱਲ ਗੋਲੀਆਂ ਛੱਡੀਆਂ। ਇੱਕ ਤੋਂ ਛੁੱਟ ਸਭ ਮਰ ਗਏ। ਸੋ ਸੌਰੀ, ਯੂ ਹੈਵ ਬੀਨ ਹੇਅਰ ਫॉर 5 ਵੀਕਸ ਮੈਨ। ਮੈਂ ਉਹਦੀਆਂ ਸਾਰੀਆਂ ਗੱਲਾਂ ਸਮਝ ਗਿਆ ਸੀ। ਮੈਂ ਇਸ਼ਾਰਾ ਕੀਤਾ, ਕੌਣ ਬਚਿਆ? ਤੇ ਸ਼ੀਨਾ ਦਾ ਕੀ ਹਾਲ ਹੈ? ਉਹਨੇ ਕਾਰੀ ਆਵਾਜ਼ ਜਵਾਬ ਦਿੱਤਾ, ਸੰਘੇੜਾ ਇੱਕ ਐਕਟਰ ਹੈ, ਪਰ ਹੁਣ ਐਕਟ ਨਹੀਂ ਕਰੂਗਾ। ਸਾਡੇ ਕੋਲੇ ਹਾਲੇ ਵੀ ਹੈ। ਦੁਨੀਆ ਪਾਗਲ ਹੋ ਗਈ ਉਹਨੂੰ ਟੋਲਦੀ। ਮੈਂ ਸ਼ੀਨਾ ਬਾਰੇ ਫਿਰ ਪਤਾ ਲੈਣ ਦੀ ਕੋਸ਼ਿਸ਼ ਕੀਤੀ। ਹੌਲੀ ਹੌਲੀ ਜਵਾਬ ਆਇਆ, ਉਹਨੂੰ ਕਾਲਿਆਂ ਨੇ ਰੇਪ ਕਰਕੇ ਮਾਰ ਦਿੱਤਾ ਸੀ। ਸਾਡੇ ਨਾਲ ਉਸ ਗੈਂਗ ਨਾਲ ਉਦੋਂ ਦਾ ਯੁੱਧ ਚੱਲ ਰਿਹਾ। ਹਰ ਹਫ਼ਤੇ ਉਹਨਾਂ ਨੂੰ ਘਾਟਾ ਪੈਂਦਾ ਹੈ, ਜਾਂ ਸਾਨੂੰ। ਸ਼ੀਨਾ ਦੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ। ਸੰਘੇੜੇ ਨੂੰ ਅਸੀਂ ਕੀ ਕਰਨਾ ਸੀ? ਇਹ ਸੱਚ ਸੀ ਕਿ ਮੇਰੇ ਕਰਕੇ ਉਹਦਾ ਬੱਚਾ ਮਰਿਆ ਸੀ, ਪਰ ਦੂਜੇ ਪਾਸੇ ਮੈਂ ਤਾਂ ਗੁੰਡਾ, ਤੇ ਇਸ ਆਦਮੀ ਨੇ ਮੇਰੇ ਨਾਲ ਪੰਗਾ ਲਿਆ ਸੀ। ਕੁਝ ਤਾਂ ਕਰਨਾ ਹੀ ਪੈਣਾ ਸੀ। ਨਾਲੇ ਇਹ ਸਭ ਕਰਕੇ ਸ਼ੀਨਾ ਵੀ ਮਰ ਗਈ ਸੀ। ਇੱਕ ਹੋਰ ਮਹੀਨੇ ਬਾਅਦ ਹਸਪਤਾਲ 'ਚੋਂ ਨਿਕਲਿਆ। ਪੁਲਿਸ ਨੇ ਬਹੁਤ ਸਵਾਲ ਪੁੱਛੇ। ਮੈਂ ਜਾਣਬੁੱਝ ਕੇ ਕਹਿ ਦਿੱਤਾ ਕਿ ਨਸਲਵਾਦੀ ਗੋਰਿਆਂ ਨੇ ਮੈਨੂੰ ਕੁੱਟਿਆ ਤੇ ਉਹਨਾਂ ਦੀ ਪਛਾਣ ਨਹੀਂ ਕਰ ਸਕਦਾ।
ਖਬਰਾਂ 'ਚ ਹਾਲੇ ਵੀ ਸੰਘੇੜੇ ਬਾਰੇ ਮੀਡੀਆ ਵਾਲੇ ਪੁੱਛਗਿੱਛ ਕਰ ਰਹੇ ਸਨ। ਕਿਸੇ ਨੂੰ ਲੱਗਿਆ ਜਦ ਦਿੱਲੀ 'ਚ ਘੱਲੂਘਾਰਾ ਹੋਇਆ ਹੈ, ਉਹਦਾ ਨਾਂ ਉਸ ਮਾਮਲੇ 'ਚ ਬੋਲਦਾ ਸੀ, ਇਸ ਕਰਕੇ ਵੱਖਵਾਦੀਆਂ ਨੇ ਮਾਰ ਦਿੱਤਾ ਹੋਣਾ। ਕਿਸੇ ਨੂੰ ਕੁਝ ਪਤਾ ਨਹੀਂ ਸੀ। ਮੈਂ ਹਾਲੇ ਵੀ ਸ਼ੀਨਾ ਦੀ ਮੌਤ ਦੇ ਸੋਗ 'ਚ ਸੀ। ਡਈਆਂ ਦੇ ਸਹਾਰੇ ਨਾਲ ਤੁਰਦਾ ਫਿਰਦਾ ਸੀ। ਮਹੀਨਾ ਹੋਰ ਬੀਤਣ ਪਿੱਛੋਂ ਹੀ ਸੰਘੇੜੇ ਨੂੰ ਮਿਲਣ ਲਈ ਤਿਆਰ ਹੋ ਸਕਿਆ। ਇਸ ਵੇਲੇ ਅੰਗਰੇਜ਼ੀ ਗਵਰਨਮੈਂਟ ਨੇ ਮੁਹਿੰਮ ਸ਼ੁਰੂ ਕਰ ਲਈ ਸੀ। ਸਾਊਥਹਾਲ, ਸਲੋ, ਬਰਮਿੰਘਮ ਟਰੱਕ ਤੁਰਦੇ ਫਿਰਦੇ ਸੀ, ਜਿਨ੍ਹਾਂ ਦੇ ਇਸ਼ਤਿਹਾਰ ਸਨ। ਉਹਨਾਂ ਇਸ਼ਤਿਹਾਰਾਂ ਤੇ ਲਿਖਿਆ ਸੀ, ਗੈਰ ਕਾਨੂੰਨੀ ਲੋਕ ਘਰ ਵਾਪਸ ਜਾਓ, ਨਹੀਂ ਤਾਂ 10,000 ਪਾਉਂਡ ਦਾ ਜੁਰਮਾਨਾ ਭਰਨਾ ਪਊ। ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਲੰਘ ਚੁੱਕੀ ਹੈ, ਘਰ ਵਾਪਸ ਜਾਓ ਜਾਂ ਗ੍ਰਿਫਤਾਰੀ ਲਈ ਤਿਆਰ ਰਹੋ। ਸਿਮਰਨ ਵਰਗੇ ਇਮਾਨਦਾਰ ਬੰਦੇ ਵੀ ਫਸ ਸਕਦੇ ਸਨ, ਤੇ ਮੇਰੇ ਵਰਗੇ ਗੁੰਡੇ ਵੀ। ਬਸ ਜਿਹੜੇ ਘਰਾਂ 'ਚ ਮੇਰੇ ਗੈਰ ਕਾਨੂੰਨੀ ਆਦਮੀ ਲੁਕੋਏ ਸੀ, ਛਾਪੇ ਪੈਣ ਲੱਗ ਪਏ। ਇਸ ਤਰ੍ਹਾਂ ਸਾਡੇ ਕੋਠੇ, ਜੂਆਖਾਨਿਆਂ ਤੇ ਵੀ ਛਾਪੇ ਪੈਣ ਲੱਗ ਪਏ। ਜਮੀਕਿਆਂ ਨੇ ਇਹਦਾ ਫਾਇਦਾ ਲਿਆ। ਮਿੰਟੂ ਉਸ ਦਿਨ ਗੋਲੀ ਤੋਂ ਬਚ ਗਿਆ, ਪਰ ਜੌਨੀ ਨੂੰ ਫਿਕਰ ਸੀ ਕਿ ਉਹਨੇ ਪੁਲਿਸ ਨੂੰ ਸਭ ਕੁਝ ਦੱਸ ਦੇਣਾ ਹੈ। ਇਸ ਲਈ ਉਹਨੇ ਮਿੰਟੂ ਦਾ ਸਿਰ ਧੌਣ ਤੋਂ ਵੱਖਰਾ ਕਰਕੇ ਸੰਘੇੜੀ ਦੀ ਕੁੱਛੜ ਤੇ ਰੱਖ ਦਿੱਤਾ ਸੀ। ਪਰ ਸੰਘੇੜਾ ਡਰਨ ਵਾਲਾ ਨਹੀਂ ਸੀ। ਜਦ ਇਹ ਗੱਲ ਹੋਈ, ਸੰਘੇੜਾ ਇੱਕ ਕੁਰਸੀ ਤੇ ਬੰਨਿਆ ਬੈਠਾ ਸੀ। ਉਹਨੂੰ ਹੁਣ ਤੱਕ ਇੱਕ ਹਨੇਰੇ ਕਮਰੇ 'ਚ ਰੱਖਿਆ ਹੋਇਆ ਸੀ। ਸਾਡੇ ਕੈਸੀਨੋ ਦੇ ਭੋਰੇ ਵਿੱਚ ਅਸੀਂ ਇਸ ਵੇਲੇ ਪੁਲਿਸ ਤੋਂ 3 ਕਾਰਨਾਂ ਕਰਕੇ ਡਰਦੇ ਸੀ। ਇੱਕ ਤਾਂ ਜਮੀਕਿਆਂ ਨਾਲ ਲੜਾਈ ਹੋ ਰਹੀ ਸੀ, ਜਿਸ 'ਚ ਸਾਡੇ ਲੋਕ ਮਾਰੇ ਜਾ ਰਹੇ ਸੀ। ਦੂਜੇ, ਗੈਰ ਕਾਨੂੰਨੀ ਲੋਕਾਂ ਮਗਰ ਵੀ ਪੁਲਿਸ ਪਈ ਹੋਈ ਸੀ। ਤੀਜਾ ਤੇ ਆਖਰੀ ਕਾਰਨ ਸੀ ਕਿ ਸਾਰੀ ਦੁਨੀਆ ਸੰਘੇੜੇ ਦੀ ਤਲਾਸ਼ ਕਰ ਰਹੀ ਸੀ। ਹਾਲੇ ਮੇਰੇ 'ਚ ਹਿੰਮਤ ਨਹੀਂ ਸੀ ਉਸ ਬੰਦੇ ਨਾਲ ਗੱਲ ਕਰਨ ਦੀ, ਜਿਹਦਾ ਬੱਚਾ ਮਰਿਆ ਸੀ ਮੇਰੀ ਵਜ੍ਹਾ ਨਾਲ। ਭਾਵੇਂ ਉਹਨੇ ਹੀ ਮੇਰਾ ਇਹ ਹਾਲ ਕਰਵਾਇਆ ਸੀ। ਮੈਂ ਆਪਦਾ ਧਿਆਨ ਜਮੀਕੇ ਵੱਲ ਕਰ ਲਿਆ। ਜਮੀਕਾ ਹੈਂਡਸਵਰਥ ਦਾ ਵਾਸੀ ਸੀ, ਪਰ ਇੱਥੇ ਉਹਨੂੰ ਹੱਥ ਲਾਉਣਾ ਔਖਾ ਸੀ। ਸੋ ਮੈਂ ਉਹਦੇ ਅੱਡਿਆਂ ਤੇ ਹਮਲੇ ਕੀਤੇ। ਉਹਨੇ ਬਦਲੇ 'ਚ ਵਾਪਸ ਧਾਵੇ ਕੀਤੇ। ਏਦਾਂ ਚੱਕਰ ਚੱਲੀ ਗਿਆ। ਸਰਦੀਆਂ 'ਚ ਇੱਕ ਦਿਨ ਉਹਦੀ ਧੀ ਮੇਰੇ ਹੱਥ ਆ ਗਈ। ਜਦ ਮੇਰੇ ਆਦਮੀਆਂ ਨੇ ਤੱਕੀ, ਉਹ ਕਲੱਬ 'ਚ ਨੱਚਦੀ ਸੀ। ਉਹਨੂੰ ਸ਼ਰਾਬੀ ਕਰਕੇ ਕਸੀਨੋ ਲਿਆਂਦਾ ਗਿਆ। ਸ਼ੀਨਾ ਨਾਲ ਕਿੰਜ ਬੀਤੀ ਹੋਊ, ਮੈਨੂੰ ਯਾਦ ਆ ਗਿਆ। ਮੈਂ ਆਪਣੇ ਬੰਦਿਆਂ ਨੂੰ ਇਜਾਜ਼ਤ ਦੇ ਦਿੱਤੀ ਉਹਦਾ ਬਲਾਤਕਾਰ ਕਰਨ ਦੀ। ਜੌਨੀ ਨੇ ਵੀਡੀਓ ਵੀ ਭਰ ਕੇ YouTube ਤੇ ਚੜ੍ਹਾਤੀ ਸੀ। ਇਹਦਾ ਲਿੰਕ ਜਾਣਬੁੱਝ ਕੇ ਉਹਦੇ ਬਾਪ ਨੂੰ ਭੇਜਿਆ ਗਿਆ। ਬਾਅਦ 'ਚ ਉਹਦੀ ਲਾਸ਼ ਹੈਂਡਸਵਰਥ ਦੇ ਬੈਪਟਿਸਟ ਗਿਰਜੇ ਮੂਹਰੇ ਛੱਡ ਦਿੱਤੀ। ਮੈਨੂੰ ਅੰਦਾਜ਼ਾ ਸੀ ਕਿ ਅੱਜ ਉਹਨੇ ਸਾਡੇ ਕਸੀਨੋ ਤੇ ਹਮਲਾ ਕਰਨਾ ਸੀ। ਤਿਆਰੀਆਂ ਹੋ ਗਈਆਂ। ਪੁਲਿਸ ਪਹਿਲਾਂ ਹੀ ਕਸੀਨੋ ਪੁੱਜ ਗਈ, ਪਰ ਉਹ ਬੇਖਬਰ ਸੀ ਕਿ ਭੋਰੇ 'ਚ ਸੰਘੇੜਾ ਸੀ। ਹੁਣ ਉਹ ਜੱਗ ਦੀ ਨਜ਼ਰ 'ਚ ਮਰ ਚੁੱਕਿਆ ਸੀ, ਤੇ ਬਾਲੀਵੁੱਡ ਨੇ ਤਾਂ ਦਾਹ ਸੰਸਕਾਰ ਦੀ ਰਸਮ ਆਦਿ ਵੀ ਕਰ ਲਏ ਸੀ। ਰਣਜੀਤਪੁਰ 'ਚ ਉਹਦਾ ਬੁੱਤ ਵੀ ਲਾ ਦਿੱਤਾ ਸੀ। ਸੋ ਹੁਣ ਮੈਂ ਜੋ ਮਰਜ਼ੀ ਕਰ ਸਕਦਾ ਸੀ। ਜਿੱਤ ਮੇਰੀ ਸੀ। ਮੈਂ ਸ਼ੀਸ਼ੇ 'ਚ ਆਪਦੇ ਵੱਲ ਵੇਖਿਆ। ਹੁਣ ਸਹਾਰੇ ਦੀ ਲੋੜ ਨਹੀਂ ਸੀ। ਮੇਰੇ ਵੱਲ ਮੇਰਾ ਮੂੰਹ ਵਾਪਸ ਝਾਕਿਆ। ਅੱਖਾਂ ਗੋਲ ਪਰ ਸਖਤ ਸਨ। ਫਿਰ ਉਹਨਾਂ 'ਚ ਮਲਾਲ ਸੀ, ਦੁਨੀਆ ਦਾ ਭਾਰ, ਸ਼ੀਨਾ ਦਾ, ਸੰਘੇੜੇ ਦੇ ਬਾਲ ਦਾ ਭਾਰ। ਜਦ ਤਾਰੀ ਸੀ, ਸਿੱਖ ਵਾਂਗ ਸਜਿਆ ਸੀ, ਪਰ ਹੁਣ ਵਾਲ ਨੰਨੇ ਸਨ, ਨੱਕ ਲੰਬਾ ਪਤਲਾ ਜਿਹਾ ਸੀ, ਤੇ ਬੁੱਲ ਕੁੱਟੜੇ। ਹਾਲੇ ਵੀ ਮੂੰਹ ਤੇ ਕੁਟਾਪੇ ਦੇ ਦਾਗ ਸਨ। ਸੰਘੇੜਾ ਇੱਕ ਬਾਪ ਸੀ ਜਿਹਨੂੰ ਮੇਰੇ ਤੇ ਇੰਨਾ ਗੁੱਸਾ ਸੀ, ਮਾਰਨ ਦੇ ਥਾਈਂ ਉਹਨੇ ਮੈਨੂੰ ਕੁੱਟਿਆ। ਪਰ ਇਸ ਗਲਤੀ ਕਰਕੇ ਮੈਂ ਬਚ ਗਿਆ, ਤੇ ਉਹਨੂੰ ਮੇਰੇ ਗੁੰਡਿਆਂ ਨੇ ਪਸ਼ੂ ਵਾਂਗ ਰੱਖਿਆ ਸੀ। ਚੱਲ ਦੇਖਦੇ ਆ, ਮੈਂ ਇਹਨੂੰ ਮਿਲਣ ਚਲਾ ਗਿਆ। ਕਮਰੇ ਦੀ ਬੱਤੀ ਜਗਾਈ। ਉਹਨੇ ਅੱਖਾਂ ਝਪਕ ਕੇ ਮਸਾਂ ਮੇਰੇ ਵੱਲ ਝਾਕਿਆ। ਉਹਨਾਂ ਹੀ ਕੱਪੜਿਆਂ 'ਚ ਸੀ ਜਦੋਂ ਦਾ ਉਹਨੇ ਮੈਨੂੰ ਉਸ ਰਾਤ ਕੁੱਟਿਆ ਸੀ। ਦਾੜੀ ਲੰਬੀ ਤੇ ਗੰਦੀ ਹੋ ਚੁੱਕੀ ਸੀ। ਬੇਆਰਾਮ ਘੱਗੀ ਜਿਹਾ ਸੀਗਾ। ਮੇਰੀ ਤਕਦੀਰ ਨਹੀਂ, ਸਾਡੇ ਦੋਨਾਂ ਦੇ ਵਕਾਰੀ ਕਰਮਾਂ ਕਰਕੇ ਹੁਣ ਅਸੀਂ ਇੱਥੇ ਪੁੱਜੇ ਸੀ। ਕਮਰਾ ਸੁੰਨਾ ਜਿਹਾ ਸੀ। ਸਿਰਫ ਇੱਕ ਪਾਸੇ ਨਿੱਕਾ ਜਿਹਾ ਮੇਜ਼ ਸੀ, ਉਸ ਨਾਲ ਇੱਕ ਕੁਰਸੀ। ਇਹਨਾਂ ਤੋਂ ਬਿਨਾਂ ਜਿਹੜੀ ਕੁਰਸੀ ਤੇ ਕਮਰੇ ਵਿਚਾਲੇ ਬੰਨਿਆ ਬੈਠਾ ਸੰਘੇੜਾ ਸੀ ਦਿਸ ਰਿਹਾ ਸੀ, ਜਾਂ ਉਹਦੇ ਅੱਗੇ ਭੁੰਜੇ ਪਈ ਥਾਲੀ ਜਿਸ 'ਚ ਅੱਧਾ ਖਾਧਾ ਖਾਣਾ ਪਿਆ ਸੀ। ਜਦ ਵੀ ਖਾਣ ਦਾ ਟਾਈਮ ਹੁੰਦਾ, ਇੱਕ ਬੰਦਾ ਰਾਖੀ ਖੜਦਾ ਸੀ। ਮੇਜ਼ ਸੰਘੇੜੇ ਦੇ ਸਾਹਮਣੇ ਰੱਖ ਕੇ ਉਹਦੀਆਂ ਬੇੜੀਆਂ ਲਾ ਕੇ ਥਾਲੀ ਰੱਖ ਦਿੰਦਾ ਸੀ। ਜਦ ਖਾਂਦਾ ਨਹੀਂ ਸੀ, ਦੂਜੀ ਕੁਰਸੀ ਸਾਹਮਣੇ ਰੱਖ ਕੇ ਜ਼ਬਰਦਸਤੀ ਨਾਲ ਖਵਾਉਂਦੇ ਸੀ। ਇਸ ਤੋਂ ਇਲਾਵਾ ਕਮਰੇ 'ਚ ਕੁਛ ਨਹੀਂ ਸੀ। ਮੇਰੇ ਸਾਹਮਣੇ ਸੰਘੇੜਾ ਬੈਠਿਆ ਸੀ, ਬੰਨਿਆ। ਉਹ ਤੋਂ ਆਉਂਦਾ ਮੁਸ਼ਕ ਨਾਸਾਂ ਸਾੜਦਾ ਸੀ। ਮੈਂ ਕੰਧ ਕੋਲੋਂ ਕੁਰਸੀ ਚੁੱਕ ਕੇ ਉਹਦੇ ਸਾਹਮਣੇ ਟਿਕਾ ਕੇ ਬਹਿ ਗਿਆ। ਮੇਰੇ ਪਿੱਛੇ ਜੌਨੀ ਖਲੋਤਾ ਸੀ। ਹੌਲੀ ਹੌਲੀ ਉਹਨੇ ਆਪਦਾ ਸਿਰ ਚੱਕ ਕੇ ਮੇਰੇ ਵੱਲ ਦੇਖਿਆ। ਬਹੁਤ ਦੇਰ ਲਈ ਚੁੱਪ ਰਿਹਾ। ਫਿਰ ਉਹਨੇ ਮੇਰੇ ਮੂੰਹ ਤੇ ਥੁੱਕਿਆ। ਜੌਨੀ ਉਹਨੂੰ ਮਾਰਨ ਨੂੰ ਗਿਆ, ਪਰ ਮੈਂ ਉਹਨੂੰ ਰੋਕ ਦਿੱਤਾ। ਆਪਦੀ ਜੇਬ 'ਚੋਂ ਰੁਮਾਲ ਕੱਢ ਕੇ ਮੂੰਹ ਸਾਫ਼ ਕੀਤਾ। ਮੇਰੇ ਵੱਲ ਖਰੂਦੀ ਅੱਖਾਂ ਨਾਲ ਵੇਖੀ ਗਿਆ। ਉਹ ਵੀ ਸੋਚਦਾ ਹੋਏਗਾ ਕਿ ਜਦ
ਹੱਥ 'ਚ ਦੇਵ ਆ ਗਿਆ, ਮੈਂ ਉਹਨੂੰ ਖਤਮ ਕਿਉਂ ਨਹੀਂ ਕੀਤਾ? ਜਿੰਜ ਦਾਦੇ ਨੂੰ ਕੀਤਾ ਸੀ। ਜੌਨੀ ਖੜਾ ਕਰਕੇ, ਮੈਨੂੰ ਪਤਾ ਸੀ ਕਿ ਮੈਨੂੰ ਹੁਣ ਸੰਘੇੜੇ ਬਾਰੇ ਫੈਸਲਾ ਕਰਨਾ ਪਏਗਾ। ਜੇ ਮੈਂ ਕਮਜ਼ੋਰ ਲੱਗਾ, ਜੌਨੀ ਸਾਹਮਣੇ ਚੰਗੀ ਗੱਲ ਨਹੀਂ ਸੀ। ਸੰਘੇੜੇ ਕਰਕੇ ਸਾਡੇ ਕਈ ਬੰਦੇ ਮਰੇ ਸਨ ਜਾਂ ਜੇਲ੍ਹ 'ਚ ਪਹੁੰਚ ਗਏ ਜਦੋਂ ਦਾ ਜਮੀਕਿਆਂ ਨਾਲ ਵਾਹ ਪਿਆ। ਸ਼ੀਨਾ ਵੀ ਸੰਘੇੜੇ ਨੇ ਮਰਵਾਈ ਸੀ, ਪਰ ਮੇਰੇ ਮਨ 'ਚ ਇੱਕ ਹੀ ਸੋਚ ਨੱਸਦੀ ਰਹੀ, ਇਹਦੇ ਨਿਆਣੇ ਦੀ ਮੌਤ ਮੇਰੇ ਜਿੰਮੇ ਹੈ। ਜੇ ਮੈਂ ਬਾਪ ਹੁੰਦਾ ਤੂੰ ਵੀ ਇੰਝ ਹੀ ਕਰਨਾ ਸੀ। ਕੋਈ ਸ਼ੱਕ? ਹਮਦਰਦੀ ਉਹਦੇ ਬੇਨੂਰ ਚਿਹਰੇ ਵੱਲ ਝਾਕ ਕੇ ਮੈਨੂੰ ਕਮਜ਼ੋਰ ਕਰ ਰਹੀ ਸੀ। ਕੀ ਪਤਾ ਹੁਣ ਮੇਰੀ ਹਿੰਮਤ ਇਸ ਤਰ੍ਹਾਂ ਦੀ ਜ਼ਿੰਦਗੀ ਲਈ ਹਾਰ ਗਈ ਸੀ। ਸੰਘੇੜਾ ਜੀ, ਮੈਂ ਗੱਲ ਸ਼ੁਰੂ ਕੀਤੀ। ਉਹਦੀਆਂ ਅੱਖਾਂ ਮੇਰੇ ਮੂੰਹ ਤੇ ਗੱਡੀਆਂ ਸਨ। ਸੰਘੇੜਾ ਜੀ, ਮੈਂ ਤੇਰੇ ਬੱਚੇ ਨੂੰ ਮਰਵਾਇਆ ਤੇ ਇਹਦਾ ਬਦਲਾ ਆਪ ਦੇਖ ਸਕਦੇ ਹੋ। ਮੇਰੀ ਹਾਲਤ, ਮਸਾਂ ਅੱਜ ਤੁਹਾਨੂੰ ਮਿਲਣ ਆ ਸਕਿਆ। ਮੇਰੀ ਦੋਸਤ ਸ਼ੀਨਾ ਤੁਹਾਡੀ ਵਜ੍ਹਾ ਕਾਰਨ ਰੇਪ ਹੋਈ ਕਾਲਿਆਂ ਦੇ ਹੱਥੀਂ, ਸੋ ਹੁਣ ਤੁਸੀਂ ਮੇਰੇ ਹੱਥਾਂ 'ਚ ਆ ਗਏ ਹੋ। ਜ਼ਿੰਦਗੀ ਇੱਕ ਚੱਕਰ ਹੈ ਜਿਸ 'ਚ ਕੋਈ ਨੈਤਿਕਤਾ ਨਹੀਂ ਹੈ। ਤੁਸੀਂ ਦੁਖੀ, ਮੈਂ ਵੀ ਦੁਖੀ, ਤੇ ਬਦਲੇ ਨੇ ਸਾਨੂੰ ਕੀ ਮਿਲਿਆ? ਉਹਨੇ ਜਵਾਬ ਨਹੀਂ ਦਿੱਤਾ। ਮੈਂ ਹੱਥ ਜੌਨੀ ਵੱਲ ਵਧਾਇਆ। ਉਹਨੇ ਅਖਬਾਰ ਫੜਾ ਦਿੱਤਾ। ਮੈਂ ਸੰਘੇੜੇ ਦੀਆਂ ਅੱਖਾਂ ਅੱਗੇ ਕਰ ਦਿੱਤਾ। ਅਖਬਾਰ 'ਚ ਉਹਦੇ ਸੰਸਕਾਰ ਬਾਰੇ ਖਬਰ ਸੀ। ਦੇਖ, ਦੁਨੀਆ ਦੀਆਂ ਅੱਖਾਂ 'ਚ ਤੁਸੀਂ ਰਹੇ ਨਹੀਂ, ਸੋ ਜੇ ਮੈਂ ਚਾਹੁੰਦਾ ਜਿੰਜ ਮੇਰਾ ਹਾਲ ਕੀਤਾ ਸੀ ਤੁਹਾਡਾ ਵੀ ਕਰਵਾ ਸਕਦਾ। ਜੇ ਚਿੱਤ ਕੀਤਾ ਗੋਲੀ ਇਸੇ ਵੇਲੇ ਵੀ ਮਾਰ ਸਕਦਾ, ਪਰ ਇਹਦਾ ਫਾਇਦਾ ਕੀ? ਕੋਈ ਜਵਾਬ ਨਹੀਂ ਆਇਆ। ਮੈਂ ਅਖਬਾਰ ਜੌਨੀ ਨੂੰ ਵਾਪਸ ਮੋੜਿਆ ਤੇ ਨਾਲੇ ਕਿਹਾ, ਪਾਣੀ ਦਾ ਗਲਾਸ ਲਿਆ। ਜੌਨੀ ਤੁਰ ਪਿਆ। ਮੈਂ ਇੱਕ ਵਾਰ ਫਿਰ ਸੰਘੇੜੇ ਦੀਆਂ ਅੱਖਾਂ 'ਚ ਆਪਦੀਆਂ ਅੱਖਾਂ ਪਾਈਆਂ। ਦੇਖੋ, ਜੋ ਤੁਸੀਂ ਮੇਰੇ ਨਾਲ ਕੀਤਾ, ਆਈ ਡਿਜ਼ਰਵ ਇਟ। ਤੁਹਾਡਾ ਬਾਲ, ਮੇਰੀ ਜਨਾਨੀ ਬਰਾਬਰ ਹੋ ਗਏ, ਪਰ ਹਾਂ, ਕਦੇ ਵੀ ਹੋ ਨਹੀਂ ਸਕਣਾ, ਕਿਉਂਕਿ ਮੈਂ ਤਾਂ ਹੋਰ ਗਰਲਫ੍ਰੈਂਡ ਬਣਾ ਸਕਦਾ। ਤੁਹਾਡਾ ਬਾਲ, ਸੋ ਮੈਂ ਸੋਚਦਾ ਜਿੰਨਾ ਚਿਰ ਇੱਥੇ ਤੁਹਾਨੂੰ ਰੱਖਿਆ ਬਹੁਤ ਹੈ। ਕੇਵਲ ਬੱਚੇ ਕਰਕੇ ਤੁਹਾਨੂੰ ਛੱਡ ਦੇਣਾ ਚਾਹੁੰਦਾ। ਜਦ ਉਹ ਕਾਲੇ ਨੂੰ ਮਾਰ ਦਿੱਤਾ, ਦੂਜੇ ਪਾਸੇ ਬਾਹਰ ਜਾ ਕੇ ਕੀ ਹੋਏਗਾ? ਯੂ ਆਰ ਡੈਡ। ਸੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ, ਤੁਸੀਂ ਘਰ ਵਾਪਸ ਜਾ ਸਕਦੇ ਹੋ। ਜੌਨੀ ਵਾਪਸ ਮੁੜ ਆਇਆ ਸੀ। ਉਹਨੇ ਮੈਨੂੰ ਪਾਣੀ ਦਾ ਗਲਾਸ ਫੜਾ ਦਿੱਤਾ ਤੇ ਮੈਂ ਸੰਘੇੜੇ ਵੱਲ ਕੀਤਾ। ਚੁੱਪ। ਜੌਨੀ, ਪੀਏਗਾ ਕਿਵੇਂ ਜਦ ਹੱਥ ਬੰਨੇ ਹੈ? ਖੋਲ। ਹਾਂ ਓਏ ਖੋਲ। ਅੱਛਾ ਸੰਘੇੜਾ ਜੀ, ਮੇਰਾ ਵੀ ਚਿੱਤ ਕਰਦਾ ਪੰਜਾਬ ਵਾਪਸ ਜਾਣ ਨੂੰ। ਜੇ ਤੁਹਾਨੂੰ ਨਾ ਮਾਰਿਆ, ਛੱਡ ਦਿੱਤਾ, ਤੁਸੀਂ ਇੰਡੀਆ ਦੇ ਗੁੰਡੇ ਨੂੰ ਹੋਰ ਸਿਫਾਰਿਸ਼ ਕਰਨੀ ਹੈ ਕਿ ਮੈਨੂੰ ਹੱਥ ਨਹੀਂ ਲਾਉਣਾ। ਤੁਹਾਡੀ ਪੱਤ ਤਾਂ ਨਹੀਂ ਵਾਪਸ ਲਿਆ ਸਕਦਾ, ਪਰ ਤੁਹਾਡੀ ਜ਼ਿੰਦਗੀ ਵਾਪਸ ਦੇ ਸਕਦਾ। ਸੰਘੇੜੇ ਨੇ ਜੌਨੀ ਤੋਂ ਪਾਣੀ ਨਹੀਂ ਲਿਆ, ਮੇਰੇ ਵੱਲ ਅੱਖਾਂ ਟਿਕਾ ਕੇ ਦੇਖੀ ਗਿਆ। ਜਦ ਮੈਂ ਉਹਨੂੰ ਮਾਰਨ ਦੇ ਥਾਈਂ ਛੱਡਣ ਲਈ ਕਿਹਾ, ਜੌਨੀ ਹੈਰਾਨੀ ਨਾਲ ਮੇਰੇ ਵੱਲ ਝਾਕਣ ਲੱਗ ਪਿਆ। ਸੰਘੇੜਾ ਚੁੱਪ ਹੀ ਰਿਹਾ। ਫਿਰ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਵੱਲ, ਪਰ ਜੌਨੀ ਨੇ ਇਕੱਲੇ ਹੱਥ ਹੀ ਖੋਲ੍ਹੇ ਸੀ। ਪੈਰ ਹਾਲੇ ਵੀ ਕੁਰਸੀ ਦੀਆਂ ਲੱਤਾਂ ਨਾਲ ਬੰਨੇ ਸਨ। ਸੰਘੇੜਾ ਭੁੰਜੇ ਡਿੱਗ ਪਿਆ। ਮੈਂ ਜੌਨੀ ਵੱਲ ਝਾਕਿਆ। ਮੈਂ ਅਪਰਾਧ ਨਾਲ ਭਰਿਆ ਹੋਵਾਂਗਾ, ਪਰ ਉਹਦਾ ਦਿਮਾਗ ਸਿਰਫ ਮੈਨੂੰ ਮਾਰਨਾ ਚਾਹੁੰਦਾ ਸੀ। ਹੁਣ ਮੈਂ ਜੌਨੀ ਸਾਹਮਣੇ ਕਮਜ਼ੋਰ ਲੱਗ ਸਕਦਾ ਸੀ। ਮੈਂ ਖੜ ਕੇ ਜੌਨੀ ਤੋਂ ਪਾਣੀ ਦਾ ਗਲਾਸ ਲਿਆ, ਸਾਰਾ ਪੀ ਕੇ ਉਹਨੂੰ ਵਾਪਸ ਦੇ ਦਿੱਤਾ। ਤੜਫਦੀ ਮੱਛੀ ਵਾਂਗ ਸੰਘੇੜਾ ਹੇਠ ਪਸਰਿਆ। ਹੁਣ ਕੁਝ ਕਰ ਨਹੀਂ ਸਕਦਾ ਸੀ, ਹੁਣ ਤਾਂ ਮਾਰਨਾ ਹੀ ਪੈਣਾ ਸੀ। ਜੌਨੀ, ਜਦੋਂ ਜਮੀਕਿਆਂ ਨਾਲ ਗੱਲ ਖਤਮ ਹੋ ਗਈ, ਇਹਨੂੰ ਮਾਰ ਕੇ ਉਹਨਾਂ ਦੇ ਕਿਸੇ ਅੱਡੇ 'ਚ ਸੁੱਟ ਦੇਣਾ। ਅੱਛਾ, ਚੰਗਾ ਸਰਦਾਰ ਜੀ। ਦਾਦਾ ਜੀ, ਸੌਰੀ ਦਾਦਾ ਜੀ। ਕਾਲਿਆਂ ਨੇ ਕੋਸ਼ਿਸ਼ ਕੀਤੀ ਸਾਡੇ ਕਸੀਨੋ 'ਚ ਵੜਨ ਦੀ, ਪਰ ਪੁਲਿਸ ਨੇ ਰੋਕ ਦਿੱਤਾ। ਉਹਨਾਂ 'ਚ ਕੁੜੀ ਦਾ ਪਿਓ, ਜਿਹਨੇ ਸੰਘੇੜੇ ਲਈ ਇਹ ਸਭ ਕੁਝ ਕੀਤਾ ਸੀ, ਵੀ ਸੀਗਾ। ਅਸੀਂ ਕਸੀਨੋ ਦੇ ਪਿੱਛੇ ਨਿਕਲ ਗਏ। ਸਾਡੀ ਗੱਡੀ ਬਾਹਰ ਆ ਗਈ ਸੀ। ਕਾਲਿਆਂ ਨੂੰ ਪਤਾ ਨਹੀਂ ਲੱਗਾ ਜਦ ਅਸੀਂ ਇੱਕ ਬਾਰੀ ਹੇਠ ਕਰਕੇ ਰਫਲ ਨਾਲ ਗੋਲੀ ਚਲਾਤੀ ਸੀ। ਨਾਲੀ ਤੇ ਮੌਨਦਾਰੀ ਸਾਇਲੈਂਸਰ ਸੀ। ਜਦ ਤੱਕ ਪਤਾ ਲੱਗਾ, ਉਹਨੂੰ ਉਡਾ ਦਿੱਤਾ ਸੀ। ਉਸ ਰਾਤ, ਸਾਰੀ ਰਾਤ ਪੰਜਾਬੀਆਂ ਤੇ ਕਾਲਿਆਂ ਦੀ ਲੜਾਈ ਹੋਈ। ਅਸੀਂ ਮਸਾਂ ਜਿੱਤੇ। ਜੌਨੀ ਨੇ ਸੰਘੇੜੇ ਨੂੰ ਇੱਕ ਜਲ ਪਿੰਜਰ 'ਚ ਡੋਬ ਦਿੱਤਾ ਸੀ, ਫਿਰ ਕਾਲੇ ਦੇ ਘਰ ਛੱਡ ਦਿੱਤਾ। ਜਦ ਅਗਲੇ ਦਿਨ ਪੁਲਿਸ ਨੇ ਸਾਰਿਆਂ ਦੇ ਘਰਾਂ 'ਚ ਛਾਪੇ ਮਾਰੇ, ਉਹਨਾਂ ਨੂੰ ਸੰਘੇੜੇ ਦੀ ਲਾਸ਼ ਮਿਲ ਗਈ। ਮਹੀਨੇ ਬਾਅਦ ਮੈਂ ਦੂਤ ਵਜੋਂ ਜੌਨੀ ਨੂੰ ਮੁੰਬਈ ਭੇਜਿਆ। ਮੈਂ ਚਾਹੁੰਦਾ ਸੀ ਹੁਣ ਪੰਜਾਬ ਬੇਫਿਕਰ ਵਾਪਸ ਜਾ ਸਕਾਂ। ਗੱਲ ਨਹੀਂ ਬਣੀ। ਜੌਨੀ ਦਾ ਸਿਰ ਡੱਬੇ 'ਚ ਵਾਪਸ ਮੋੜ ਦਿੱਤਾ ਸੀ ਮੁੰਬਈ ਦੇ ਬਦਮਾਸ਼ਾਂ ਨੇ। ਸੋ ਹੁਣ ਸੰਘੇੜੇ ਤੋਂ ਡਰ ਨਹੀਂ ਸੀ, ਪਰ ਦੇਸ਼ ਜਾਣਾ ਔਖਾ ਹੋਏਗਾ। ਨਕਲੀ ਨਾਮ ਵਰਤ ਕੇ ਹੀ ਰਣਜੀਤਪੁਰ ਜਾ ਸਕਦਾ ਹਾਂ। ਸਿਮਰਨ ਹੋਰਾਂ ਨੂੰ ਜ਼ਬਰਦਸਤੀ ਪੰਜਾਬ ਵਾਪਸ ਭੇਜ ਦਿੱਤਾ ਸੀ, ਪਰ ਮੈਂ ਨਾਮ ਫੇਰ ਬਦਲ ਲਿਆ ਤੇ ਹੁਣ ਮੈਂ ਤਾਂ ਬਰਮਿੰਘਮ 'ਚ ਵੱਡਾ ਵਡੇਰਾ ਸੀ।
ਹੁਣ ਤਾਂ ਰੱਬ ਦੀ ਪਹੁੰਚ ਵੀ ਮੇਰੇ ਤੱਕ ਨਹੀਂ ਸੀ। ਪੈਸਾ, ਗੱਡੀਆਂ, ਵੱਡੇ ਘਰ ਆਦਿ ਸਨ ਮੇਰੇ ਕੋਲ। ਹੁਣ ਤਾਂ ਮੇਰੇ ਕੋਲ ਦੌਲਤ ਸੀ। ਪਰ ਇੱਕ ਗੱਲ ਸੁਣੋ, ਹਰ ਜਾਇਦਾਦ ਪਿੱਛੇ ਪਾਪ ਹੀ ਪਾਪ ਹੁੰਦਾ ਹੈ। ਜਿਹੜਾ ਕਹਿੰਦਾ ਹੈ ਇਮਾਨਦਾਰੀ ਨਾਲ ਪੈਸਾ ਬਣਾਇਆ, ਝੂਠ ਬੋਲਦਾ ਹੈ। ਕੁਛ ਨਾ ਕੁਝ ਕੀਤਾ ਹੀ ਹੋਏਗਾ। ਮੈਨੂੰ ਜਮਾਲ ਦਾ ਡਰ ਹਮੇਸ਼ਾ ਲੱਗਾ ਰਹਿੰਦਾ ਸੀ। ਪਾਕਿਸਤਾਨੀ ਗੁੰਡੇ ਸਾਥੋਂ ਜ਼ਿਆਦਾ ਕਾਇਮ ਹੋ ਗਏ ਸਨ। ਹਰ ਗਲਤ ਕੰਮ 'ਚ ਜਮਾਲ ਦਾ ਹੱਥ ਸੀ। ਕੁੜੀਆਂ, ਅਫੀਮ, ਹਥਿਆਰ ਆਦਿ ਸਭ ਵੇਚਦਾ ਸੀ। ਲੋਕਾਂ ਨੂੰ ਸੁਪਨੇ ਵੀ ਵੇਚਦਾ ਸੀ। ਉਹਦੇ ਰਾਹ ਦਾ ਰੋੜਾ ਮੈਂ ਹੀ ਰਹਿ ਗਿਆ ਸੀ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਤੋਂ ਜਦ ਕਾਲਿਆਂ ਨੇ ਮੈਨੂੰ ਤੇ ਸ਼ੀਨਾ ਨੂੰ ਚੁੱਕਿਆ ਸੀ, ਜਮਾਲ ਨੇ ਹੀ ਸਿਰਨਾਵਾ ਦਿੱਤਾ। ਸ਼ੀਨਾ ਨੂੰ ਜਿਨਾਹ ਕਰਕੇ ਸਕੀਮ ਸੀ ਜਮਾਲ ਨੂੰ ਵੇਚਣ ਦੀ, ਪਰ ਜਦ ਜਮਾਲ ਕੋਲ ਪੁੱਜੇ ਬੇਹਾਲ ਹੋਣ ਕਰਕੇ ਮਰ ਗਈ। ਸੋ ਉਸ ਦਿਨ ਬਹੁਤ ਨਸ਼ਾ ਕਰ ਲਿਆ ਸੀ, ਬਹੁਤ ਸਰੂਰ ਚੜਿਆ ਆਇਆ ਸੀ। ਕੋਟ ਪਾ ਕੇ ਦੋਨਾਂ ਹੱਥਾਂ 'ਚ ਪਿਸਤੌਲ ਫੜ ਕੇ ਜਮਾਲ ਦੇ ਦਰਾਂ 'ਚ ਪਹੁੰਚ ਗਿਆ। ਕੋਟ ਦੀ ਪੂਛ ਹਵਾ 'ਚ ਹਿੱਲੇ ਜਿੰਜ ਵਗਦੀ ਹਵਾ 'ਚ ਘਾਹ ਹਿਲਦਾ ਹੁੰਦਾ ਹੈ। ਹੱਥ ਉੱਪਰ ਕਰਕੇ ਜਿਹੜਾ ਸਾਹਮਣੇ ਆਇਆ ਉਹਨੂੰ ਉਡਾ ਦਿੱਤਾ। ਜਮਾਲ ਦਾ ਅੱਡਾ ਤੇ ਉਹਦੀ ਟੈਕਸੀ ਕੰਪਨੀ ਉੱਥੇ ਸੀ। ਮੇਰੇ ਪਿੱਛੇ ਮੇਰੇ ਬੰਦੇ ਸਨ। ਅਸੀਂ ਥਾਂ ਦਾ ਨਾਸ ਕਰ ਦਿੱਤਾ। ਜਦ ਜਮਾਲ ਦੇਖਿਆ, ਮੈਂ ਉਹਦੇ ਸਰੀਰ 'ਚ ਸਾਰੀਆਂ ਗੋਲੀਆਂ ਛੱਡ ਦਿੱਤੀਆਂ। ਕੀਮਾ ਬਣਾ ਦਿੱਤਾ ਜਮਾਲ ਦਾ। ਉਸ ਰਾਤ ਅਫੀਮ ਦੇ ਨਸ਼ੇ 'ਚ ਮੇਰੇ ਮਨ 'ਚ ਸੰਘੇੜਾ ਫੇਰ ਆ ਗਿਆ। ਉਹਦਾ ਬੱਚਾ। ਅੰਦਰੋਂ ਮੈਨੂੰ ਅਹਿਸਾਸ ਸੀ ਕਿ ਮੈਂ ਗਲਤ ਸੀ, ਤਾਂ ਹੀ ਗੱਲ ਭੁੱਲਦੀ ਨਹੀਂ ਸੀ। ਕਾਸ਼ ਸੰਘੇੜੇ ਦੇ ਹੱਥੀਂ ਮਰ ਜਾਂਦਾ। ਪਰ ਹੁਣ ਤਾਂ ਮੈਂ ਰਾਵਣ ਬਣ ਚੁੱਕਿਆ ਸੀ। ਰਾਮ ਕੇਵਲ ਅਫਸਾਨਿਆਂ 'ਚ ਹੀ ਜਿੱਤਦਾ ਹੈ, ਸੱਚ ਹੋਰ ਹੀ ਹੁੰਦਾ ਹੈ। ਰਾਵਣ ਰਣਜੀਤਪੁਰ ਤੋਂ ਆ ਕੇ ਜਿੱਤ ਗਿਆ। ਹਾਰ ਕੇ ਪਾਪ ਦੇ ਕੰਮ ਛੱਡ ਦਿੱਤੇ। ਪੈਸਾ ਬਹੁਤ ਸੀ, ਸੋ ਪੈਸਿਆਂ ਨਾਲ ਜੈਸ਼ ਕਾਰੋਬਾਰ ਲੈ ਲਿਆ ਸੀ। ਪੱਗ ਬੰਨ੍ਹ ਲਈ, ਗੁਰਦੁਆਰੇ ਜਾਣ ਲੱਗ ਪਿਆ, ਵਿਆਹ ਕਰ ਲਿਆ, 2 ਬੱਚੇ ਵੀ ਹੋ ਗਏ ਸੀ, ਇੱਕ ਕੁੜੀ ਤੇ ਇੱਕ ਮੁੰਡਾ। ਬਰਮਿੰਘਮ ਤੋਂ ਬਾਹਰ ਆ ਗਿਆ ਸੀ, ਲਮਿੰਗਟਨ ਸਪਾ 'ਚ ਟਿਕ ਗਿਆ ਸੀ। ਲੋਕ ਹਾਲੇ ਵੀ ਦਾਦਾ ਜੀ ਆਖਦੇ ਸੀ। ਪੱਕਾ ਪਾਸਪੋਰਟ ਮਿਲ ਗਿਆ ਸੀ। ਹੁਣ ਪੰਜਾਬ ਵਾਪਸ ਜਾਣ ਨੂੰ ਚਿੱਤ ਕਰਦਾ ਸੀ। ਸੋ ਗਿਆ ਰਣਜੀਤਪੁਰ, ਜਿੱਥੇ ਮੈਂ ਪਲਿਆ ਸੀ। ਨਾਲ ਹੀ ਬੀਵੀ ਬੱਚੇ ਗਏ। ਸਭ ਕੁਝ ਦਿਖਾਇਆ। ਮੈਂ ਹੈਰਾਨ ਸੀ। ਪੰਜਾਬ ਕਿੰਨਾ ਬਦਲ ਗਿਆ ਸੀ। ਪਛਾਣ ਨਹੀਂ ਸੀ ਆ ਰਹੀ। ਇੱਥੇ ਤਾਂ ਗੋਰਿਆਂ ਦੇ ਮੁਲਕਾਂ ਨਾਲੋਂ ਵੀ ਜੀਵਨ ਬਿਹਤਰ ਸੀ, ਪਰ ਪੁਰਾਣੀ ਬਿਮਾਰੀ ਹਾਲੇ ਵੀ ਸੀ। ਤੋਚੀ ਵਰਗੇ ਜਾਂ ਮੇਰੇ ਵਰਗੇ ਆ ਕੇ ਹੋਰ ਕੁਝ ਦਿਖਾਉਂਦੇ ਸੀ। ਲੋਕਾਂ ਨੂੰ ਹਾਲੇ ਵੀ ਨੱਠ ਦੌੜ ਸੀ ਬਾਹਰ ਨਿਕਲਣ ਦੀ। ਇੱਕ ਪੱਖ ਤੋਂ ਸੱਚੇ ਵੀ ਸੀ। ਪੰਜਾਬ 'ਚ ਕੋਈ ਇਮਾਨਦਾਰ ਨਹੀਂ ਸੀ ਜਿਵੇਂ ਗੋਰੇ ਨੇ, ਜਿਵੇਂ ਉਹਨਾਂ ਦਾ ਕਾਨੂੰਨ ਹੈ। ਪਰ ਦੂਜੇ ਪਾਸੇ ਇਸ ਤਰ੍ਹਾਂ ਦੀ ਜ਼ਿੰਦਗੀ ਕਿਤੇ ਹੋਰ ਨਹੀਂ ਸੀ ਮਿਲਣੀ। ਸੱਚ ਸੀ ਉੱਥੇ ਜਾਂ ਇੱਥੇ, ਸਾਰਾ ਕੁਝ ਬਦਮਾਸ਼ਾਂ ਦੇ ਹੱਥ 'ਚ ਹੈ। ਬਸ ਇੱਕ ਹੀ ਫਰਕ ਹੈ, ਬਾਹਰ ਕਾਨੂੰਨ ਇਮਾਨਦਾਰ ਹੈ ਤੇ ਦੰਦਾਂ ਵਾਲਾ। ਸੋ ਮੈਂ ਪੰਜਾਬ 'ਚ ਆਮ ਗੇੜਾ ਲਾਉਣ ਲੱਗ ਪਿਆ। ਹਰ ਸਾਲ ਗਰਮੀਆਂ 'ਚ 6-7 ਹਫ਼ਤੇ ਲਾ ਦਿੰਦਾ ਸੀ। ਪਰ ਇੱਕ ਦਿਨ ਸੰਘੇੜੇ ਦੇ ਮੁੰਬਈ ਵਾਲੇ ਦੋਸਤਾਂ ਨੂੰ ਮੇਰੇ ਬਾਰੇ ਪਤਾ ਲੱਗ ਗਿਆ। ਮੈਂ ਹਵੇਲੀ 'ਚ ਬੈਠਾ ਸੀ। ਟੱਬਰ ਇੱਧਰ ਉੱਧਰ ਕੰਮਾਂ ਖੇਲਾਂ 'ਚ ਲੱਗਿਆ ਸੀ। ਕਿਸੇ ਨੇ ਡੋਰਬੈਲ ਕੀਤੀ, ਕਿਸੇ ਨੇ ਕੁੰਡਾ ਖੋਲ੍ਹਿਆ। ਮੈਂ ਬੈਠਾ ਅਖਬਾਰ ਪੜ੍ਹ ਰਿਹਾ ਸੀ। ਜਦ ਅਖਬਾਰ ਹੇਠਾਂ ਕੀਤਾ, ਸਾਹਮਣੇ 2 ਬੇਗਾਨੇ ਬੰਦੇ ਖੜੇ ਸੀ। ਮੈਂ ਉਹਨਾਂ ਦੀਆਂ ਮਰੀਆਂ ਅੱਖਾਂ ਜਿੰਜ ਮੱਛੀ ਦੀਆਂ ਹੋਣ ਵਿੱਚ ਝਾਕਿਆ। ਮੈਂ ਉੱਥੇ ਹੀ ਸਮਝ ਗਿਆ ਕੌਣ ਸੀ ਤੇ ਕਿਉਂ ਆਏ ਸੀ। ਇੱਕ ਨੇ ਹੌਲੀ ਜਿਹੀ ਸੰਘੇੜੇ ਦਾ ਨਾਮ ਬੋਲਿਆ। ਆਜੋ ਬਾਹਰ ਚਲੀਏ। ਇੱਥੇ ਨਹੀਂ ਪਲੀਜ਼। ਮੈਂ ਉੱਠ ਖੜਿਆ। ਮੇਰੇ ਮਗਰ ਤੁਰ ਪਏ। ਪਾਪਾ ਕੌਣ ਹੈ? ਧੀ ਨੇ ਆਖਿਆ। ਮੇਰੇ ਪੁਰਾਣੇ ਮਿੱਤਰ ਨੇ। ਮੈਂ ਤੈਨੂੰ ਪਿਆਰ ਕਰਦਾ, ਇਹ ਕਦੀ ਨਾ ਭੁੱਲੀ। ਪਾਪਾ ਇਹ ਕਿਹੜੀ ਪੁੱਠੀ ਗੱਲ ਕਰਦੇ ਹੋ? ਮੈਂ ਉਹਦੇ ਮੱਥੇ ਨੂੰ ਚੁੰਮਿਆ, ਫਿਰ ਬਾਹਰ ਚਲਾ ਗਿਆ। ਉਹਨਾਂ ਨੇ ਮੈਨੂੰ ਮੇਰੀ ਗੱਡੀ 'ਚ ਬਿਠਾ ਲਿਆ, ਡਰਾਈਵਰ ਦੀ ਸੀਟ ਤੇ। ਇੱਕ ਮੇਰੇ ਨਾਲ ਬਹਿ ਗਿਆ, ਦੂਜਾ ਮੇਰੇ ਪਿੱਛੇ। ਮੈਂ ਡੂੰਘਾ ਸਾਹ ਭਰਿਆ। ਪਿੱਛੇ ਦੇਖਣ ਵਾਲੇ ਸ਼ੀਸ਼ੇ ਰਾਹੀਂ ਬੰਦੇ ਦੇ ਹੱਥ 'ਚ ਪਿਸਤੌਲ ਤੱਕਿਆ। ਕੀ ਪਤਾ ਰਾਵਣ ਨਹੀਂ ਜਿੱਤਦਾ। ਅੱਖਾਂ ਮੀਚ ਲਈਆਂ। ਧੰਨਵਾਦ।